ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 9:13 ਹੋਏ ਨੇ। 17 ਜੂਨ ਦਾ ਦਿਨ ਹੈ, ਵਰਾ 2021 ਦਾ ਤੇ 3 ਹਾੜ ਨਾਨਕ ਸ਼ਸਮਤ 553। ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੇ ਸ਼ੋਅ ਦੇ ਵਿੱਚ ਨਵਕਿਰਨ ਸਿੰਘ ਪੱਤੀ ਮੇਰੇ ਨਾਲ ਨੇ। ਪਹਿਲਾਂ ਗੱਲਬਾਤ ਕਰਾਂਗੇ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ, ਫਿਰ BC ਦਾ ਖਾਸ ਤੌਰ ਤੇ ਲੋਅਰ ਮੇਨਲੈਂਡ ਦਾ ਬਿਜ਼ਨਸ ਹੈ ਜਿਹੜਾ ਉਹ ਦੇਸ਼ ਤੋਂ ਬਾਹਰ ਜਾ ਰਿਹਾ ਹੈ, ਉਹਦੇ ਕਾਰਨ ਸਾਡੀਆਂ ਕੋਈ ਜ਼ਿੰਮੇਵਾਰੀਆਂ ਨੇ, ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਇਸ ਤੇ ਗੱਲਬਾਤ ਹੋਏਗੀ। ਫਿਰ ਜਿਹੜੀ ਲੜੀ ਅੱਜ ਸ਼ੁਰੂ ਕਰ ਰਹੇ ਹਾਂ ਉਹ ਇਹ ਹੈ ਕਿ ਕੈਨੇਡਾ ਦੇ ਮੂਲ ਵਾਸੀਆਂ ਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਮੈਂ ਹਰ ਵੀਰਵਾਰ ਦਿਆ ਕਰਨੀ ਹੈ। ਅੱਜ ਵੀਰਵਾਰ ਦੀ ਇਹ ਪਹਿਲੀ ਕੜੀ ਹੈ। ਇਹਦੇ ਵਿੱਚ ਜਾਣਕਾਰੀ ਇਹਨਾਂ ਦੇ ਬਾਰੇ, ਕੌਣ ਨੇ, ਕਿੱਥੋਂ ਆਏ, ਇੰਡੀਜਨਸ ਇੰਡੀਅਨਸ ਕੌਣ ਨੇ, ਇਨਿਊਟਸ ਕੌਣ ਨੇ, ਮੀਟਿਸ ਕੌਣ ਨੇ, ਟ੍ਰੈਡੀਸ਼ਨ ਕੀ ਹੈ, ਕਲਚਰਲ ਕੀ ਹੈ, ਸੱਭਿਆਚਾਰ ਕੀ ਹੈ, ਰਹੁ ਰੀਤਾਂ ਕੀ ਨੇ, ਕਿਵੇਂ ਰਹਿੰਦੇ ਨੇ, ਬੋਲੀਆਂ ਕੀ ਨੇ, ਕਿਹੜੇ ਏਰੀਏ 'ਚ ਕੌਣ ਰਹਿੰਦਾ ਹੈ। ਐਨ ਕੋਸ਼ਿਸ਼ ਵੱਧ ਤੋਂ ਵੱਧ ਕਰਕੇ 5-4 ਸੈਗਮੈਂਟਸ ਦੇ ਵਿੱਚ ਹਰ ਵੀਰਵਾਰ ਤੁਹਾਡੀ ਸਨਮੁਖ ਦੱਸਦੇ ਹਾਂ। ਸਭ ਤੋਂ ਪਹਿਲਾਂ ਭੁੱਲ ਨਾ ਜਾਵਾਂ, 91 ਦਾ ਜਿਹੜਾ ਪੁਲਾ ਪੇਰੀ ਹੈ ਕੱਲ ਦਾ ਉਹ ਬੰਦ ਕੀਤਾ ਹੈ। ਉਹਦੇ ਤੇ ਅੱਜ ਜਿੰਨੇ ਡਰਾਈਵਰ ਹੋ ਤੁਸੀਂ 1, 2 ਤੇ 3 ਜਿਹੜੇ ਕਲਾਸ 1, 2, 3 ਵਾਲੇ ਹਾਈਵੇ 91 ਦਾ ਪੁਲਾ ਪੇਰੀਆ ਜਿਹੜਾ ਪੁਲ ਆਊਟ ਏਰੀਆ ਡੈਲਟਾ 'ਚ, ਉਹਦੇ 10 ਵਜੇ ਤੋਂ 4 ਵਜੇ ਤੱਕ ਆਪਣਾ ਲੋਦਾ ਲਵਾ ਸਕਦੇ ਹੋ। ਵੈਕਸੀਨ ਜਿਹੜੀ ਕੋਵਿਡ ਦੀ ਟਰੱਕ ਖੜਾਉਣਾ ਹੈ ਤੇ ਬਸ ਟੀਕਾ ਲਵਾ ਕੇ ਗਾਂ। ਜਿਹਨੇ ਪਹਿਲੀ ਲਵਾਈ ਡੋਜ਼ ਉਹ ਦੂਜੀ ਲਵਾ ਲਵੇ, ਜਿਹਨੇ ਪਹਿਲੀ ਨਹੀਂ ਲਵਾਈ ਉਹ ਪਹਿਲੀ ਲਵਾ ਲਵੇ। ਤੇ ਸ਼ੁਰੂ ਹੋ ਚੁੱਕਿਆ ਹੈ, 10 ਵਜੇ ਸ਼ੁਰੂ ਹੋਣਾ ਹੈ ਤੇ 4 ਵਜੇ ਤੱਕ, ਯਾਦ ਰੱਖਿਓ। ਮੈਨੂੰ ਇੰਜ ਲੱਗਦਾ 604 204 0600 ਆਉਣੇ ਨੰਬਰ ਰਹੇਗਾ। 604204 0600 ਤੇ ਤੁਸੀਂ ਸ਼ਾਮਲ ਹੋਣਾ ਤੇ 604 729 1224 6047291224 ਮੇਰਾ WhatsApp ਟੈਕਸਟ ਹੈ। ਪਰਿੰਦੇ ਜਜ਼ਬਿਆਂ ਦੇ ਜਦੋਂ ਉਡਾਰੀ ਭਰਨ ਲੱਗਦੇ ਨੇ, ਪਿੰਜਰੇ ਪਿਘਲ ਜਾਂਦੇ ਨੇ, ਸ਼ਿਕਾਰੀ ਡਰਨ ਲੱਗਦੇ ਨੇ। ਪਰਿੰਦੇ ਜਜ਼ਬਿਆਂ ਦੇ ਜਦੋਂ ਉਡਾਰੀ ਭਰਨ ਲੱਗਦੇ ਨੇ, ਪਿੰਜਰੇ ਪਿਘਲ ਜਾਂਦੇ ਨੇ, ਸ਼ਿਕਾਰੀ ਡਰਨ ਲੱਗਦੇ ਨੇ। ਕਦੋਂ ਤੱਕ ਰੱਖਿਆ ਜਾਂਦਾ ਦਬਾ ਕੇ ਜਿਉਣ ਦਾ ਜਜ਼ਬਾ, ਲਹੂ ਚੋਂ ਲਹਿਰ ਜਦ ਉੱਠਦੀ ਕਿਨਾਰੇ ਖਰਨ ਲੱਗਦੇ ਨੇ। ਉਹ ਪਾ ਕੇ ਝਾਂਜਰਾਂ ਗਿਆਰਿਆਂ ਤੋਂ ਇਉਂ ਗੁਜ਼ਰਦੀ ਹੈ ਕਿ ਉਸ ਦੀ ਇਸ ਅਦਾ ਤੇ ਚੰਨ ਸੂਰਜ ਮਰਨ ਲੱਗਦੇ ਨੇ। ਘਰਾਂ ਨੂੰ ਭੁੱਲਿਆ ਕਿੱਥੇ ਹਨੇਰੀ ਦਾ ਸਿਤਮਹਾਲੇ, ਹਵਾ ਸਰਗੋਸ਼ੀਆਂ ਕਰਦੀ ਬੂਹੇ ਡਰਨ ਲੱਗਦੇ ਨੇ। ਅਜੇ ਵੀ ਉੱਤਰ ਆਉਂਦੀ ਹੈ ਮੇਰੇ ਚੇਤਿਆਂ 'ਚ ਉਹ ਆਥਣ, ਮੇਰੇ ਸੀਨੇ 'ਚ ਜਗਦੇ ਦੀਪ ਅੱਖੀਆਂ ਭਰਨ ਲੱਗਦੇ ਨੇ। ਹਵਾ ਐਸੀ ਵੀ ਉੱਠਦੀ ਹੈ, ਹਰ ਜੰਜ਼ੀਰ ਟੁੱਟਦੀ ਹੈ, ਇਹ ਟਿੱਬੇ ਢਹਿਣ ਲੱਗਦੇ ਨੇ, ਇਹ ਟੋਏ ਭਰਨ ਲੱਗਦੇ ਨੇ। ਹਨੇਰੇ ਦੀ ਪਕੜ 'ਚੋਂ ਨਿਕਲ ਆਉਂਦੇ ਨੇ ਜਦੋਂ ਦੀਵੇ, ਸਮੇਂ ਦੇ ਨੈਣ ਖੁੱਲ੍ਹ ਜਾਂਦੇ ਨੇ ਤੇ ਚਾਨਣ ਝਰਨ ਲੱਗਦੇ ਨੇ। ਪਰਿੰਦੇ ਜਜ਼ਬਿਆਂ ਦੇ ਜਦੋਂ ਉਡਾਰੀ ਭਰਨ ਲੱਗਦੇ ਨੇ। ਸੁਖਵਿੰਦਰ ਅੰਮ੍ਰਿਤ ਲਿਖਦੀ ਹੈ। ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਅੱਛਾ, ਜੈਪਾਲ ਭੁੱਲਰ ਦੇ ਮਾਪੇ ਮੰਨ ਨਹੀਂ ਰਹੇ, ਸੰਸਕਾਰ ਮੁੰਡੇ ਦਾ ਕਰ ਨਹੀਂ ਰਹੇ, ਤੇ ਇਹਦਾ ਮਤਲਬ ਫਿਰ ਗੱਲ ਨਿਕਲ ਕੇ ਆਊ ਬਾਹਰ ਤੇ ਸਰਕਾਰ, ਪੁਲਿਸ ਜਿਹੜੀ ਆ ਉਹ ਡਰ ਰਹੀ ਆ, ਮੈਨੂੰ ਲੱਗਦਾ ਹੈ। ਬਿਲਕੁਲ ਗਿੱਲ ਸਾਹਿਬ, ਦੇਖੋ ਇਹ ਮਸਲਾ ਹੈ ਜਿਹੜਾ ਬੜਾ ਗੰਭੀਰ ਹੈ, ਕਿਉਂਕਿ 2 ਨੌਜਵਾਨਾਂ ਦਾ ਜਿਹੜਾ ਉਹ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਜਾਣਾ, ਇੱਕ ਜੈਪਾਲ ਭੁੱਲਰ ਤੇ ਦੂਜਾ ਜਸਪ੍ਰੀਤ ਸਿੰਘ। ਔਰ ਉਸ ਤੋਂ ਬਾਅਦ ਪੁਲਿਸ ਨੇ ਇਸ ਕੇਸ ਦੇ ਵਿੱਚ, ਕਿਉਂਕਿ ਬਹੁਤੇ ਕੇਸਾਂ ਦੇ ਵਿੱਚ ਗਿੱਲ ਸਾਹਿਬ ਕੀ ਹੁੰਦਾ ਆਮ ਤੌਰ ਦੇ ਉੱਤੇ ਕਿ ਜਿਸ ਥਾਣੇ ਦੇ ਵਿੱਚ ਨੂੰ ਬਿਲੋਂਗ ਕਰਦਾ ਹੁੰਦਾ, ਜਿੱਥੇ ਡੈੱਡ ਬੋਡੀ ਆਉਣੀ ਹੁੰਦੀ ਹੈਗੀ ਮੌਤ ਤੋਂ ਬਾਅਦ, ਪੋਸਟਮਾਰਟਮ ਵੀ ਲਗਭਗ ਉਸੇ ਜ਼ਿਲ੍ਹੇ ਦੇ ਵਿੱਚ ਹੁੰਦਾ। ਉਂਝ ਦੋਨੇ ਥਾਂ ਦੇ ਉੱਤੇ ਕਰਵਾਇਆ ਜਾ ਸਕਦਾ ਹੁੰਦਾ, ਜਿੱਥੇ ਡੈਥ ਹੁੰਦੀ ਹੈ ਉੱਥੇ ਵੀ, ਔਰ ਜਿਸ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਉੱਥੇ ਵੀ। ਇਹ ਪੁਲਿਸ ਦੇ ਉੱਤੇ ਨਿਰਭਰ ਕਰਦਾ ਹੁੰਦਾ ਹੈ। ਲੇਕਿਨ ਹੁਣ ਇਸ ਕੇਸ ਦੇ ਵਿੱਚ ਜੈਪਾਲ ਭੁੱਲਰ ਦੇ ਪਿਤਾ ਦਾ ਜਿਹੜਾ ਮਤਲਬ, ਉਹਦੀ ਕੋਈ ਬਹੁਤੀ ਵੱਡੀ ਮੰਗ ਨਹੀਂ ਹੈ ਗਿੱਲ ਸਾਹਿਬ। ਉਹ ਕੋਈ ਇਸ ਮਸਲੇ ਨੂੰ ਲਮਕਾਉਣਾ ਨਹੀਂ ਚਾਹੁੰਦਾ। ਜੈਪਾਲ ਭੁੱਲਰ ਦਾ ਪਰਿਵਾਰ ਕਹਿ ਰਿਹਾ ਗਾ ਕਿ ਸਾਡੇ ਮੁੰਡੇ ਦਾ ਜਿਹੜਾ ਪੋਸਟਮਾਰਟਮ ਆ ਉਹ ਕਿਸੇ ਏਮਜ਼ ਵਰਗੇ ਹਸਪਤਾਲ ਤੋਂ, ਕਿਸੇ PGI ਵਰਗੇ ਹਸਪਤਾਲ ਤੋਂ, ਜਾਂ ਡਾਕਟਰਾਂ ਦਾ ਇੱਕ ਪੈਨਲ ਬਣਾ ਕੇ, ਉਹ ਜਿਹੜਾ ਪੈਨਲ ਹੋਣਾ ਚਾਹੀਦਾ ਡਾਕਟਰਾਂ ਦਾ, ਉਹਦੇ ਵਿੱਚ ਡਾਕਟਰਾਂ ਦੀ ਇੱਕ ਟੀਮ ਹੋਣੀ ਚਾਹੀਦੀ ਆ, ਉਹ ਉਸ ਦਾ ਦੁਬਾਰੇ ਪੋਸਟਮਾਰਟਮ ਕਰੇ।
ਕਿਉਂਕਿ ਉਹ ਕਹਿੰਦੇ ਸਾਨੂੰ ਸ਼ੱਕ ਆ ਗਈ ਕਿ ਪਹਿਲਾਂ ਉਸ ਮੁੰਡੇ ਦੀਆਂ ਬਾਹਾਂ ਤੋੜੀ ਗਈ, ਲੱਤ ਤੋੜੀ ਗਈ, ਪਿੰਜਣੀਆਂ ਤੋੜੀਆਂ ਗਈਆਂ ਔਰ ਪਹਿਲਾਂ ਟੌਰਚਰ ਕੀਤਾ ਗਿਆ, ਉਸ ਤੋਂ ਬਾਅਦ ਮਤਲਬ ਉਹਨੂੰ ਗੋਲੀਆਂ ਮਾਰੀਆਂ ਗਈਆਂ। ਹੁਣ ਪਰਿਵਾਰ ਦੀ ਇਹ ਮੰਗ ਆ ਗਈ ਗਿੱਲ ਸਾਹਿਬ, ਜਿਹੜੀ ਹੁਣ ਇਹ ਸਰਕਾਰਾਂ ਨੂੰ ਸੁਣਨੀ ਚਾਹੀਦੀ ਆ, ਬੜੀ ਜਾਇਜ਼ ਜੀ ਮੰਗ ਆ ਗਈ। ਉਂਝ ਵੀ ਜਿਹੜੇ ਪੁਲਿਸ ਮੁਕਾਬਲੇ ਹੁੰਦੇ ਨੇ ਉਹਨੂੰ ਸੱਚਾ ਕਿ ਝੂਠਾ ਪੁਲਿਸ ਮੁਕਾਬਲਾ ਉਹਦੀ ਜਾਂਚ ਕਰੇ ਤੋਂ ਪਤਾ ਲੱਗਣਾ। ਜਾਂਚ ਦੇ ਵਿੱਚ ਸਭ ਤੋਂ ਜਿਹੜਾ ਜ਼ਰੂਰੀ ਹੁੰਦਾ ਗਾ ਉਹ ਹੁੰਦਾ ਗਾ ਪੋਸਟਮਾਰਟਮ, ਕਿ ਉਸਦੇ ਮੌਤ ਕਿਵੇਂ ਹੋਈ ਹੈ, ਕਿ ਉਹਨੂੰ ਟੌਰਚਰ ਕੀਤਾ ਗਿਆ, ਕਿ ਉਹਦਾ ਕੋਈ ਅੰਗ ਟੁੱਟਿਆ। ਤਾਂ ਇਸ ਲਈ ਹੁਣ ਉਹਦੇ ਬਾਪ ਦੀ ਮੰਗ ਬਿਲਕੁਲ ਜਾਇਜ਼ ਆ। ਬਾਪ ਨੇ ਪਹਿਲਾਂ ਡਿਪਟੀ ਕਮਿਸ਼ਨਰ ਸਾਹਿਬ ਤੋਂ ਮੰਗ ਕੀਤੀ, ਉਹਨਾਂ ਨੇ ਸੁਣੀ ਨਹੀਂ। ਸਰਕਾਰ ਤੋਂ ਮੰਗ ਕੀਤੀ, ਉਹਨਾਂ ਨੇ ਸੁਣੀ ਨਹੀਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ, ਕਿਉਂਕਿ ਜਦੋਂ ਸਰਕਾਰੀ ਦਰਬਾਰੇ ਨਹੀਂ ਚੱਲਦੀ ਤਾਂ ਅਦਾਲਤਾਂ ਇੱਕ ਸਹਾਰਾ ਰਹਿੰਦੀਆਂ ਨੇ। ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਉਸ ਦੇ ਬਾਪ ਦੀ ਜਿਹੜੀ ਪਟੀਸ਼ਨ ਹੈਗੀ, ਹਾਲਾਂਕਿ ਉਹ ਵੀ ਪੁਲਿਸ ਇੰਸਪੈਕਟਰ ਰਹੇ ਨੇ ਭੁਪਿੰਦਰ ਸਿੰਘ, ਉਹ ਰੱਦ ਕਰ ਦਿੱਤੀ ਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗਿੱਲ ਸਾਹਿਬ ਤਰਕ ਦਿੱਤਾ ਗਾ ਕਿ ਕਿਉਂਕਿ ਮਸਲਾ ਕਲਕੱਤੇ ਦਾ ਔਰ ਕਿਉਂਕਿ ਘਟਨਾਕ੍ਰਮ ਉੱਥੇ ਹੋਇਆ ਔਰ ਉੱਥੇ ਨਾਲ ਸਾਰਾ ਮਸਲਾ ਜੁੜਿਆ ਹੋਇਆ, ਇਸ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਦਾ ਮਾਮਲਾ ਹੈ, ਅਸੀਂ ਇਸ ਵਿਸ਼ੇ ਤੇ ਸੁਣਵਾਈ ਨਹੀਂ ਕਰ ਸਕਦੇ। ਉਹਨਾਂ ਨੇ ਰੱਦ ਕਰਤੀ। ਪਰ ਪਰਿਵਾਰ ਚੁੱਪ ਕਰਕੇ ਘਰੇ ਨਹੀਂ ਬੈਠਿਆ। ਪਰਿਵਾਰ ਨੇ ਹੁਣ ਕਿਹਾ ਕਿ ਅਸੀਂ ਸੁਪਰੀਮ ਕੋਰਟ ਦਾ ਦਰ ਖੜਕਾਵਾਂਗੇ, ਹੁਣ ਅਸੀਂ ਸੁਪਰੀਮ ਕੋਰਟ ਜਾਵਾਂਗੇ, ਉਦੋਂ ਤੱਕ ਸੰਸਕਾਰ ਵੀ ਨਹੀਂ ਕਰਾਂਗੇ, ਭਾਵੇਂ ਕਿ ਦੂਜੇ ਮੁੰਡੇ ਦਾ ਜਿਹੜਾ ਸੰਸਕਾਰ ਆ ਉਹ ਕਰ ਦਿੱਤਾ ਗਿਆ। ਹੁਣ ਤੁਸੀਂ ਗਿੱਲ ਸਾਹਿਬ ਇਹ ਵੀ ਦੇਖੋ ਕਿ ਮਸਲਾ ਕਿੱਥੋਂ ਤੱਕ ਜਾਂਦਾ ਗਾ। ਦੂਸਰੇ ਮੁੰਡੇ ਦਾ ਜਿਹੜਾ ਸੰਸਕਾਰ ਕੀਤਾ ਗਿਆ ਜਸਪ੍ਰੀਤ ਸਿੰਘ ਦਾ, ਉਹਦੀ ਪਤਨੀ ਜੇਲ੍ਹ 'ਚ ਸੀਗੀ, ਪਤਨੀ ਨੂੰ ਜੇਲ੍ਹ 'ਚੋਂ ਲਿਆਂਦਾ ਗਿਆ। ਹੁਣ ਜੈਪਾਲ ਭੁੱਲਰ ਦਾ ਭਰਾ ਜੇਲ੍ਹ ਦੇ ਵਿੱਚ ਹੈ, ਔਰ ਜਦੋਂ ਕੋਈ ਵਿਅਕਤੀ ਜੇਲ੍ਹ 'ਚ ਹੁੰਦਾ ਉੱਥੇ ਵੀ ਉਹਦੇ ਤੇ ਦਬਾਅ ਪੈਂਦਾ ਹੈ। ਇੱਕ ਵਿਅਕਤੀ ਆਜ਼ਾਦ ਹੈ, ਉਹਦੇ ਤੇ ਵੀ ਪੁਲਿਸ ਦਬਾਅ ਪਾਉਣ ਦਾ ਯਤਨ ਕਰਦੀ ਹੈ, ਪਰ ਜਿਹੜਾ ਹਾਈ ਪੁਲਿਸ ਕਸਟਡੀ 'ਚ ਉਹਦੇ ਤੇ ਵੀ ਦਬਾਅ ਪੈਂਦਾ। ਸੋ ਹੁਣ ਇਹ ਮਸਲੇ ਦੀ ਜਿਹੜੀ ਜਾਂਚ ਆ ਗਈ ਉਹ ਨਿਰਪੱਖ ਤੌਰ ਦੇ ਉੱਤੇ ਹੋਣੀ ਚਾਹੀਦੀ ਹੈ। ਪੁਲਿਸ ਨੂੰ ਇਹ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ ਕਿ ਉਹ ਕਿਸੇ ਵੀ ਵਿਅਕਤੀ ਨੂੰ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦੇਵੇ। ਪੁਲਿਸ ਨੂੰ ਇਹ ਅਧਿਕਾਰ ਹੋਣਾ ਚਾਹੀਦਾ ਕਿ ਉਹ ਕਿਸੇ ਵਿਅਕਤੀ ਨੂੰ ਅਦਾਲਤ ਦੇ ਵਿੱਚ ਲੈ ਕੇ ਜਾਵੇ। ਇਹ ਅਦਾਲਤ ਦਾ ਕੰਮ ਹੈ ਕਿ ਉਸ ਨੂੰ ਕੀ ਸਜ਼ਾ ਸੁਣਾਉਣੀ ਆ ਜੀ। ਅੱਛਾ ਜੀ, ਨਾਲੇ ਦੱਸਿਓ ਕਿ ਅਧਿਆਪਕ ਜਿਹੜੇ ਕੱਚੇ ਨੇ ਉਹਨਾਂ ਦਾ ਰੇੜਕਾ ਨੇ ਹਲੇ ਤੱਕ ਉਸ ਤਰ੍ਹਾਂ ਹੀ ਹੈ ਤੇ ਬੜੀ ਚਿਰ ਹੋ ਗਿਆ ਉਹਨਾਂ ਨੂੰ ਸੰਘਰਸ਼ ਵਿੱਢੇ ਨੂੰ, ਆਲਮੋਸਟ ਇਹ ਸਾਰਾ ਹੀ 4.5 ਸਾਲ। ਤੇ ਉਧਰੋਂ ਪਿੰਡਾਂ ਵਾਲਿਆਂ ਨੇ ਵੀ ਕਹਿ ਦਿੱਤਾ ਵੀ ਜਦ ਤੱਕ ਜਿਹੜਾ ਇਹ ਕਿਸਾਨ ਮਸਲਾ ਨਿਬੜਦਾ ਨਹੀਂ, ਕਿਸੇ ਵੀ ਰਾਜਨੀਤਿਕ ਬੰਦੇ ਨੂੰ ਪਿੰਡ ਨਹੀਂ ਬਣ ਦੇਣਾ। ਜੀ ਗਿੱਲ ਸਾਹਿਬ, ਦੇਖੋ ਅਧਿਆਪਕਾਂ ਦਾ ਵੀ ਮਸਲਾ ਬੜਾ ਗੰਭੀਰ ਹੈ। ਇਹਨਾਂ ਅਧਿਆਪਕਾਂ ਨੂੰ ਬਹੁਤ ਸਾਲ ਹੋ ਗਏ, 10-10, 15-15 ਸਾਲ ਹੋ ਗਏ। ਕੋਈ 5000 ਤੇ ਆ, ਕੋਈ 7000 ਦੇ ਉੱਤੇ ਆ, ਕੋਈ 6000 ਦੇ ਉੱਤੇ ਆ, ਔਰ ਬੜੀਆਂ ਨਿਗੂਣੀਆਂ ਤਨਖਾਹਾਂ ਦੇ ਉੱਤੇ ਇਹ ਰੁਜ਼ਗਾਰ ਕਰ ਰਹੇ ਨੇ। ਕਹਿਣ ਨੂੰ ਰੁਜ਼ਗਾਰ ਆ, ਉਂਝ ਅਰਧ ਬੇਰੁਜ਼ਗਾਰੀ ਦੀ ਭੱਠੀ 'ਚ ਪਿਸ ਰਹੇ ਨੇ। ਇਹਨਾਂ ਦਾ ਪੱਕਾ ਮੋਰਚਾ ਮੋਹਾਲੀ ਚੱਲ ਰਿਹਾ ਜੀ। ਕੱਚੇ ਅਧਿਆਪਕਾਂ ਨੇ ਪੱਕਾ ਮੋਰਚਾ ਜੜਤਾ ਔਰ ਉੱਥੇ ਅੱਜ ਇਹਨਾਂ ਦੀਆਂ ਮੀਟਿੰਗਾਂ ਦਾ ਦੌਰ ਚੱਲਿਆ। ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਹੋਈਆਂ। ਜਿਹੜਾ ਐਜੂਕੇਸ਼ਨ ਸੈਕਟਰੀ ਇਹਨਾਂ ਨੇ ਭਰਤੀ ਕੀਤਾ ਕ੍ਰਿਸ਼ਨ ਕੁਮਾਰ, ਜਿਹੜਾ ਦਾਅਵੇ ਤਾਂ ਬਹੁਤ ਵੱਡੇ ਵੱਡੇ ਕਰਦਾ, ਕਹਿੰਦਾ ਵੀ ਮੈਂ ਐਜੂਕੇਸ਼ਨ ਨੂੰ ਪੂਰੇ ਭਾਰਤ 'ਚ ਪੰਜਾਬ ਵਾਲੀ ਨੂੰ ਨੰਬਰ 1 ਦੇ ਉੱਤੇ ਲੈ ਗਿਆ। ਪਰ ਹਕੀਕਤ ਦੇ ਵਿੱਚ ਉਹ ਐਡਮਿਨਿਸਟ੍ਰੇਟਰ ਐਡਾ ਮਤਲਬ ਹੈਗਾ ਵਿਅਕਤੀ ਕਿ ਉਹ ਡੰਡੇ ਦੇ ਨਾਲ ਐਜੂਕੇਸ਼ਨ ਸਿਸਟਮ ਚਲਾਉਣਾ ਚਾਹੁੰਦਾ। ਉਂਝ ਤਾਂ ਚਾਹੀਦਾ ਹੀ ਨਹੀਂ ਕਿ IAS ਅਫਸਰ ਹੋਣ, ਸਿੱਖਿਆ ਸ਼ਾਸਤਰੀ ਹੋਣੇ ਚਾਹੀਦੇ ਨੇ ਇਹੋ ਜਿਹੀਆਂ ਪੋਸਟਾਂ ਦੇ ਉੱਤੇ। ਖੈਰ ਫਿਰ ਵੀ ਗਿੱਲ ਸਾਹਿਬ ਹੁਣ ਮਸਲਾ ਬੜਾ ਗੰਭੀਰ ਬਣ ਚੁੱਕਿਆ ਗਾ। ਪੰਜਾਬ ਦੇ ਕੱਚੇ ਮੁਲਾਜ਼ਮ ਨੇ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਨੇ, ਉਹ ਸਰਕਾਰ ਦੇ ਖਿਲਾਫ ਨਿੱਤਰੇ ਹੋਏ ਨੇ। ਲੇਕਿਨ ਸਰਕਾਰ ਆ ਜਿਹੜੀ ਉਹ ਇਹਨਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਆਪਦੇ ਰੇੜਕੇ ਚੁਲਝੀ ਹੋਈ ਆ। ਦੂਸਰਾ ਹੈ ਕਿ ਕਿਸਾਨ ਸੰਘਰਸ਼ ਜਿਹੜਾ ਚੱਲ ਰਿਹਾ, ਉਹਨਾਂ ਨੇ ਹੁਣ ਐਲਾਨ ਕਰ ਦਿੱਤਾ ਕਿਸਾਨ ਆਗੂਆਂ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਮਸਲਾ ਬਣ ਰਿਹਾ ਹੈਗਾ ਉਹ ਬਣ ਰਿਹਾ ਰਾਜਨੀਤਿਕ। ਪੰਜਾਬ ਦੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਕਹਿੰਦੀਆਂ ਸੀ ਅਸੀਂ ਕਿਸਾਨਾਂ ਦੇ ਨਾਲ ਆ, ਕਾਂਗਰਸ ਵੀ ਕਹਿੰਦੀ ਸੀ ਕਿਸਾਨਾਂ ਦੇ ਨਾਲ ਆ, ਉਹ ਆਪਦੀ 2022 ਦੀ ਤਿਆਰੀ 'ਚ ਜੁਟੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਉਹਨਾਂ ਤੋਂ ਪਹਿਲਾਂ 2022 ਦੀ ਤਿਆਰੀ 'ਚ ਜੁਟੇ ਹੋਏ ਨੇ, ਇਹ ਵੀ ਕਹਿੰਦੇ ਸੀ ਅਸੀਂ ਕਿਸਾਨਾਂ ਦੇ ਨਾਲ ਆ। ਸੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਸਮੇਤ ਆਮ ਆਦਮੀ ਪਾਰਟੀ ਦੇ ਕਿਸਾਨ ਮਸਲਾ ਤਾਂ ਭੁੱਲ ਹੀ ਗਏ ਇਹਨਾਂ ਨੂੰ, ਗਿੱਲ ਸਾਹਿਬ, ਰਾਜਨੀਤਿਕ ਆਗੂਆਂ ਨੂੰ। ਸੋ ਕਿਸਾਨ ਜਥੇਬੰਦੀਆਂ ਨੇ ਹੁਣ ਸੱਦਾ ਦਿੱਤਾ ਹੈ ਕਿ ਭਾਈ ਪਿੰਡਾਂ 'ਚ ਕਿਸੇ ਨੂੰ ਨਾ ਵੜਨ ਦਿਓ, ਚਾਹੇ ਜਿਹੜਾ ਮਰਜ਼ੀ ਰਾਜਨੀਤਿਕ ਪਾਰਟੀ ਦਾ। ਪਹਿਲਾਂ ਇਕੱਲੇ ਭਾਜਪਾ ਦਾ ਵਿਰੋਧ ਕਰਦੇ ਸੀ, ਦੂਜਿਆਂ ਦਾ ਵੀ ਵਿਰੋਧ ਕਰੋ ਵੀ ਉਨਾ ਚਿਰ ਤੁਹਾਨੂੰ ਰਾਜਨੀਤੀ ਦੀ ਗੱਲ ਨਹੀਂ ਕਰਨ ਦੇਣੀ 2022 ਦੀ, ਜਿੰਨਾ ਚਿਰ ਕਿਸਾਨ ਮਸਲੇ ਦਾ ਹੱਲ ਨਹੀਂ ਕਰਾਉਂਦੇ। ਸੋ ਕਿਸਾਨ ਜਥੇਬੰਦੀਆਂ ਨੇ ਸੱਦਾ ਦਿੱਤਾ। ਦੂਜੇ ਬੰਨੇ ਅੱਜ ਮਨੋਹਰ ਲਾਲ ਖੱਟਰ ਨੇ, ਹਰਿਆਣਾ ਦੇ ਮੁੱਖ ਮੰਤਰੀ ਨੇ, ਅਮਿਤ ਸ਼ਾਹ ਨੂੰ ਮਿਲਿਆ ਔਰ ਅਮਿਤ ਸ਼ਾਹ ਨੂੰ ਉਹਨੇ ਕਿਹਾ ਗਾ, ਕਹਿੰਦਾ ਮੈਂ ਇੱਕ ਰਿਪੋਰਟ ਤਿਆਰ ਕਰਕੇ ਦਿੱਤੀ ਹੈ ਮਨੋਹਰ ਲਾਲ ਖੱਟਰ ਹਰਿਆਣਾ ਦੇ ਮੁੱਖ ਮੰਤਰੀ ਨੇ ਕਿ ਕਿਸਾਨ ਨੇ ਜਿਹੜੇ ਉਹ ਨੈਤਿਕ ਕਾਰਵਾਈਆਂ ਕਰ ਰਹੇ ਨੇ ਇੱਥੇ, ਉਹ ਇੱਥੇ ਗਲਤ ਵਿਵਹਾਰ ਕਰ ਰਹੇ ਨੇ। ਔਰ ਉਹ ਜਾਣੀ ਕਿ ਕੁੱਲ ਮਿਲਾ ਕੇ ਅਮਿਤ ਸ਼ਾਹ ਨੂੰ ਕਹਿ ਰਹੇ ਵੀ ਇਹਨਾਂ ਨੂੰ ਛੇਤੀ ਦੇ ਕੇ ਉਠਾਓ, ਤੇ ਅਮਿਤ ਸ਼ਾਹ ਨੇ ਉਹਨੂੰ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ।
ਸੋ ਇਧਰੋਂ ਝੋਨਾ ਲੱਗ ਜਾਣਾ ਗਿੱਲ ਸਾਹਿਬ 5-4 ਦਿਨਾਂ ਦੇ ਵਿੱਚ ਤੇ ਕਿਸਾਨ ਵੀ ਤਕੜੇ ਹੋ ਕੇ ਦਿੱਲੀ ਨੂੰ ਜਿਹੜੀ ਦੁਬਾਰੇ ਤਿਆਰੀ ਖਿੱਚ ਰਹੇ ਨੇ ਜੀ। 20 ਤਰੀਕ ਵਾਲੀ ਗੱਲ ਹੈ ਜਿਹੜੀ ਕਾਂਗਰਸ 'ਚ ਬੜਾ ਉਹਦਾ ਖਲਾਰਾ ਪਿਆ ਹੋਵੇ, 20 ਤਰੀਕ ਨੂੰ ਕੀ ਹੋ ਸਕਦਾ ਹੈ? ਖੈਰੇ ਹੋਣੀ ਰਾਹੁਲ ਨੂੰ ਮਿਲੇ ਨੇ, ਕਿਹੜੀ ਗੱਲ ਚੱਲ ਰਹੀ ਹੈ ਜੀ? ਜੀ ਗਿੱਲ ਸਾਹਿਬ, ਦੇਖੋ ਲੱਗਦਾ ਹੈਗਾ ਕਿ ਪੰਜਾਬ ਸਰਕਾਰ 'ਚ ਵੀ ਫੇਰ-ਬਦਲ ਹੋਣ ਜਾ ਰਿਹਾ, ਪੰਜਾਬ ਕਾਂਗਰਸ 'ਚ ਵੀ ਫੇਰ-ਬਦਲ ਹੋਣ ਜਾ ਰਿਹਾ ਹੈ। ਕਾਂਗਰਸ ਦਾ ਪ੍ਰਧਾਨ ਵੀ ਬਦਲਿਆ ਜਾ ਸਕਦਾ ਹੈ ਔਰ ਪੰਜਾਬ ਦੇ ਕੈਬਨਿਟ ਮੰਤਰੀ ਵੀ ਬਦਲੇ ਜਾ ਸਕਦੇ ਨੇ। ਇੱਕ ਤਾਂ ਇਹਨਾਂ ਦੀ ਇਹ ਪ੍ਰਾਪਤੀ ਹੋਈ ਵੀ 4.5 ਸਾਲਾਂ 'ਚ ਕੈਪਟਨ ਅਮਰਿੰਦਰ ਉਹਨਾਂ ਜਿਹੜਾ ਪੰਜਾਬ 'ਚ ਨਹੀਂ ਰਿਹਾ ਜਿੰਨਾ ਪਿਛਲੇ ਗਿੱਲ ਸਾਹਿਬ 4.5 ਹਫ਼ਤਿਆਂ 'ਚ ਰਹਿ ਗਿਆ। ਇਹ ਇੱਕ ਵੱਡੀ ਪ੍ਰਾਪਤੀ ਹੈ। ਦੂਸਰੀ ਇਹ ਕਿ ਜਦੋਂ 3 ਮੈਂਬਰੀ ਜਿਹੜੀ ਕਾਂਗਰਸ ਦੀ ਟੀਮ ਬਿਠਾਈ ਸੀ, ਉਹਨਾਂ ਨੇ ਕੱਲੇ ਵਿਧਾਇਕ ਨੂੰ ਪੁੱਛਿਆ। ਉਹਨਾਂ ਨੇ 100 ਦੇ ਲਗਭਗ ਜਿਹੜੇ ਇਹਨਾਂ ਦੇ ਕੁਝ ਵਿਧਾਇਕਾਂ ਨਾਲ, ਮੰਤਰੀਆਂ ਨਾਲ, ਰਾਜ ਸਭਾ ਮੈਂਬਰਾਂ ਨਾਲ, ਲੋਕ ਸਭਾ ਮੈਂਬਰਾਂ ਨਾਲ, ਕੁਝ ਹਾਰੇ ਹੋਏ ਵਿਧਾਇਕਾਂ ਨਾਲ ਜਦੋਂ ਗੱਲਬਾਤ ਕੀਤੀ ਉੱਥੇ, ਉਹਨਾਂ ਨੂੰ ਪੁੱਛਿਆ ਵੀ ਭਾਈ ਤੁਹਾਨੂੰ ਗਿਲਾ ਕੀ ਆ। ਸਭ ਤੋਂ ਵੱਡੀ ਗੱਲ ਸਾਹਿਬ ਜਿਹੜੀ ਗੱਲ ਸਾਹਮਣੇ ਆਈ, ਉਹ ਕਹਿੰਦੇ ਜੀ ਸਾਨੂੰ ਸਭ ਤੋਂ ਵੱਡੀ ਸਮੱਸਿਆ ਹੈ ਕਿ ਸਾਡਾ ਮੁੱਖ ਮੰਤਰੀ ਸਾਨੂੰ ਹੀ ਨਹੀਂ ਮਿਲਦਾ। ਕਈਆਂ ਨੇ ਤਾਂ ਕਿਹਾ ਵਿਧਾਇਕਾਂ ਨੇ, ਉਹ ਕਹਿੰਦੇ ਜੀ ਸਾਨੂੰ ਤਾਂ ਸਾਲ 2 ਸਾਲ ਹੋ ਗਏ ਸੀ ਤਾਂ ਮੁੱਖ ਮੰਤਰੀ ਸਾਹਿਬ ਦੀ ਆਵਾਜ਼ ਹੀ ਨਹੀਂ ਸੁਣੀ। ਤਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਲੱਗਿਆ ਮੇਰੇ ਖਿਲਾਫ ਸਭ ਤੋਂ ਵੱਡੀ ਗੱਲ ਇਹ ਹੋ ਰਹੀ ਆ, ਤਾਂ ਉਹਨੇ ਹੁਣ ਪਿਛਲੇ 4 ਦਿਨਾਂ ਤੋਂ MLA ਸੱਦੇ ਨੇ, ਮੰਤਰੀ ਸੱਦੇ ਨੇ ਔਰ ਕਈਆਂ ਨੂੰ ਤਾਂ ਪਹਿਲੀ ਵਾਰ ਮਿਲਿਆ ਹੋ ਮੈਨੂੰ ਲੱਗਦਾ ਸ਼ਾਇਦ ਜਦੋਂ ਤੋਂ ਸਰਕਾਰ ਬਣੀ ਉਸ ਤੋਂ ਬਾਅਦ ਤੋਂ, ਤੇ ਹੁਣ ਉਹਨਾਂ ਦੀ ਗੱਲਬਾਤ ਸੁਣ ਰਿਹਾ ਔਰ ਲੱਗਦਾ ਵੱਡੇ ਫੇਰ-ਬਦਲ ਦੀ ਤਿਆਰੀ ਹੈ। ਉਧਰੋਂ ਰਾਜਕੁਮਾਰ ਵੇਰਕਾ ਵੀ ਲੱਗਦਾ ਗਾ ਕਿ ਉਹਨੂੰ ਲੱਗਦਾ ਕਿ ਮੈਂ ਉਪ ਮੁੱਖ ਮੰਤਰੀ ਬਣ ਸਕਦਾ। ਉਧਰੋਂ ਵੀ ਪਤਾ ਲੱਗ ਰਿਹਾ ਗਿੱਲ ਸਾਹਿਬ ਕਿ ਨਵਜੋਤ ਸਿੱਧੂ ਤਿਆਰ ਨਹੀਂ ਉਪ ਮੁੱਖ ਮੰਤਰੀ ਦੇ ਉਹਦੇ ਲਈ। ਉਹ ਕਹਿੰਦਾ ਜੇ ਮੈਂ ਬਣ ਵੀ ਗਿਆ ਫੇਰ ਵੀ ਚੱਲਣੀ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਆ। ਉਹ ਕਹਿੰਦਾ ਫੇਰ ਵੀ ਮਤਲਬ ਮੈਨੂੰ ਤਾਂ ਕਿਸੇ ਨੇ ਪੁੱਛਣਾ ਨਹੀਂ। ਤੇ ਅਜਿਹੇ ਦੇ ਵਿੱਚ ਹੁਣ ਕੀ ਹੱਲ ਕੱਢਦੀ ਹੈ ਸੋਨੀਆ ਗਾਂਧੀ? 20 ਜੂਨ ਨੂੰ ਵੀ ਕੋਈ ਹੱਲ ਨਿਕਲਦਾ ਜਾਂ ਨਹੀਂ ਨਿਕਲਦਾ, ਇਹਦੇ ਤੇ ਬਹੁਤ ਸਾਰੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਜੀ। ਮਲੇਰਕੋਟਲਾ ਜਦ ਹੁਣ ਬਣਿਆ ਆਪਣਾ ਜ਼ਿਲ੍ਹਾ, ਸਿੱਖ ਪਰਿਵਾਰ ਨੇ ਜ਼ਮੀਨ ਦਿੱਤੀ ਹੈ ਜੀ ਮਸਜਿਦ ਲਈ। ਜੀ ਗਿੱਲ ਸਾਹਿਬ, ਮਲੇਰਕੋਟਲਾ ਜਦੋਂ ਜ਼ਿਲ੍ਹਾ ਬਣਿਆ ਤਾਂ ਇੱਕ ਸਿੱਖ ਪਰਿਵਾਰ ਨੇ, ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਨੇੜੇ ਇੱਕ ਪਿੰਡ ਪੈਂਦਾ ਹੈ ਜਿੱਤਵਾਲ ਕਲਾਂ, ਉੱਥੇ ਇੱਕ ਸਿੱਖ ਪਰਿਵਾਰ ਨੇ ਆਪਣੀ ਜ਼ਮੀਨ ਦਿੱਤੀ ਹੈਗੀ। ਉਹਨਾਂ ਦੀ ਪਿੰਡ ਦੇ ਬਿਲਕੁਲ ਵਿਚਾਲੇ ਇੱਕ ਰਿਹਾਇਸ਼ੀ ਜਗ੍ਹਾ ਸੀਗੀ ਔਰ ਉਹਨਾਂ ਨੇ ਉਹ ਰਿਹਾਇਸ਼ੀ ਜਗ੍ਹਾ ਮਸਜਿਦ ਬਣਾਉਣ ਲਈ ਦਿੱਤੀ ਹੈ ਸਿੱਖ ਪਰਿਵਾਰ ਨੇ। ਉਹ ਕਿਉਂਕਿ ਮਲੇਰਕੋਟਲੇ ਦੇ ਜਿਹੜੇ ਆਸ-ਪਾਸ ਦੇ ਪਿੰਡ ਨੇ, ਉਹਨਾਂ ਸਾਰੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਮੁਸਲਮਾਨ ਭਾਈਚਾਰੇ ਦੇ ਲੋਕ ਰਹਿੰਦੇ ਨੇ ਔਰ ਉੱਥੇ ਮਸਜਿਦ ਹੈ ਨਹੀਂ ਸੀ। ਉਹਨਾਂ ਨੂੰ ਜਿਹੜਾ ਨਮਾਜ਼ ਅਦਾ ਕਰਨ ਲਈ ਨੇੜਲੇ ਪਿੰਡ ਜਾਣਾ ਪੈਂਦਾ ਸੀ, ਜਿਸ ਤੋਂ ਸਿੱਖ ਭਾਈਚਾਰੇ ਦੇ ਇੱਕ ਪਰਿਵਾਰ ਨੇ ਜਗ੍ਹਾ ਦਿੱਤੀ। ਔਰ ਗਿੱਲ ਸਾਹਿਬ ਅੱਜ ਇੱਕ ਹੋਰ ਪਰਿਵਾਰ ਨੇ, ਉਹਨਾਂ ਦੀ ਨਾਲ ਲੱਗਦੀ ਸੀ ਜਗ੍ਹਾ, ਉਹ ਕਹਿੰਦੇ ਥੋੜੀ ਨਾ ਰਹਿ ਜੇ, 1.5 ਵਿਸਵਾ ਉਹਨਾਂ ਦਾ ਨਾਲ ਲੱਗਦਾ ਸੀ। ਉਹ ਕਹਿੰਦੇ ਅਸੀਂ ਸਾਡੇ ਵੱਲੋਂ 1.5 ਵਿਸਵਾ ਵੀ। ਔਰ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਛੋਟੀ ਬੱਚੀ, ਉਹਨੇ ਆਪਦਾ ਘਰੇ ਛੋਟਾ ਗੱਲਾ ਬਣਾਇਆ ਹੋਇਆ ਸੀਗਾ ਔਰ ਪਿਛਲੇ 3.5 ਸਾਲ ਤੋਂ ਬੁਗਣੀ ਦੇ ਵਿੱਚ ਉਹ ਧਨ ਰਾਸ਼ੀ ਜਮ੍ਹਾਂ ਕਰ ਰਹੀ ਸੀ, ਉਹ ਵੀ ਲੈ ਗਈ। ਕਹਿੰਦੀ 1.5 ਵਿਸਵਾ ਤਾਂ ਬਾਪੂ ਨੇ ਦਿੱਤਾ ਮੇਰੇ ਵੱਲੋਂ। ਸੋ ਇਹ ਜਿਹੜੀ ਭਾਈਚਾਰਕ ਸਾਂਝ ਮਿਲ ਰਹੀ ਹੈ। ਪਿੰਡ ਭਲੂਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਗਿੱਲ ਸਾਹਿਬ ਜਿਹੜੇ ਸ਼ਾਹੀ ਇਮਾਮ ਆਏ ਸੀਗੇ, ਉੱਥੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਮਸਜਿਦ ਦਾ ਨੀਂਹ ਪੱਥਰ ਆ ਜਿਹੜਾ ਉਹ ਰੱਖਿਆ ਗਿਆ। 1947 ਤੋਂ ਪਹਿਲਾਂ ਉੱਥੇ ਮਸਜਿਦ ਹੁੰਦੀ ਸੀ ਔਰ 1947 ਤੋਂ ਬਾਅਦ ਉਹ ਢਹਿ ਢੇਰੀ ਹੋ ਗਈ ਸੀ, ਤਾਂ ਦੁਬਾਰੇ ਬਣਾਉਣ ਦੇ ਲਈ ਨੀਂਹ ਪੱਥਰ ਰੱਖਿਆ ਗਿਆ। ਸੋ ਭਾਈਚਾਰਕ ਸਾਂਝ, ਭਾਈਚਾਰਕ ਏਕਤਾ ਦੀ ਮਿਸਾਲ ਜਿਹੜੀ ਪੰਜਾਬ ਦੇ ਪਿੰਡਾਂ 'ਚ ਆ ਰਹੀ ਆ, ਉਹ ਸਦਕੇ ਜਾਈਏ ਉਸ ਮਿਸਾਲ ਦੇ ਜੀ। ਤੇ ਨਾਲ ਹੀ ਇਹ ਦੱਸਿਓ ਕਿ ਜਿਹੜਾ ਕੁੰਭ ਹੋਇਆ ਤੀ, ਕੁੰਭ ਦੇ ਉੱਪਰ ਨਕਲੀ ਰਿਪੋਰਟਾਂ ਤਿਆਰ ਕਰ ਦਿੱਤੀਆਂ ਜੀ ਕਰੋਨਾ ਦੀਆਂ। ਜੀ ਗਿੱਲ ਸਾਹਿਬ, ਦੇਖੋ ਇਹ ਹੁਣ ਜਾਂਚ ਰਿਪੋਰਟ ਆ ਜਿਹੜੀ ਸਾਹਮਣੇ ਆਈ ਆ ਕਿ ਉੱਤਰਾਖੰਡ ਦੇ ਜਿਹੜਾ ਵਿੱਚ ਕੁੰਭ ਦਾ ਮੇਲਾ ਹੋਇਆ ਸੀ, ਮੇਲੇ ਦੇ ਦੌਰਾਨ ਹਰਿਦੁਆਰ ਸ਼ਹਿਰ ਦੇ ਵਿੱਚ ਸਿਹਤ ਵਿਭਾਗ ਨੇ ਜਿਹੜੀਆਂ ਉਹ ਲਗਭਗ 1 ਲੱਖ ਵਿਅਕਤੀਆਂ ਦੀਆਂ ਜਿਹੜੀਆਂ ਕਰੋਨਾ ਵਾਇਰਸ ਜਾਂਚ ਸੰਬੰਧੀ ਨਕਲੀ ਰਿਪੋਰਟਾਂ ਤਿਆਰ ਕੀਤੀਆਂ। ਔਰ ਇਹ ਮਸਲਾ ਗਿੱਲ ਸਾਹਿਬ ਨਹੀਂ ਤਾਂ ਖੁੱਲ੍ਹਣਾ ਨਹੀਂ ਸੀ ਸ਼ਾਇਦ। ਮਸਲਾ ਕਿਵੇਂ ਖੁੱਲਿਆ? ਫਰੀਦਕੋਟ ਦਾ ਰਹਿਣ ਵਾਲਾ ਵਿਪਨ ਮਿੱਤਲ ਆ। ਵਿਪਨ ਮਿੱਤਲ ਨੂੰ ਇੱਕ ਮੈਸੇਜ ਆਉਂਦਾ ਕਿ ਤੁਹਾਡੀ ਕਰੋਨਾ ਰਿਪੋਰਟ ਨੈਗੇਟਿਵ ਆਈ ਆ। ਉਹ ਕਹਿੰਦਾ ਮੈਂ ਤਾਂ ਰਿਪੋਰਟ ਕਰਾਈ ਨਹੀਂ, ਮੇਰੀ ਨੈਗੇਟਿਵ ਕਿਵੇਂ ਆ ਗਈ? ਉਹਨੇ ਜਾ ਕੇ ਸਰਕਾਰ ਨਾਲ, ਪ੍ਰਸ਼ਾਸਨ ਨਾਲ ਗੱਲ ਕੀਤੀ ਡਿਸਟ੍ਰਿਕਟ ਲੈਵਲ ਦੇ ਉੱਤੇ, ਉਹਨਾਂ ਨੇ ਉਹਦੀ ਗੱਲ ਨਹੀਂ ਸੁਣੀ। ਤਾਂ ਉਸ ਤੋਂ ਬਾਅਦ ਉਹ ਘਰੇ ਨਹੀਂ ਬੈਠਿਆ, ਉਹਨੇ ਸਿਹਤ ਵਿਭਾਗ ਨਾਲ ਰਾਬਤਾ ਕੀਤਾ, ਉੱਥੇ ਵੀ ਗੱਲ ਨਾ ਬਣੀ। ਤਾਂ ਉਹਨੇ ਇਸ ਮਸਲੇ ਦੇ ਵਿੱਚ ਦਿਲਚਸਪੀ ਦਿਖਾਈ, ਪਹਿਲਾਂ ਆਨਲਾਈਨ ਰਿਪੋਰਟ ਹਾਸਲ ਕਰ ਲਈ ਆਪਦੀ ਨੈਗੇਟਿਵ ਹਾਸਲ ਕਰਕੇ ਉਸ ਤੋਂ ਬਾਅਦ ਉਹਨੇ ਭਾਰਤੀ ਜਿਹੜੀ ਮੈਡੀਕਲ ਖੋਜ ਸੰਸਥਾ ਹੈ ICMR, ਉਹਦੇ ਤੱਕ ਰਿਪੋਰਟ ਕੀਤੀ। ਉਹਨੂੰ ਕਹਿੰਦਾ ਵੀ ਇਹਦੀ ਪੜਤਾਲ ਹੋਣੀ ਚਾਹੀਦੀ ਹੈ, ਮੈਂ ਕੋਈ ਨਮੂਨਾ ਨਹੀਂ ਦਿੱਤਾ, ਕੋਈ ਟੈਸਟ ਨਹੀਂ ਕਰਾਇਆ, ਮੇਰੀ ਰਿਪੋਰਟ ਨੈਗੇਟਿਵ ਆਈ ਆ। ਉਹਨਾਂ ਨੇ ਜਦੋਂ ਪਤਾ ਲੱਗਿਆ, ਉਹ ਕਹਿੰਦੇ ਤੇਰੀ ਰਿਪੋਰਟ ਹਰਿਦੁਆਰ ਸ਼ਹਿਰ ਦੇ ਵਿੱਚ ਨੈਗੇਟਿਵ ਆਈ ਆ।
ਔਰ ਉੱਥੋਂ ਗਿੱਲ ਸਾਹਿਬ ਪਤਾ ਲੱਗਿਆ ਵੀ 1 ਲੱਖ ਬੰਦੇ ਦੀ ਰਿਪੋਰਟ ਨੈਗੇਟਿਵ ਆਈ ਆ, ਔਰ ਉਹ 1 ਲੱਖ ਬੰਦਾ ਟੈਸਟ ਦੇਣ ਹੀ ਨਹੀਂ ਗਿਆ। ਤਾਂ ਉਦੋਂ ਬਾਅਦ ਪਤਾ ਲੱਗਿਆ ਵੀ ਇਹ ਕਿਉਂ ਤਿਆਰ ਕੀਤੀਆਂ ਗਈਆਂ। ਫਿਰ ਪਤਾ ਲੱਗਿਆ ਵੀ ਤਾਂ ਤਿਆਰ ਕੀਤੀਆਂ ਗਈਆਂ ਤਾਂ ਕਿ ਫਰਜ਼ੀ ਰਿਪੋਰਟਾਂ ਰਾਹੀਂ ਇਹ ਦਿਖਾਇਆ ਜਾ ਸਕੇ ਕਿ ਹਰਿਦੁਆਰ ਵਿੱਚ ਕਰੋਨਾ ਤਾਂ ਹੈ ਹੀ ਨਹੀਂ, ਔਰ ਅਜਿਹੀਆਂ 1 ਲੱਖ ਰਿਪੋਰਟਾਂ ਨੈਗੇਟਿਵ ਦਿਖਾ ਕੇ ਦਿਖਾਤਾ ਅੰਕੜਿਆਂ 'ਚ ਕਿ 2.8% ਆ ਜਿਹੜੀ ਉਹ ਕਰੋਨਾ ਪੋਜ਼ਿਟਿਵ ਆ ਇੱਥੇ, ਜਦ ਕਿ ਉਹਦੇ ਨਾਲ ਦੇ ਉੱਤਰਾਖੰਡ ਦੇ ਬਾਕੀ 12 ਜ਼ਿਲ੍ਹਿਆਂ ਦੇ ਵਿੱਚ ਉਸ ਵਕਤ ਕਰੋਨਾ ਦੀ ਪੋਜ਼ਿਟਿਵ ਦਰ ਆ ਜਿਹੜੀ ਉਹ 14.2% ਸੀਗੀ। ਸੋ ਵੱਟ ਨਾ ਵੱਟ ਲੱਗਦੀ ਹੋਵੇ ਜ਼ਿਲ੍ਹੇ ਦੀ ਤੇ ਇੰਨਾ ਫਰਕ ਪੈ ਜੇ। ਸੋ ਹੁਣ ਇਹ ਸਾਰਾ ਮਸਲਾ ਸਾਹਮਣੇ ਆਇਆ, ਲੇਕਿਨ ਹੁਣ ਗਿੱਲ ਸਾਹਿਬ ਸਮਾਂ ਕਾਫੀ ਨਿਕਲ ਚੁੱਕਿਆ ਜੀ। ਅੱਛਾ, ਮਮਤਾ ਬੈਨਰਜੀ ਦੀ ਦੇ ਦਿਓ ਜੀ ਖਬਰ ਆਖਰੀ ਕਿ ਮਮਤਾ ਬੈਨਰਜੀ ਦੇ ਨੇੜੇ ਦੇ ਬੰਦੇ ਜਿਹੜੇ ਛੱਡ ਰਹੇ ਨੇ ਭਾਜਪਾ ਨੂੰ, ਉਹਨਾਂ ਦੀ ਸਿਕਿਉਰਿਟੀ ਬੰਦ ਹੋ ਰਹੀ ਹੈ ਜੀ। ਜੀ ਗਿੱਲ ਸਾਹਿਬ ਦੇਖੋ, ਮੁਕਲ ਰਾਏ ਭਾਰਤੀ ਜਨਤਾ ਪਾਰਟੀ ਛੱਡ ਗਿਆ, ਹੁਣ ਤੱਕ ਉਹਨੂੰ Z+ ਸਿਕਿਉਰਿਟੀ ਸੀ। 24-25 CRPF ਦੇ ਜਵਾਨ ਉਹਦੇ ਨਾਲ ਤੁਰਦੇ ਸੀ ਜਦੋਂ ਤੁਰਦਾ ਸੀ, CISF ਦੇ ਵੀ ਜਵਾਨ ਨਾਲ ਤੁਰਦੇ ਸੀ। ਹੁਣ ਜਦੋਂ ਵੀ ਭਾਰਤੀ ਜਨਤਾ ਪਾਰਟੀ ਛੱਡ ਗਿਆ, ਮਮਤਾ ਬੈਨਰਜੀ ਦੀ ਪਾਰਟੀ ਜੁਆਇਨ ਕਰ ਗਿਆ, ਉਹਦੀ Z+ ਸਿਕਿਉਰਿਟੀ ਵਾਪਸ ਹੋ ਗਈ। ਤਾਂ ਇਹ ਦੇਖੋ ਕਿਸ ਤਰ੍ਹਾਂ ਦਾ ਮਸਲਾ। ਜੇ ਹੁਣ ਇਹਦੇ ਤੇ ਗਿੱਲ ਸਾਹਿਬ ਇੱਕ ਹਾਸੋਹੀਣ ਟਿੱਪਣੀ ਕਰਨੀ ਹੋਵੇ ਤਾਂ ਇਹ ਕਹਿ ਸਕਦੇ ਆ ਕਿ ਭਾਈ ਭਾਜਪਾ ਵਾਲਿਆਂ ਨੂੰ ਪਤਾ ਹੈ ਵੀ ਜਿੱਦੇ ਭਾਜਪਾ ਛੱਡ ਗਿਆ ਉਹਦੇ ਉਹਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ, ਜਿੰਨਾ ਚਿਰ ਭਾਜਪਾ 'ਚ ਸੀ ਉਹਨੇ ਨਹੀਂ ਖਤਰਾ ਸੀਗਾ। ਸੋ ਇਹਦਾ ਤਾਂ ਇਹੀ ਸਿੱਟਾ ਕੱਢਿਆ ਜਾ ਸਕਦਾ ਹੈਗਾ। ਤਾਂ ਇਹ ਜੋ BJP ਦੇਖੋ ਹਥਕੰਡੇ ਬਣਾ ਰਹੀ ਹੈ ਵੀ ਜਿਹੜਾ ਤਾਂ ਉਹਨਾਂ ਨਾਲ ਆ ਗਿਆ ਉਹ ਤਾਂ ਬਹੁਤ ਮਤਲਬ ਉਹਨੂੰ ਜਿਹੜੀ ਆ ਆਰਾਮਦਾਇਕ ਸਹੂਲਤਾਂ ਵੀ ਮਿਲਣਗੀਆਂ, ਉਹਨੂੰ ਸਿਕਿਉਰਿਟੀ ਮਿਲੂ, ਠਾਠ ਨਾਲ ਜ਼ਿੰਦਗੀ ਜਿਉਣ ਦਾ, ਲੋਕਾਂ ਦੇ ਉੱਤੇ ਦਹਿਸ਼ਤ ਪਾਉਣ ਦਾ ਇੱਕ ਢੰਗ ਵੀ ਮਿਲੂਗਾ। ਲੇਕਿਨ ਜਿਹੜਾ ਉਹਨਾਂ ਨੂੰ ਛੱਡ ਗਿਆ ਉਹ ਤੋਂ ਫਿਰ ਸਿਕਿਉਰਿਟੀ ਵੀ ਵਾਪਸ, ਇਨਫੋਰਸਮੈਂਟ ਡਾਇਰੈਕਟੋਰੇਟ ਵੀ ਉਹਦੇ ਪਿੱਛੇ, CBI ਵੀ ਉਹਦੇ ਪਿੱਛੇ, NIA ਵੀ ਉਹਦੇ ਪਿੱਛੇ, ਕੇਂਦਰੀ ਏਜੰਸੀਆਂ ਸਾਰੀਆਂ ਉਹਦੇ ਪਿੱਛੇ ਲਾ ਦਿਓ। ਤਾਂ ਇਹ ਜਿਹੜਾ ਰਵੱਈਆ ਹੈਗਾ ਗਿੱਲ ਸਾਹਿਬ, ਪਹਿਲਾਂ ਇਹ ਮਸਲੇ ਟੇਢੇ ਢੰਗ ਨਾਲ ਹੁੰਦੇ ਸੀ, ਹੁਣ ਸਿੱਧੇ ਹੀ ਸਰਕਾਰਾਂ ਦੇ ਮਤਲਬ ਜਿਹੜਾ ਸਾਰਾ ਕੁਝ ਜੱਗ ਜ਼ਾਹਰ ਹੋਣ ਲੱਗ ਗਿਆ ਕਿ ਕਿਸ ਤਰੀਕੇ ਦੇ ਨਾਲ ਬਿਹੇਵ ਕਰਦੀਆਂ ਨੇ ਸਰਕਾਰਾਂ ਜੀ। ਧੰਨਵਾਦ ਜੀ, ਕੱਲ ਫੇਰ ਸਵੇਰੇ 9:15 ਵਜੇ ਗੱਲਬਾਤ ਹੋਏਗੀ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਸਰ ਨਵਕਿਰਨ ਸਿੰਘ ਪੱਤੀ ਦੇਸ਼ ਪੰਜਾਬ ਦੇ ਝਰੋਖੇ ਚੋਂ ਗੱਲਬਾਤ ਕਰ ਰਹੇ ਸੀ, ਪੱਤੀ ਸੇਖਵਾਂ ਬਰਨਾਲਿਓਂ। ਸਰਦਾਰ ਸਤਿੰਦਰਪਾਲ ਸਿੰਘ ਬਰਾੜ ਹੋਣੀ ਇਸ ਦੇ ਸਪਾਂਸਰ ਨੇ। 604-906 7413 ਤੁਸੀਂ ਜਾਇਦਾਦ ਖਰੀਦਣੀ ਆ, ਵੇਚਣੀ ਆ ਤਾਂ 604-906 7413। ਜਿਹੜੇ ਟਰੱਕਰਸ ਦੇ ਵੈਕਸੀਨ ਲੱਗਣੀ ਆ, ਸੌਰੀ ਮੈਂ ਉਹਨੂੰ ਥੋੜ੍ਹੀ ਜਿਹੀ ਕਰੈਕਟ ਕਰ ਦਿਆਂ, ਸੈਕੰਡ ਡੋਜ਼ ਨਹੀਂ ਜੀ ਲੱਗਣੀ, ਸਿਰਫ ਫਸਟ ਡੋਜ਼ ਇਹ ਲੱਗਣੀ ਆ। ਅੱਜ ਪੌਪ ਅਪ ਜਿਹੜਾ ਕਲੀਨਿਕ ਜਿਹੜਾ ਏਰੀਆ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, 91 ਦਾ ਕੱਲ੍ਹ ਦਾ ਬੰਦ ਕੀਤਾ ਹੋਇਆ, ਅੱਜ ਤਿਆਰੀ ਕਰ ਰਹੇ ਸੀ, ਉਹ ਸਵੇਰੇ ਵੀ ਮੈਂ ਵੇਖਿਆ। ਅਤੇ ਪੁਲ ਆਊਟ ਡੈਲਟਾ ਦਾ ਜਿਹੜਾ ਜਿੱਥੇ ਪਾਣੀ ਭਰਦੇ ਸੀ ਆਪਾਂ, ਵਾਟਰਸ਼ੈੱਡ ਵਾਲਾ ਏਰੀਆ, ਵਾਟਰਸ਼ੈੱਡ ਪਾਰਕ ਦੇ ਨਾਲ 10 ਵਜੇ ਤੋਂ 4 ਵਜੇ ਤੱਕ ਤੁਸੀਂ ਆਪਣੀ ਵੈਕਸੀਨ ਦਾ ਪਹਿਲਾ ਸ਼ਾਟ ਲਵਾ ਸਕਦੇ। ਸਾਰਿਆਂ ਦਾ ਧੰਨਵਾਦ ਜੀ, ਜਿੱਥੇ ਵੀ ਬੈਠੇ ਹੋ। 9:38 ਹੋਏ ਨੇ। ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਕਿ 10 ਵਜੇ ਤੋਂ ਬਾਅਦ ਅੱਜ ਕੈਨੇਡਾ ਦੇ ਮੂਲ ਵਾਸੀਆਂ ਦੀ ਲੜੀ ਤੁਹਾਡੇ ਨਾਲ ਸ਼ੁਰੂ ਕਰਨੀ ਹੈ। ਵੱਧ ਤੋਂ ਵੱਧ ਮੈਂ ਕੋਸ਼ਿਸ਼ ਕਰਾਂਗਾ, ਬਹੁਤ ਪੁਰਾਣਾ ਸੱਭਿਆਚਾਰ ਹੈ, ਇਹ ਜਾਣਕਾਰੀ ਦੇਣ ਦਾ ਮਤਲਬ ਇਹ ਹੈ, ਅਸੀਂ ਬੜੇ ਸ਼ਬਦ ਸਾਡੇ ਅਲੱਗ ਨੇ, ਤਾਊ ਕੇ, ਫਸਟ ਨੇਸ਼ਨ, ਨੇਟਿਵ ਅਤੇ ਜੇ ਉਹ ਇਹ ਅੱਜ ਆਪਾਂ ਇਸ ਨੂੰ ਸ਼ੁਰੂ ਕਰਾਂਗੇ ਅਤੇ ਇਹਨਾਂ ਦੀ ਜਾਣਕਾਰੀ ਵੱਧ ਤੋਂ ਵੱਧ ਦੇ ਕੇ 5-7 ਜਿਹੜੀਆਂ ਕੈਟੇਗਰੀਜ਼ ਦੇ 5-7 ਲੜੀਆਂ ਦੇ ਵਿੱਚ ਇਸ ਨੂੰ ਖਤਮ ਕਰਾਂਗੇ। ਜੂਨ 21 ਜਿਹੜਾ ਅਫੀਸ਼ਲੀ ਡਿਕਲੇਅਰਡ ਹੈ ਨੈਸ਼ਨਲ ਐਬੋਰੀਜਨਲ ਡੇ, ਅਤੇ ਉਹ ਵੀ ਸੋਮਵਾਰ ਨੂੰ ਉਸ ਦੇ ਦਿਨ ਵੀ ਗੱਲਬਾਤ ਹੋਏਗੀ। ਹੁਣ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰਨੀ ਹੈ, ਉਦੋਂ ਪਹਿਲਾਂ ਦੱਸਾਂ ਕਿ ਪਹਿਲੇ ਘੰਟੇ ਨੂੰ ਦਿਲਾਵਰੀ ਆਟੋ ਗਰੁੱਪ ਤੁਹਾਡੇ ਤੱਕ ਲੈ ਕੇ ਆਇਆ। ਬਹੁਤ ਵੱਡੀ ਇਹ ਗੱਡੀਆਂ ਵੇਚਣ ਵਾਲਾ ਇੱਕ ਗਰੁੱਪ ਹੈ, ਕਾਰਾਂ, ਅਤੇ 76 ਦੇ ਕਰੀਬ ਇਹਨਾਂ ਦੀਆਂ ਡੀਲਰਸ਼ਿਪ ਨੇ, ਫਰੈਂਚਾਈਜ਼ ਨੇ, ਅਤੇ 5 ਇਹਨਾਂ ਦੇ ਸੂਬਿਆਂ ਦੇ ਵਿੱਚ 35 ਕਿਸਮ ਦੀਆਂ ਕਾਰਾਂ ਅਤੇ ਮਾਡਲ ਇਹ ਵੇਚਦੇ ਆ। ਅਤੇ ਤੁਸੀਂ ਕੋਈ ਗੱਡੀ ਇਹਨਾਂ ਵੱਲੋਂ ਵੇਚੀ ਹੋਈ ਲੈਣੀ ਹੋਵੇ ਤਾਂ ਨੈਬ ਢੀਂਡਸਾ ਹੋਣਾ ਨਾਲ ਤੁਸੀਂ ਗੱਲਬਾਤ ਕਰਿਓ ਜਾ ਕੇ। ਲੈਂਗਲੀ ਬਾਈਪਾਸ 'ਤੇ ਮੈਨੇਜਰ ਨੇ ਸਾਡੇ ਨੈਬ ਢੀਂਡਸਾ ਸੀ। ਬ੍ਰਿਜ ਮੋਹਨ ਐਂਡ ਐਸੋਸੀਏਟਸ ਧੜੱਲੇਦਾਰ ਵਕੀਲ ਪ੍ਰੋਗਰਾਮ ਦੇ ਸਪਾਂਸਰ ਨੇ। ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਇਹ ਹੈ ਕਿ ਅਸੀਂ ਜਿਹੜੇ ਵਿਸਿਨਟੀ 'ਚ ਰਹਿੰਦੇ ਹਾਂ, ਕਿਸੇ ਸ਼ਹਿਰ 'ਚ ਰਹਿੰਦੇ ਹਾਂ, ਸੂਬੇ 'ਚ ਰਹਿੰਦੇ ਹਾਂ, ਦੇਸ਼ 'ਚ ਰਹਿੰਦੇ ਹਾਂ,
ਉਹਦੇ ਤੋਂ ਸਾਡੀ ਬਹੁਤ ਵੱਡੀ ਆਸ ਹੈ ਕਿ ਸਾਡਾ ਆ ਹੋਵੇ, ਸਾਡਾ ਆ ਹੋਵੇ, ਸਾਡਾ ਆ ਹੋਵੇ, ਸਾਨੂੰ ਇੱਥੇ ਕਰਨ, ਸਾਨੂੰ ਇੱਥੇ ਸਾਂਭਣ, ਅਸੀਂ ਟੈਕਸ ਦਿੰਦੇ ਹਾਂ। ਬਿਲਕੁਲ ਠੀਕ ਹੈ, ਅਸੀਂ 100 ਤੋਂ 40-50 ਡਾਲਰ ਦਿੰਦੇ ਹਾਂ, ਤਾਂ ਅਸੀਂ ਚਾਹੁੰਦੇ ਵੀ ਹਾਂ ਕਿ ਸਾਡੀ ਜਿਹੜੀ ਵੀ ਮਦਦ ਹੋਵੇ। ਪਰ ਕਈ ਵਾਰ ਸਾਡੇ ਕੁਝ ਡਿਸੀਜ਼ਨ ਸਵੈ ਵਿਰੋਧੀ ਹੋ ਜਾਂਦੇ ਨੇ। ਸਵੈ ਵਿਰੋਧੀ ਜਿਹੜੇ ਸਾਡੀਆਂ ਗੱਲਾਂ ਨੇ ਉਹ ਲੌਂਗ ਟਰਮ ਤੇ ਕਦੇ ਸਾਨੂੰ ਜਿਹੜਾ ਹੈ ਉਹ ਮੁਸ਼ਕਲ ਪੈਦਾ ਕਰ ਸਕਦੀਆਂ ਨੇ ਲੰਮੇ ਸਮੇਂ 'ਚ। ਟੈਕਨੋਲੋਜੀ ਨੇ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਇਸ ਨੇ ਬਹੁਤ ਕੁਝ ਸਾਡਾ ਖੋ ਲੈਣਾ। ਇੱਕ ਕਿਸ਼ਤੀ ਜਿਹੜੀ ਇੰਗਲੈਂਡ ਤੋਂ ਅਮਰੀਕਾ ਲਈ ਠਿੱਲੀ ਹੋਈ ਆ ਪਾਣੀ ਦੇ ਵਿੱਚ, ਜਿਹੜੀ ਟੋਟਲੀ ਆਰਟੀਫਿਸ਼ੀਅਲ ਇੰਟੈਲੀਜੈਂਸੀ ਨਾਲ ਆ ਰਹੀ ਹੈ, ਜਿਹਦੇ ਵਿੱਚ ਕੋਈ ਵੀ ਕੈਪਟਨ ਨਹੀਂ, ਕੋਈ ਵੀ ਸੇਲਰ ਨਹੀਂ, ਕੁਛ ਨਹੀਂ ਹੈ, ਸਭ ਜਿਹੜਾ ਕੰਟਰੋਲ ਕੀਤਾ ਇੱਕ ਜਗ੍ਹਾ ਬੈਠ ਕੇ। ਜਿਹੜਾ ਆਪ ਚੱਲਣ ਵਾਲੇ ਟਰੱਕ, ਉਸ ਤੋਂ ਬਾਅਦ ਐਮਾਜ਼ੋਨ ਕੀ ਪਲਾਨ ਕਰ ਰਿਹਾ ਹੈ? ਐਮਾਜ਼ੋਨ ਇਹ ਪਲਾਨ ਕਰ ਰਿਹਾ ਵੀ ਆਉਣ ਵਾਲੇ ਸਮੇਂ 'ਚ ਉਹਦੇ ਵੇਅਰ ਹਾਊਸਿਸ ਦੇ ਵਿੱਚੋਂ ਸਭ ਕੁਝ ਹੀ ਆਟੋਮੇਸ਼ਨ ਤੇ ਜਾਣਾ ਹੈ। ਟੈਲਰਸ ਜਿਹੜੇ ਨੇ ਖਤਮ ਹੋ ਰਹੇ ਨੇ ਵੱਡਿਆਂ ਸਟੋਰਾਂ 'ਚ, ਜਿਹੜਾ ਸੈਲਫ ਚੈੱਕਆਊਟ ਹੈ ਉਹਦੇ 'ਚ ਬੰਦੇ ਜਾਂਦੇ ਆ, 2 ਮਿੰਟ 'ਚ ਬਾਹਰ ਹੋ ਜਾਂਦੇ ਆ। ਇਹਨੇ ਇਫੈਕਟ ਕਿੱਥੇ ਪਾਉਣਾ? ਸਾਰੀ ਚੀਜ਼ ਨੇ ਸਾਡੀ ਜ਼ਿੰਦਗੀਆਂ ਦੇ ਵਿੱਚ। ਹੁਣ ਕੀ ਸ਼ੁਰੂ ਹੋਇਆ ਭਾਈਚਾਰੇ ਦੇ ਵਿੱਚ, ਜਿਹੜਾ ਜਿਹਦੇ ਲਈ ਡਰਾਈਵਰ ਜਿਹੜੇ ਨੇ ਉਹ ਕੰਪਲੇਂਟ ਕਰ ਰਹੇ ਨੇ। ਵੱਡੀਆਂ ਟਰਾਂਸਪੋਰਟ ਕੰਪਨੀਆਂ ਜਿਹੜੀਆਂ ਸਾਡੀ ਟਰੱਕਿੰਗ ਕੰਪਨੀਆਂ ਤੇ ਟੈਕਸੀ ਕੰਪਨੀਆਂ, ਉਹ ਡਿਸਪੈਚ ਦਾ ਸਿਸਟਮ ਚੱਕ ਕੇ ਭਾਰਤ ਤੇ ਪਾਕਿਸਤਾਨ 'ਚ ਲੈ ਕੇ ਜਾ ਰਹੇ ਨੇ। ਲੈ ਗਏ ਆਲਰੇਡੀ, ਤਾਂ ਵੱਡੀਆਂ ਟੈਕਸੀਆਂ ਕੰਪਨੀਆਂ ਵਾਲੇ ਵੀ ਲੈ ਗਏ, ਟਰੱਕਿੰਗ ਵਾਲੇ ਵੀ ਲੈ ਗਏ। ਇੱਕ ਟਰੱਕਰ ਉਹ ਕਹਿੰਦਾ ਬੰਬੇ ਬੈਠਾ, ਮੈਨੂੰ ਡਿਸਪੈਚਰ ਕਹੀ ਚੱਲੇ ਵੀ ਬਸ ਤੂੰ ਆਹ 176 ਕੱਢ, ਵਿਦਨ 50 ਮਿੰਟਸ ਯੂ ਆਰ ਇਨ ਐਬਸਫੋਰਡ। ਹੁਣ ਉਹ ਉੱਥੇ ਬੈਠਾ ਹੈ। ਇੱਕ ਟੈਕਸੀ ਡਰਾਈਵਰ ਕਹਿੰਦਾ ਵੀ ਡਿਸਪੈਚ ਨੂੰ ਫੋਨ ਕੀਤਾ ਤੇ ਬਈ ਕਸਟਮਰ ਕਹਿੰਦਾ ਵੀ ਮੈਂ, ਪਹਿਲੀ ਤਾਂ ਗੱਲ ਲੈਂਗੁਏਜ ਦਾ ਬਹੁਤ ਵੱਡਾ, ਐਕਸੈਂਟ ਦਾ ਬਹੁਤ ਵੱਡਾ ਇਸ਼ੂ ਆ। ਰਾਮ ਹੋਣੀ ਰੋਬਰਟ ਬਣ ਰਹੇ ਨੇ, ਹਰਭਜਨ ਸਿੰਘ ਹੋਣੀ ਹੈਰੀ ਬਣ ਰਹੇ ਨੇ, ਤੇ ਜਮਾਲ ਖਾਨ ਹੋਣੀ ਜਿੰਮੀ ਬਣ ਰਹੇ ਨੇ। ਉਹ ਕਹਿੰਦਾ ਬਈ ਮੈਨੂੰ ਆ ਜੀ, ਜਸਟ ਮੈਂ ਪਿੱਛੇ ਐਲੀ 'ਚ ਖੜਾ, ਟੈਕਸੀ ਵਾਲੇ ਨੂੰ ਕਹੀਂ ਪਿਕ ਮੀ ਅਪ ਫਰੋਮ ਐਲੀ। ਹੁਣ ਜਿਹੜਾ ਲਾਹੌਰ ਬੈਠਾ ਉਹਨੂੰ ਐਲੀ ਦਾ ਕੀ ਪਤਾ ਕੀ ਐਲੀ ਹੈ। ਚਲੋ ਇਹ ਚੀਜ਼ਾਂ ਤੋਂ ਪਹਿਲਾਂ ਮੈਂ ਜਿਹੜੀ ਗੱਲ ਕਰਦਾ, ਜਦ ਉਬਰ ਆਇਆ ਨਾ, ਉਬਰ ਆਉਣ ਤੇ 6 ਮਹੀਨੇ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ, ਟੈਕਨੋਲੋਜੀ ਮਾਰ ਗਈ ਹੋਏ, ਟੈਕਨੋਲੋਜੀ ਖਾ ਗਈ ਹੋਏ, ਟੈਕਨੋਲੋਜੀ ਨੇ ਸਾਨੂੰ ਰੋਟੀ ਸਾਡੇ ਹੱਥੋਂ ਖੋਹ ਲਈ, ਗਵਰਨਮੈਂਟ ਕੁਛ ਨਹੀਂ ਕਰਦੀ, ਇਹਨਾਂ ਨੇ ਲਿਬਰਲ ਵਾਲਿਆਂ ਨੇ ਲੈ ਆਉਣਾ ਸੀ, NDP ਵਾਲੇ ਵਾਅਦਾ ਕਰ ਗਏ, NDP ਵਾਲੇ ਕੁਛ ਨਹੀਂ ਕਰਦੇ, ਇਹਨਾਂ ਨੂੰ ਵੋਟਾਂ ਨਾ ਪਾਓ ਜਾਂ ਇਹਨਾਂ ਨੂੰ ਵੋਟਾਂ ਪਾ ਦਿਓ, ਉਹਨੂੰ ਹਰਾ ਦਿਓ, ਉਹਨੂੰ ਜਿਤਾ ਦਿਓ। ਬਿਨਾਂ ਲਾਇਸੈਂਸ ਪਲੇਟ ਤੇ ਲਾਰਜੈਸਟ ਕੰਪਨੀ ਕਿਵੇਂ ਬਣ ਗਈ? ਅਸੀਂ ਇੰਨੇ ਚਿਰਾਂ ਦੇ, ਆਪਾਂ ਪਤਾ ਹੀ ਨਹੀਂ ਕਿੰਨੇ ਟਾਕ ਸ਼ੋ ਕੀਤੇ ਨੇ ਵੀ ਸ਼ਰਾਬੀਆਂ ਨੂੰ ਇਹ ਢੋਂਦੇ ਨੇ ਤੇ ਮੁਸ਼ਕਲਾਂ 'ਚ ਇਹ ਢੋਂਦੇ ਨੇ, ਤੇ ਹੁਣ ਇਹ ਕਿੱਧਰ ਨੂੰ ਜਾਣ? ਇਹ ਟੈਕਨੋਲੋਜੀ ਸਾਨੂੰ ਖਾ ਜੂਗੀ, ਅਸੀਂ ਕਿੱਧਰ ਨੂੰ ਜਾਵਾਂਗੇ? ਅਸੀਂ ਭੁੱਖੇ ਮਰ ਗਏ, ਸਾਡੇ ਕੰਮ ਖੜ ਗਏ, ਅਸੀਂ ਰੋਟੀਆਂ, ਸਾਡੀਆਂ ਟੈਕਸੀਆਂ 5 ਲੱਖ ਦੀਆਂ 50,000 ਦੀਆਂ ਹੋ ਗਈਆਂ। ਹੁਣ ਸਾਡਾ ਲਾਲਚ, ਸਾਡਾ ਲੋਭ ਐਡਾ ਹੋ ਗਿਆ ਕਿ ਇਹਨਾਂ ਹੀ ਕੰਪਨੀਆਂ ਦੇ ਵਿੱਚ 20-30 ਸਾਲਾਂ ਤੋਂ ਵਿੱਚ ਜਿਹੜੇ ਡਿਸਪੈਚਰ ਕੰਮ ਕਰਦੇ ਸੀ ਲੋਕ, ਉਹਨਾਂ ਕੰਪਿਊਟਰਾਂ ਤੇ ਬਹਿੰਦੇ ਸੀ, ਉਹਨਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ, ਕਿਉਂਕਿ ਡਿਸਪੈਚ ਦਾ ਸਿਸਟਮ ਚੱਕ ਕੇ ਕੋਈ ਭਾਰਤ ਲਿਜਾ ਰਿਹਾ, ਕੋਈ ਪਾਕਿਸਤਾਨ ਲੈ ਕੇ ਜਾ ਰਿਹਾ।
ਕੰਪਨੀ ਵਾਲੇ ਡਿਸਪੈਚ ਇੱਥੇ 20 ਬੰਦੇ ਬੈਠੇ ਜਿਨ੍ਹਾਂ ਨੇ ਲੋਕਲ ਕਮਿਊਨਿਟੀ ਦੇ ਵਿੱਚ ਲੋਕਲ ਕਮਿਊਨਿਟੀ ਦੇ ਮੈਂਬਰ ਲੋਕਲ ਆਰਥਿਕਤਾ ਦੇ ਵਿੱਚ $5,000 ਲੈ ਕੇ ਜਾਣਾ ਸੀ। ਜਿਹੜੇ $5,000 ਦੇ ਸਿਰ ਤੇ ਲੋਕ ਆਪਣਾ ਕਿਸੇ ਦਾ ਬੱਚਾ ਯੂਨੀਵਰਸਿਟੀ ਜਾ ਰਿਹਾ, ਕਿਸੇ ਨੇ ਟਾਊਨ ਹਾਊਸ ਲਿਆ, ਕਿਸੇ ਨੇ ਕੌਂਡੋ ਲਿਆ, ਸਾਰਿਆਂ ਦਾ ਸੱਤਿਆਨਾਸ਼ ਹੋ ਰਿਹਾ, ਗੜਬੜ ਹੋ ਰਹੀ ਹੈ ਬਹੁਤ ਵੱਡੀ। ਹੁਣ ਸਰਕਾਰਾਂ ਨੂੰ ਅਸੀਂ ਦੋਸ਼ ਇੰਨਾ ਦਿੱਤਾ ਕਿ ਸਾਡਾ ਇਹਨਾਂ ਨੇ ਸੱਤਿਆਨਾਸ਼ ਕਰਤਾ, ਉਬਰ ਨੂੰ ਲੈ ਆਏ, ਇਹਨੂੰ ਲੈ ਆਏ, ਉਹਨੂੰ। ਹੁਣ ਪਰ ਆਪ ਕੁਛ ਕੁ ਡਾਲਰ ਬਚਾਉਣ ਦੇ ਲਈ ਆਪਣੀਆਂ ਕੰਪਨੀਆਂ ਦੇ ਡਿਸਪੈਚ, ਟਰੱਕਿੰਗ ਕੰਪਨੀਆਂ ਵਾਲੇ, ਟੈਕਸੀਆਂ ਵਾਲੇ ਕੈਨੇਡਾ ਤੋਂ BC ਚੋਂ ਬਾਹਰ ਲੈ ਕੇ ਜਾ ਰਹੇ ਨੇ। ਹੁਣ ਇਹ ਦੂਹਰਾ ਮਾਪਦੰਡ ਹੈ ਸਰਕਾਰ ਦਾ। ਤਾਂ ਤੁਸੀਂ ਸੱਤਿਆਨਾਸ਼ ਕਰਤਾ ਬਈ ਉਹ ਤਾਂ ਜੀ ਇਹ ਉਬਰ ਲੈ ਕੇ ਹੀ ਕਿਉਂ ਆਏ, ਇਹਨਾਂ ਨੂੰ ਵੋਟਾਂ ਨਾ ਪਾਇਓ ਲਿਬਰਲ ਵਾਲਿਆਂ ਨੂੰ, ਇਹਨਾਂ ਨੇ ਉਬਰ ਛੇਤੀ ਲੈ ਆਉਣਾ। NDP ਨੂੰ ਲਿਆਓ, ਇਹ ਹੌਲੀ ਲੈ ਕੇ ਆਓ। ਤੇ NDP ਨੇ ਵਾਅਦੇ ਦੇ ਮੁਤਾਬਕ ਬਹੁਤ ਕੁਝ ਤੁਹਾਡਾ ਬਰਾਬਰ ਕਰਤਾ। ਤੁਹਾਡਾ ਇੰਸ਼ੋਰੈਂਸ ਜਿਹੜਾ 20,000 ਸਾਲ ਦਾ ਸੀ ਉਹ 5-4 ਹਜ਼ਾਰ ਹੀ ਰਹਿ ਗਿਆ। ਜੇ $15,000 $20,000 ਸਾਲ ਦਾ ਇੰਸ਼ੋਰੈਂਸ ਦਾ ਬਚਣ ਲੱਗਿਆ। ਮੀਟਰ ਚੱਲਦਾ ਤਾਂ ਇੰਸ਼ੋਰੈਂਸ ਦਾ ਮੀਟਰ ਚੱਲਦਾ, ਨਹੀਂ ਤਾਂ ਕੋਈ ਇੰਸ਼ੋਰੈਂਸ ਨਹੀਂ। ਪਰ ਹੁਣ ਅਸੀਂ ਆਪ ਗਲਤੀਆਂ ਕਰਦੇ ਹਾਂ। ਕੱਲ੍ਹ ਨੂੰ ਤੁਸੀਂ ਕਿਵੇਂ ਕਹੋਗੇ ਇਹਨਾਂ ਸਰਕਾਰਾਂ ਨੂੰ ਵੀ ਭਾਈ ਕੰਪੀਟੀਸ਼ਨ ਵਾਲੀ ਕੋਈ ਬੰਦਾ ਨਾ ਲੈ ਕੇ ਆਇਓ, ਇੱਥੇ ਕੋਈ ਨਵਾਂ ਕੰਪੀਟੀਸ਼ਨ ਵਾਲਾ ਨਾ ਲੈ ਕੇ ਆਇਓ, ਸਾਨੂੰ ਤੰਗੀ ਨਾ ਕਟਾਇਓ, ਸਾਡਾ ਅਸੀਂ ਇੰਨੇ ਚਿਰ ਦੇ ਸਰਵ ਕਰ ਰਹੇ ਹਾਂ, ਸਾਡੀ ਫੇਥਫੁਲਨੈਸ ਕਿੱਥੇ ਆ, 50 ਸਾਲ ਦੇ ਅਸੀਂ ਸ਼ੌਫਰ ਹਾਂ। ਪਰ ਜਿਹੜੇ 25-25 ਸਾਲਾਂ ਦੇ ਡਿਸਪੈਚਰ, ਕਾਲ ਟੇਕਰ ਤੁਹਾਡੀਆਂ ਕੰਪਨੀਆਂ 'ਚ ਬੈਠੇ, ਜਦ ਉਹਨਾਂ ਦੀਆਂ ਨੌਕਰੀਆਂ ਖੋਹ ਰਹੇ ਆ, ਉਹਨਾਂ ਦੀ ਜਸਟੀਫਿਕੇਸ਼ਨ ਕੀ ਹੈ? ਫਰਕ ਕੀ ਹੈ ਕਿ ਜੇ ਮੰਥਲੀ ਚਾਰਜਸ 600 ਨੇ ਤਾਂ ਉਹਦਾ 500 ਹੋ ਜੂ, 450 ਹੋ ਜੂ। $100-150 ਦੇ ਖਰਚੇ ਘੱਟ ਨੇ ਇੱਕ ਮਹੀਨੇ ਦੇ। $3 ਦਿਹਾੜੀ ਦੇ, $3 ਦਿਹਾੜੀ ਦੇ ਇੱਕ ਕੌਫੀ ਦਾ ਕੱਪ ਤੇ ਇੱਕ ਡੋਨਟ ਹੈ। ਤੇ ਉਹਦੇ ਲਈ ਉਹ ਬੰਦੇ ਜਿਨ੍ਹਾਂ ਨੇ ਤੁਹਾਡੀ ਕੰਪਨੀ ਬਿਲਡ ਕਰਨ ਲਈ 20-20 ਸਾਲ 25-25 ਸਾਲ ਰਹੇ, ਉਹਨਾਂ ਦੀਆਂ ਨੌਕਰੀਆਂ ਅਸੀਂ ਖੋਹ ਰਹੇ ਹਾਂ। ਸਟੈਂਡਰਡ ਕੀ ਹੈ ਸਾਡਾ? ਸਾਡਾ ਡਿਵਿਡਾ ਅਸੀਂ ਕਿਉਂ ਜੋੜਦੇ ਹਾਂ? ਟਰੱਕਿੰਗ ਕੰਪਨੀਆਂ ਦੇ ਡਿਸਪੈਚਰ, ਕਾਲ ਟੇਕਰ ਜਿਹੜੇ ਪਰਸਨਲੀ ਬੰਦੇ ਨੂੰ ਜਾਣਦੇ ਨੇ, ਬਈ ਫਲਾਣਾ ਕਿੱਥੇ ਰਹਿੰਦਾ, ਇਹਦੇ ਪਰਿਵਾਰ ਦੇ ਮੈਂਬਰ ਕੀ ਨੇ, ਇਹਨੂੰ ਹੁਣ ਘਰੇ ਆਉਣਾ ਪੈਣਾ, ਇਹਦੇ ਮਾਪੇ ਇਸ ਢਿੱਲੇ ਨੇ, ਇਹਦੇ ਬੱਚੇ ਨੇ, ਇਹਦਾ ਬੇਟੀ ਹੈ, ਇਹਨੂੰ ਮੈਂ ਕਿਵੇਂ ਲਿਆਵਾਂ, ਕੀ ਕਰਾਂ, ਉਹਦੇ ਨਾਲ ਤੁਹਾਡਾ ਬਾਉਂਡ ਹੈ। ਇੱਕ ਜਿਹੜਾ ਹੁਣ ਬੰਬੇ ਬੈਠਾ, ਉਹਨੂੰ ਕੀ ਪਤਾ ਧਿਆਨਾ ਕਿਹਦਾ ਫੁੱਫੜ ਹੈ, ਉਹਨੂੰ ਕੀ ਪਤਾ ਕਿੱਥੇ ਬੈਠਾ ਤੇ ਕਿੱਥੇ ਆਉਣਾ। ਤੁਸੀਂ ਸਿਰਫ ਬਈ ਕੰਪਨੀਆਂ ਦੇ 4 ਪੈਸੇ ਬਚ ਜਾਣ। ਜਿੱਦਣ ਅਸੀਂ ਪਿੱਟਦੇ ਸੀ ਉਬਰ ਤੇ ਜੀ, ਇਹ ਜੀ ਟੈਕਨੋਲੋਜੀ ਇਹ ਸਾਨੂੰ ਖਾ ਜੂਗੀ ਜੀ, ਇਹ ਤਾਂ ਬਦਮਾਸ਼ ਹੋਣਗੇ ਬੈਠਣਗੇ ਇਹਨਾਂ ਸੀਟਾਂ ਤੇ, ਇਹਨਾਂ ਦਾ ਕ੍ਰਿਮੀਨਲ ਚੈੱਕ ਨਹੀਂ ਹੋਣਾ, ਇਹ ਜੀ ਸੈਕਸ਼ੂਅਲੀ ਅਬਿਊਜ਼ ਕਰਤਾ ਜੀ, ਇਹਨੂੰ ਇਹ ਲਿਆਓ ਨਾ ਜੀ, ਇਹ ਇਹਨਾਂ ਨੂੰ ਤੇ ਹੁਣ ਆਪ ਅਸੀਂ ਕੀ ਕਰਦੇ ਹਾਂ? ਹੁਣ ਅਸੀਂ ਆਪਣੇ ਹੱਥੀਂ ਚੰਗੇ ਭਲੇ ਚੱਲਦੇ ਕੰਮ ਦੇ ਵਿੱਚੋਂ ਅਸੀਂ ਬੰਦਿਆਂ ਦੀਆਂ ਨੌਕਰੀਆਂ ਖੋਹ ਕੇ ਉਹਨਾਂ ਨੂੰ ਨੌਕਰੀ ਤੋਂ ਬਾਹਰ ਕਰ ਰਹੇ ਹਾਂ, ਜਿਨ੍ਹਾਂ ਨੂੰ 20 ਸਾਲ ਹੋ ਗਏ, 15 ਸਾਲ ਹੋ ਗਏ, 18 ਸਾਲ ਹੋ ਗਏ। ਬਹੁਤ ਟਰੱਕਿੰਗ ਕੰਪਨੀਆਂ ਨੇ, ਟੈਕਸੀ ਕੰਪਨੀਆਂ ਨੇ ਲਗਭਗ 70% ਆਲਰੇਡੀ ਡਿਸਪੈਚ ਜਿਹੜਾ ਉਹ ਭਾਰਤ ਤੇ ਪਾਕਿਸਤਾਨ 'ਚ ਲੈ ਗਏ। ਔਰ ਸਭ ਤੋਂ ਵੱਡੀ ਜਿਹੜੀ ਮੁਸ਼ਕਿਲ ਆਉਣੀ ਆ ਉਹ ਇਹ ਹੋਣੀ ਹੈ ਕਿ ਬਹੁਤ ਕੁਝ ਹੈ। ਇੱਕ ਕਸਟਮਰ ਦਾ ਫੋਨ ਨੰਬਰ, ਕਸਟਮਰ ਦਾ ਐਡਰੈਸ, ਕਸਟਮਰ ਦਾ ਨਾਂ, 3 ਚੀਜ਼ਾਂ ਚਲੇ ਗਈਆਂ। ਜਿੱਥੇ ਠੱਗ ਬੰਦੇ ਨਿੱਤ ਕਾਲ ਸੈਂਟਰ 'ਚ ਬੈਠ ਕੇ ਲੁੱਟ ਰਹੇ ਨੇ, ਹਜ਼ਾਰਾਂ ਹੀ ਬੰਦੇ ਭਾਰਤ 'ਚੋਂ ਫੜੇ ਨੇ, ਦਿੱਲੀ ਪੁਲਿਸ ਨੇ, ਬੰਬੇ ਪੁਲਿਸ ਨੇ, ਉੱਥੋਂ ਤੁਸੀਂ ਸਾਰਾ ਕੁਝ ਚੱਕ ਕੇ ਆਪਣਾ ਉਹਨਾਂ ਨੂੰ ਦੇ ਰਹੇ, ਜਿੱਥੇ ਸਭ ਕੁਝ ਵਿਕ ਸਕਦਾ। ਔਰ ਡਾਟੇ ਦੀ ਕੀਮਤ ਹੈ। ਹੈਰਾਨੀ ਦੀ ਗੱਲ ਹੈ ਵੀ ਇਹਦੀ ਜਸਟੀਫਿਕੇਸ਼ਨ ਕਿਵੇਂ ਹੋਏਗੀ? ਬਰਾੜ ਸਾਹਿਬ, ਲਾਈਨ ਨੰਬਰ 2, ਕੀ ਕਹਿਣਾ ਚਾਹੁੰਦੇ ਹੋ? ਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਆਪਾਂ ਵੀ ਟੈਕਸੀ ਇੰਡਸਟਰੀ 'ਚ ਕੰਮ ਕਰਦੇ ਹਾਂ ਪਿਛਲੇ 7-8 ਸਾਲ ਤੋਂ। ਪਹਿਲਾਂ ਵੀਰ ਜੀ ਗੱਲ ਇਹ ਸੀ ਨਾ ਵੀ ਪਹਿਲਾਂ $8,000 ਗ੍ਰੋਸ ਹੁੰਦੀ ਸੀਗੀ ਟੈਕਸੀ ਦੀ, ਹੈਨਾ।
ਉਹਦੇ ਚ 2000 ਆ, ਤੁਸੀਂ ਡਿਸਪੈਚ ਦਾ 1500 ਪੇ ਕਰਤਾ, 2000 ਕੁਛ ਇੰਸ਼ੋਰੈਂਸ ਦਾ 1500 ਪੇ ਕਰਤਾ, ਫਿਰ ਤੁਹਾਨੂੰ ਫਿਰ ਵੀ $6-7,000 ਤੁਸੀਂ ਘਰ ਨੂੰ ਲੈ ਜਾਂਦੇ ਸੀਗੇ। ਠੀਕ ਹੈ ਨਾ ਜੀ? ਉਹਦੇ ਚੋਂ ਸਰਵਾਈਵਲ ਸੀਗਾ। ਹੁਣ ਤੁਸੀਂ ਲਾ ਲਓ ਵੀ ਪਿਛਲੇ ਜਦ ਆਹ ਕੰਮ ਚੱਲਿਆ, ਜਦ ਟੈਕਸੀ ਕੰਪਨੀਆਂ ਨੇ ਵੀ ਸ਼ੁਰੂ ਕੀਤਾ, ਫਿਲੀਪੀਨ ਚ ਲੈ ਗਏ ਜਾਂ ਹੋਰ ਕਿਤੇ ਲੈ ਗਏ, ਰਾਈਟ? ਹੁਣ ਭਾਈ ਜੀ ਗ੍ਰੋਸ ਹੀ ਟੈਕਸੀ ਦੀ ਹੁਣ ਅੱਜ ਦੀ ਡੇਟ ਦੇ ਵਿੱਚ $3,000 ਗ੍ਰੋਸ ਹੈ ਨਹੀਂ ਮੰਥਲੀ ਟੈਕਸੀ ਦੀ। ਅੱਛਾ ਜੀ। ਹੁਣ 3,000 ਦੇ ਵਿੱਚੋਂ ਜੀ ਤੁਸੀਂ ਚਲੋ 400-500 ਇੰਸ਼ੋਰੈਂਸ ਦਾ ਕੱਢ ਦਈਏ, ਹੁਣ 2,000 ਡਿਸਪੈਚ ਦੇ ਜੇ ਦਿੰਨੇ ਆ ਤਾਂ ਫਿਰ ਵਾਈਬਲ ਨਹੀਂ ਨਾ ਰਹਿੰਦਾ ਕੰਮ। ਕਿੰਨੇ ਬਚਾਉਨੇ ਹੋ ਜੀ? ਕਿੰਨੇ ਬਰਾੜ ਸਾਹਿਬ ਉੱਥੇ ਲਿਜਾ ਕੇ ਕਿੰਨੇ ਪੈਸੇ ਬਚੇ? ਕਿੰਨਾ ਘਟ ਗਿਆ ਡਿਸਪੈਚ? ਡਿਸਪੈਚ ਦਾ ਜੀ ਅੱਧ ਦਾ ਫਰਕ ਪੈ ਜਾਂਦਾ ਗਿੱਲ ਸਾਹਿਬ। ਅੱਛਾ ਜੀ। ਜੇ ਪਹਿਲਾਂ ਜੀ $1,500 ਸੀ, ਤਕਰੀਬਨ ਤੁਹਾਡੀ ਤਕਰੀਬਨ 50% ਫਰਕ ਪੈ ਹੀ ਜਾਂਦਾ ਜੀ। ਬਾਕੀ ਵੀਰ ਜੀ ਗੱਲ ਜਿਹੜੀ ਜੋਬਾਂ ਦੀ ਹੈ ਨਾ, ਜੋਬਾਂ ਜਿਵੇਂ ਇੱਕ ਇੰਡਸਟਰੀ ਤੋਂ ਦੂਜੀ ਇੰਡਸਟਰੀ ਦੇ ਮੂਵ ਹੋ ਜਾਂਦੀਆਂ। ਤੁਸੀਂ ਐਮਾਜ਼ੋਨ ਦੀ ਗੱਲ ਕੀਤੀ ਹੈ, ਟੈਲਰਾਂ ਦੀ। ਪਹਿਲਾਂ ਚਲੋ ਟੈਲਰ ਹੁੰਦੇ ਸੀਗੇ, ਠੀਕ ਆ, ਸਾਰੇ ਅਸੀਂ ਜਾਂਦੇ ਸੀ ਵੀ ਚਲੋ ਟੈਲਰ ਨਾਲ ਤੁਹਾਡੀ ਕਮਿਊਨੀਕੇਸ਼ਨ ਵੀ ਹੁੰਦੀ ਸੀਗੀ, ਆਪਾਂ ਖੁਸ਼ ਹੁੰਦੇ ਸੀ, ਆਪਾਂ ਨੂੰ ਵਧੀਆ ਕਸਟਮਰ ਸਰਵਿਸ ਮਿਲਦੀ ਸੀਗੀ। ਹੁਣ ਵੀਰ ਜੀ ਆਹ ਦੇਖ ਲਓ, ਐਮਾਜ਼ੋਨ ਆ ਗਈ, ਆਪਣੇ ਕਿੰਨੇ ਮੁੰਡੇ ਸਟੂਡੈਂਟ ਆ, ਇਹ ਸਾਰੇ ਐਮਾਜ਼ੋਨ ਦੀ ਡਿਲੀਵਰੀਆਂ ਕਰਦੇ ਆ। ਐਮਾਜ਼ੋਨ ਦੇ ਕਿੱਡੇ ਵੱਡੇ ਵੱਡੇ ਵੇਅਰ ਹਾਊਸ ਆ, ਨਿਊ ਵੈਸਟ ਚ ਆ, ਸਰੀ ਚ ਆ, ਉੱਥੇ 6-6 ਬੰਦਾ ਕੰਮ ਕਰੀ ਜਾਂਦਾ ਜੀ। ਇਹ ਜਿੱਦਾਂ ਆਪਾਂ ਇਹ ਦੇਖੀਏ ਵੀ ਚੇਂਜ ਹੋ ਗਿਆ, ਇੱਕ ਪਾਸੇ ਜੋਬਾਂ ਹਟ ਕੇ ਉਹ ਦੂਜੇ ਪਾਸੇ ਚਲੀ ਗਈਆਂ ਜੀ। ਪਰ ਜੇ ਆਪਾਂ ਕਹਿੰਦੇ ਵੀ ਆਪਣਾ ਵੀ ਹਿਊਮਨ ਨੂੰ ਆਪਣੇ ਰੀਪਲੇਸ ਕਰ ਦੂਗੀ ਕੋਈ ਮਸ਼ੀਨ, ਮੈਨੂੰ ਤਾਂ ਲੱਗਦਾ ਨਹੀਂਗਾ, ਕਿਉਂਕਿ ਹਿਊਮਨ ਟੱਚ ਤਾਂ ਰਹਿਣੀ ਆ ਹਰੇਕ ਕੰਮ ਦੇ ਵਿੱਚ ਵੀ। ਜਿੰਨੇ ਮਰਜ਼ੀ ਮਾਸਟਰ ਕੰਪਿਊਟਰ ਆ ਗਏ, ਉਹਨਾਂ ਨੂੰ ਗਾਹਾਂ ਕੰਪਿਊਟਰ ਇੰਜੀਨੀਅਰ ਆਪਰੇਟ ਕਰ ਰਹੇ ਆ ਜਾਂ ਮੈਂ ਤਾਂ ਇਸ ਹਿਸਾਬ ਨਾਲ ਇਸ ਨੂੰ ਦੇਖਦਾ ਜੀ, ਜਿਹੜੇ ਹਿਸਾਬ ਨਾਲ ਤੁਸੀਂ ਅੱਧ ਦੇ ਕਰੀਬ ਡਿਸਪੈਚ ਬਚ ਰਿਹਾ। ਹਾਂਜੀ ਵੀਰ ਜੀ, ਹਾਂਜੀ। ਉੱਥੇ ਵੀ ਜੀ $2 ਕੋਸਟ ਕਰ ਰਿਹਾ ਜੀ ਤੁਹਾਨੂੰ ਡਿਸਪੈਚ ਤੇ, ਇੱਥੇ ਤੁਹਾਨੂੰ $200 ਕੋਸਟ ਕਰ ਰਿਹਾ ਡਿਸਪੈਚ। ਫਰਕ ਤਾਂ ਹੈਗਾ ਹੀ ਹੈ ਨਾ। ਠੀਕ ਹੈ ਨਾ ਵੀਰ ਜੀ? ਥੈਂਕ ਯੂ ਵੀਰ ਜੀ। ਸੋ ਇਹ ਬਰਾੜ ਸਾਹਿਬ ਕਹਿੰਦੇ ਬਈ ਅੱਧੇ ਤੋਂ, ਹਾਂ ਬਿਲਕੁਲ, ਖਰਚੇ ਜਿਹੜੇ ਕਮਾਈ ਆ ਜਿਹੜੀ ਉਹ ਘਟੀ ਹੈ। ਕਮਾਈ ਤਾਂ ਖਾਸੀ ਘਟੀ ਆ ਉਬਰ ਨੇ, ਪਰ ਉਬਰ ਤੋਂ ਦੁਬਾਰਾ ਟ੍ਰਾਂਜੀਸ਼ਨ ਆ ਜਿਹੜੀ ਟੈਕਸੀ ਵਾਲੇ ਪਾਸੇ ਨੂੰ ਹੋ ਰਹੀ ਹੈ। ਲੋਕ ਚਲਾ ਕੇ ਉਬਰ ਬਹੁਤ ਮੁੰਡੇ ਨੇ ਜਿਹੜੇ ਵਾਪਸ ਆ ਰਹੇ ਨੇ। ਸੋ ਇਹਦਾ ਮਤਲਬ ਟੈਕਨੋਲੋਜੀ ਟੇਕ ਓਵਰ ਕਰੇਗੀ। ਫਿਰ ਕੱਲ੍ਹ ਨੂੰ ਕੋਈ ਹੋਰ ਕਿਸੇ ਇੰਡਸਟਰੀ ਦੇ ਵਿੱਚ ਨਵੀਂ ਚੀਜ਼ ਆ ਕੇ ਉਸ ਨੂੰ ਸ਼ਫਲ ਕਰੇ ਤਾਂ ਸਾਡੀ ਜਸਟੀਫਿਕੇਸ਼ਨ ਨਹੀਂ ਉਸ ਸਮੇਂ ਰੌਲਾ ਪਾਉਣ ਦੀ, ਕਿਉਂਕਿ ਜਦ ਹੁਣ ਆਪਾਂ ਵੀ ਉਸ ਨੂੰ ਲਜਿੱਟੇ ਕਰ ਰਹੇ ਹਾਂ ਵੀ ਅਸੀਂ 1500 ਦੀ ਜਗ੍ਹਾ ਅਸੀਂ 700 ਬਚਾ ਰਹੇ ਹਾਂ ਜੀ, ਹੁਣ ਕਰੀਏ ਕੀ? ਸੋ ਜੋ ਕੋਈ ਚੀਜ਼ ਨਵੀਂ ਆਵੇਗੀ ਫਿਰ ਹੁਣ ਇਹਦਾ ਮਤਲਬ ਸਾਨੂੰ ਤਿਆਰ ਰਹਿਣਾ ਪਊਗਾ ਵੀ ਕੋਈ ਹੋਰ ਵੀ ਬਦਲਾਅ ਆ ਸਕਦਾ। ਸਾਹ ਬਲਦੇਵ ਸਿੰਘ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਹਰਜੀਤ ਭਾਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੇਖੋ ਜਿਸ ਤਰ੍ਹਾਂ ਤੁਸੀਂ ਕਰਦੇ ਆ ਕਿ ਜਿਨ੍ਹਾਂ ਨੇ ਇਹਨਾਂ ਇੰਡਸਟਰੀ ਦੇ ਵਿੱਚ, ਟੈਕਸੀ ਇੰਡਸਟਰੀ ਦੇ ਵਿੱਚ ਇੰਨਾ ਕੰਟਰੀਬਿਊਟ ਕੀਤਾ, ਬੜਾ ਧੱਕਾ ਆ ਜੀ। ਗਵਰਨਮੈਂਟ ਨੂੰ ਨਹੀਂ ਚਾਹੀਦਾ ਸੀਗਾ ਇੰਨਾ ਕੁਛ ਕਰਨਾ, ਪਰ ਹੁਣ ਤਾਂ ਤੁਸੀਂ ਦੇਖੋ ਕਿ ਜਿਹੜਾ ਉਬਰ ਹੈ ਉਹਦਾ ਬਹੁਤ ਲੋਕੀ ਚਲਾ ਸਕਦੇ, ਉਹਨਾਂ ਦੇ ਟੈਕਸੀਆਂ ਦੀਆਂ ਜਿਹੜੀ ਲਾਇਸੈਂਸਾਂ ਦੀ ਪਲੇਟ ਕੁਛ ਨਹੀਂ ਰਹਿ ਗਈ ਹੈ ਨਾ ਜੀ। ਚਲੋ ਦੂਸਰੇ ਪਾਸੇ ਇਹ ਦੇਖੋ, ਜਿਹੜਾ ਬੰਦਾ ਇੱਥੇ ਕੈਨੇਡਾ ਦੇ ਵਿੱਚ 45, 40, 50 ਸਾਲ ਕੰਟਰੀਬਿਊਟ ਕਰਦਾ ਕੰਮ ਕਰਕੇ ਜੀ, ਹਾਂਜੀ, ਉਹਨੂੰ ਜਿਹੜੀ ਹੈਗੀ ਓਲਡ ਏਜ ਪੈਨਸ਼ਨ ਤੇ ਜਿਹੜੀ ਉਹਨੂੰ ਜਿਹੜੀ ਕਹਿੰਦੇ ਗਰੰਟਿਡ ਸਪਲੀਮੈਂਟ ਇਨਕਮ, ਉਹ $1,012 ਮਿਲਦੀ ਹੈ ਜੀ। ਉਹਨੂੰ ਜਿੱਦਾਂ ਟੋਟਲ $12,144 ਮਿਲਦੇ ਆ। ਜਿਹੜਾ ਇੱਕ ਬੰਦਾ ਰਿਫਿਊਜੀਆਂ ਦਾ, ਉਹਨੂੰ ਮੰਥਲੀ ਪੈਨਸ਼ਨ ਹੈਗੀ $1,890। ਬਿਲਕੁਲ ਠੀਕ। ਤੇ ਸੋਸ਼ਲ ਏਡ ਹੈਗੀ ਆ $580। ਸਾਰਾ ਮਿਲਾ ਕੇ $2,470 ਹੋ ਜਾਂਦੇ ਆ। ਇੱਕ ਸਾਲ ਦੇ ਵਿੱਚ $28,920 ਬਣਦੇ ਆ। ਫਿਰ ਦੇਖੋ ਜਿਹੜਾ ਇਹ ਜਿਹੜਾ ਫਰਕ ਵਾ ਨਾ ਜੀ, 28 ਤੇ 12 ਦਾ, ਇਹ $16,776 ਇਹ ਬਣਦਾ ਇੱਕ ਸਾਲ ਦਾ। ਤੁਸੀਂ ਇਹ ਦੇਖ ਲਓ ਵੀ ਜਿਸ ਬੰਦੇ ਨੇ ਇੰਨਾ ਕੰਟਰੀਬਿਊਟ ਕੀਤਾ ਕੰਟਰੀ ਦੇ ਲਈ, ਜਦੋਂ ਇੱਥੇ ਆਜ਼ਾਦ ਸੀ ਸਾਰਾ ਕੁਛ ਹੀ, ਉਹਨੂੰ ਕੀ ਗਵਰਨਮੈਂਟ ਉਹਦਾ ਕੀ ਖਿਆਲ ਰੱਖਦੀ ਆ? ਬਿਲਕੁਲ ਠੀਕ। ਦੂਸਰੇ ਪਾਸੇ ਫਿਰ ਉਹਨਾਂ ਦੇ ਕਈਆਂ ਦੇ ਜਿਹੜੇ ਜੇ ਕੋਈ ਬੰਦਾ ਬਿਮਾਰ, ਉਹਦੀਆਂ ਮੈਡੀਕਲ ਦੀਆਂ ਸਹੂਲਤਾਂ ਵੀ ਉਹਨੂੰ ਨਹੀਂ ਮਿਲਦੀਆਂ ਜੀ। ਫਿਰ ਜੇ ਰਿਫਿਊਜੀਆਂ ਦੇ ਕਿਸੇ ਦੇ, ਚਲੋ ਜਿਹੜਾ ਹੁਣ ਬੰਦਾ 40-45 ਸਾਲ ਤੋਂ ਇੱਥੋਂ ਕੰਮ ਕਰ ਰਿਹਾ,
ਉਸ ਨੇ ਤਾਂ ਉਹਦੇ ਤਾਂ ਜੀ ਬੱਚੇ ਵੀ ਪੂਰੇ ਹੋ ਗਏ, ਹੁਣ ਵੱਡੇ ਹੋ ਗਏ ਹੋਣੇ ਹਨਾ। ਉਹਦਾ ਜਿਹੜਾ ਰਿਫਿਊਜੀ ਜੀ ਉਹਦੇ ਨਾਲ 3 ਨਿਆਣੇ ਆ, ਉਹ ਮੈਨੂੰ ਪਤਾ ਨਹੀਂ ਕਿੰਨੇ ਕੁ ਮਿਲਦਾ, ਮੈਨੂੰ ਅੱਜ ਕੱਲ੍ਹ 600-700 ਉਹਨਾਂ ਨੂੰ ਵੀ ਮਿਲਦਾ ਹੋਣਾ। ਸੋ ਉਹ ਤਾਂ ਮੌਜ ਲੱਗੀ ਪਈ ਆ। ਦੂਸਰੇ ਪਾਸੇ ਗਵਰਨਮੈਂਟਾਂ ਕਰਦੀਆਂ ਇਹ ਆ ਕਿ ਟਰੂਡੋ ਸਾਹਿਬ ਇਹੀ ਕਰ ਰਹੇ ਕਿ ਵੋਟਾਂ ਚਾਹੀਦੀਆਂ ਮੈਨੂੰ, ਕਰੀ ਜਾਓ ਬਸ ਹਨਾ। ਲੋਕੀ ਜਿਹੜੇ ਹੁਣ ਓਲਡ ਬੰਦੇ ਹੈਗੇ ਆ ਉਹ ਵਿਚਾਰੇ ਜਾਣਗੇ ਕਿਹੜੀ ਜਗ੍ਹਾ ਤੇ ਜਾਣਗੇ। 1200 ਨਾਲ ਕਿਵੇਂ ਗੁਜ਼ਾਰਾ ਹੋਏਗਾ, ਕਿਵੇਂ ਸਾਰੀ ਅਸੀਂ ਦੇਖਦੇ ਆ ਜੀ ਇੱਥੇ ਕਿੰਨਾ ਹੁੰਦਾ ਲੋਕਾਂ ਦੇ ਨਾਲ ਹਨਾ। ਚਲੋ ਅਸੀਂ ਤਾਂ ਠੀਕ ਆ ਬਈ, ਘਰ ਘੁਰ ਹੈਗੇ ਆ ਕਿ ਮਤਲਬ ਜਿਹੜੇ ਲੋਕੀ ਤੜਫਦੇ ਫਿਰਦੇ ਆ ਕਿ ਮੈਨੂੰ ਤੂੰ ਕਿਰਾਏ ਤੇ ਦੇ ਦੇ ਹਨਾ। ਸੋ ਬਹੁਤ ਬੁਰੀ ਹਾਲ ਹੈ ਜੀ। ਥੈਂਕ ਯੂ ਵੀਰ ਜੀ। ਭੁਲਿੰਦਰਪਾਲ ਸਿੰਘ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੈਂ ਨਾ ਜਦੋਂ ਸ਼ਾਪਿੰਗ ਕਰਨ ਜਾਂਦਾ ਵਾਲਮਾਰਟ ਜਾਂ ਕਿਤੇ ਹੋਰ ਨਾ, ਉੱਥੇ ਸੈਲਫ ਚੈੱਕ ਲੱਗੀਆਂ ਹੁੰਦੀਆਂ। ਮੈਂ ਕਿਤੇ ਪੜ੍ਹਿਆ ਸੀਗਾ ਵੀ ਇਹ ਤੁਹਾਡੀ ਨੌਕਰੀਆਂ ਨੂੰ ਖਤਰਾ ਵਾ ਜਿਹੜੇ ਲਾ ਚੁੱਕੇ ਆ। ਹੁਣ ਮੇਰੇ ਕੋਲੇ ਜੇ ਤਾਂ ਕੋਈ ਹੁਣ ਗਰੋਸਰੀ ਕਿੰਨੀ ਵਾਰੀ ਕਰਨ ਜਾਂਦੇ ਆ, ਹਰ ਵਾਰੀ ਵੀ ਕਾਹਲੀ ਨਹੀਂ ਹੁੰਦੀ, ਕਦੇ ਕਦੇ ਕਾਹਲੀ ਵੀ ਹੁੰਦੀ ਆ। ਕੋਈ ਛੋਟਾ ਸਮਾਨ ਲੈਣਾ ਹੋਵੇ ਐਮਰਜੈਂਸੀ ਤਾਂ ਬੰਦਾ ਜਾ ਸਕਦਾ, ਪਰ ਹੁਣ ਮੈਂ ਖੜਾ ਹੁੰਦਾ ਲਾਈਨ 'ਚ, ਪੈਸੇ ਉੱਥੇ ਜਿਹੜੀ ਟੈਲਰ ਤੇ ਖੜੀ ਆ ਕੁੜੀ ਉਹ ਪੇ ਕਰੂਗੀ। ਆਪਣੀਆਂ ਕੁੜੀਆਂ ਵੀ ਖੜੀਆਂ ਹੁੰਦੀਆਂ, ਕਹਿੰਦੀ ਇੱਧਰ ਆ ਜਾਓ। ਮੈਂ ਕਿਹਾ ਵੀ ਨਹੀਂ ਇੱਧਰ ਨਹੀਂ ਆਉਣਾ, ਇੱਥੇ ਹੀ ਕਰੂੰਗਾ। ਹੁਣ ਦੇਖੋ ਗੱਲ ਇਹ ਵੀ ਅਸੀਂ ਅੱਜ ਦੇਖਦੇ ਹਾਂ, ਹੁਣ ਜਿਵੇਂ ਭਾਈ ਸਾਹਿਬ ਨੇ ਕਿਹਾ ਵਾ ਠੀਕ ਆ, ਉਹਨਾਂ ਦੀ ਚਿੰਤਾ ਵੀ ਸਾਨੂੰ ਪੈਸੇ ਬਣਨੇ ਚਾਹੀਦੇ। ਉਹਨਾਂ ਨੇ ਆਪ ਦਾ ਫਾਇਦਾ ਦੇਖਣ ਲਈ ਉਹ ਇਹ ਨਹੀਂ ਦੇਖਿਆ ਕਿ ਫਿਊਚਰ 'ਚ ਕੀ ਹੋਣਾ, ਜੇ ਸਾਡਾ ਫਾਇਦਾ ਕਿ ਸਾਡਾ ਨੁਕਸਾਨ। ਅੱਜ ਦੇ ਅਸੀਂ $10 ਬਚਾਉਣ ਲਈ ਫਿਊਚਰ ਸਾਡਾ ਖਰਾਬ ਕਰ ਰਹੇ ਹਾਂ। ਧੰਨਵਾਦ ਜੀ। ਹੁਣ ਖਬਰਾਂ ਦਾ ਸਮਾਂ ਹੋ ਗਿਆ। ਸੰਧੂ ਸਾਹਿਬ ਤੁਹਾਨੂੰ ਉਡੀਕਣਾ ਪੈਣਾ ਜੀ। ਡਿਸਪੈਚ ਦਾ ਵੀ ਰੇੜਕਾ ਹੁਣੇ ਹੀ ਇੱਕ ਪਾਕਿਸਤਾਨ ਦੇ ਰਹਿਣ ਵਾਲੇ ਮੁਸਲਿਮ ਵੀਰ ਨੇ ਦੱਸਿਆ ਕਿ ਸਾਡਾ ਜਿਹੜਾ ਊਬਰ ਦਾ ਡਿਸਪੈਚ ਹੈ ਉਹ ਭਾਰਤ 'ਚ ਸਾਨੂੰ ਡਿਸਕ੍ਰਿਮੀਨੇਸ਼ਨ ਵੀ ਹੁੰਦਾ ਉੱਥੋਂ, ਜਾਂ ਸਾਡੇ ਨਾਂ ਦਾ ਪਤਾ ਲੱਗਦਾ। ਯਾਰ ਕਮਾਲ ਹੋ ਗਈ। ਟੈਕਸੀ ਯੈਲੋ ਦੀ ਗੱਲ ਦੱਸੀ ਹੈ ਕਿਸੇ ਮਿੱਤਰ ਨੇ ਵੀ ਸਵੇਰ ਦੇ 3 ਵਜੇ ਦੇ ਬੈਠੇ ਆ ਅਤੇ 10:07 ਹੋ ਗਏ, $90 ਹੁਣ ਤੱਕ ਬਣੇ ਨੇ। ਥਿੰਦ ਸਾਹਿਬ ਸਿਆਟਲ ਤੋਂ ਸਾਡੇ ਦੋਸਤ ਨੇ, ਉਹ ਮਨਜੀਤ ਸਿੰਘ ਹੁਣੀ ਥਿੰਦ ਦੱਸ ਰਹੇ ਨੇ। ਉਹ ਕਹਿੰਦੇ ਬਈ ਊਬਰ ਸਾਡੇ ਸਿਆਟਲ ਦੇ ਵਿੱਚ ਸਭ ਤੋਂ ਉੱਪਰ ਹੈ। 6 ਦਿਨ 11 ਘੰਟੇ ਲਾ ਕੇ 10,000 ਤੋਂ ਉੱਪਰ ਅਸੀਂ ਕਮਾਈ ਕਰਦੇ ਹਾਂ। ਬੜਾ ਫਰਕ ਹੈ ਜੀ। ਤੁਸੀਂ ਰਹਿਣੇ ਕਿੱਥੇ ਹੋ, ਉਸ ਚੀਜ਼ ਦਾ ਫਰਕ ਹੈ। ਸੰਧੂ ਸਾਹਿਬ, ਲਾਈਨ ਨੰਬਰ 1। ਭਾਜੀ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਜੀ। ਭਾਜੀ ਊਬਰ ਦਾ ਇਦਾਂ ਹੈ ਕਿ ਤੁਸੀਂ ਗੱਲ ਜਿਹੜੀ ਕੀਤੀ ਕਿ ਬਹੁਤ ਸਾਰੇ ਲੋਕ ਊਬਰ ਛੱਡ ਕੇ ਵਾਪਸ ਟੈਕਸੀ ਆ ਰਹੇ ਨੇ, ਊਬਰ ਇੰਨੇ ਸਕਸੈਸਫੁਲ ਨਹੀਂ ਆ। ਉਹਦਾ ਰੀਜ਼ਨ ਟੈਕਨੋਲੋਜੀ ਫੇਲਿਅਰ ਨਹੀਂ ਹੈ, ਉਹਦਾ ਰੀਜ਼ਨ ਪਾਲਿਸੀ ਆ ਜਿਹੜੀ ਊਬਰ ਦੇ ਵਿੱਚ 10 ਸਾਲ ਤੋਂ ਘੱਟ ਗੱਡੀ ਪੁਰਾਣੀ ਹੋ ਨਹੀਂ ਸਕਦੀ। ਤੇ ਜਦੋਂ ਤੁਸੀਂ ਆਪਣੀ ਪ੍ਰਾਈਵੇਟ ਕਾਰ ਨੂੰ ਊਬਰ 'ਚ ਪਾਉਂਦੇ ਹੋ, ਤੁਹਾਨੂੰ ਜੇ ਤੁਸੀਂ ਉਹਦੀ ਪ੍ਰਾਈਵੇਟ ਰਿਪਲੇਸਮੈਂਟ ਇੰਸ਼ੋਰੈਂਸ ਲਿੱਤੀ ਆ, ਉਹ ਰਿਪਲੇਸਮੈਂਟ ਇੰਸ਼ੋਰੈਂਸ ਕੰਪਨੀ ਉਹਨੂੰ ਮੰਨਦੀ ਨਹੀਂ ਆ। ਉਹ ਕਹਿੰਦੀ ਜੇ ਊਬਰ 'ਚ ਪਾਈ ਆ ਅਸੀਂ ਰਿਪਲੇਸਮੈਂਟ ਇੰਸ਼ੋਰੈਂਸ ਨੂੰ ਮੰਨਾਂਗੇ ਨਹੀਂ। ਤੇ ਜੇ ICBC ਦੀ ਰਿਪਲੇਸਮੈਂਟ ਇੰਸ਼ੋਰੈਂਸ ਬਹੁਤ ਮਹਿੰਗੀ ਆ ਤਾਂ 2 ਸਾਲ ਤੋਂ ਵੱਧ ਜਾਂ 3 ਸਾਲ ਤੋਂ ਵੱਧ ਮੇਰੇ ਖਿਆਲ ਨਾਲ ਮਿਲਦੀ ਨਹੀਂ ਆ। ਸੋ ਇਹਦੀ ਵਜ੍ਹਾ ਤੋਂ ਬਹੁਤ ਪ੍ਰੋਬਲਮਸ ਨੇ। ਅਦਰਵਾਈਜ਼ ਊਬਰ ਇਜ਼ ਅ ਵੈਰੀ ਸਕਸੈਸਫੁਲ ਮਾਡਲ। ਤੇ ਜਿੱਦਾਂ ਸੀਐਟਲ 'ਚ ਤੁਸੀਂ ਦੇਖੋ, ਨਿਊਯਾਰਕ 'ਚ ਦੇਖੋ, ਜਿੱਥੇ ਈਜ਼ੀਲੀ ਕੰਫਰਟੇਬਲੀ ਪਾਲਿਸੀ ਸਪੋਰਟਿੰਗ ਬਿਜ਼ਨਸ ਚੱਲਦਾ ਪਿਆ। ਦੂਸਰੀ ਰਹੀ ਗੱਲ ਸਰ, ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਬਈ ਟੈਕਨੋਲੋਜੀ ਐਡਵਾਂਸਮੈਂਟ ਸਾਰਾ ਕੁਝ, ਅੱਜ ਤੇ ਚਲੋ ਅਸੀਂ ਟੈਕਸੀਜ਼ ਵਾਲੇ ਬੰਦਿਆਂ ਨੇ, ਭਰਾਵਾਂ ਨੇ 40 ਸਾਲਾਂ ਤੋਂ ਇਨਵੈਸਟ ਕੀਤਾ, ਸਾਰਾ ਕੁਝ ਕੀਤਾ, ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਟੈਕਨੋਲੋਜੀ ਨੂੰ ਅਸੀਂ ਜੇ ਐਕਸੈਪਟ ਨਹੀਂ ਕਰਾਂਗੇ ਤੇ ਅਸੀਂ ਉਹਨੂੰ ਅੱਗੇ ਨਹੀਂ ਲਿਜਾਣ ਦੇਵਾਂਗੇ। ਇਟ ਇਜ਼ ਉਹਦਾ ਕਲਾਸਿਕ ਐਗਜ਼ਾਮਪਲ ਕੋਡੈਕ ਕੰਪਨੀ ਆ। ਕੋਡੈਕ ਕੰਪਨੀ ਫੋਟੋਗ੍ਰਾਫੀ ਦੇ ਕੈਮਰਾ ਦੇ ਵਿੱਚ ਟੌਪ ਮੋਸਟ ਸੀਗੀ। ਕੱਲਾ ਲਹਿਦਾ ਕੈਮਰਾ ਜਿਹੜਾ ਚੰਦਰਮਾ ਤੋਂ ਜਾ ਕੇ ਜਿਹਨੇ ਫੋਟੋ ਖਿੱਚੀ ਉਹ ਕੋਡੈਕ ਦਾ ਮੈਨੂਫੈਕਚਰਡ ਸੀਗਾ, ਜਿਹਨੂੰ ਨਾਸਾ ਲੈ ਕੇ ਗਏ ਸੀਗੇ। ਤੇ ਅੱਜ ਦੇ ਡੇਟ 'ਚ ਕੋਡੈਕ ਨੂੰ ਕਦੀ ਨਹੀਂ ਸੀ ਉਮੀਦ ਕਿ ਸੈਲਫੋਨ ਕੰਪਨੀ ਆ ਕੇ ਉਹਨਾਂ ਨੂੰ ਬੰਦ ਕਰਾ ਜੂਗੀ। So the same thing is going to happen with other industries also. Electronic cars. Boeing is today experimenting with hybrid engines of aircraft ਜਿਹੜੀ ਕਿ ਇਲੈਕਟ੍ਰਿਕ ਤੇ ਗੈਸੋਲੀਨ ਮਤਲਬ ਟਰਬੋਇਨ ਫਿਊਲ ਤੇ ਚੱਲਦੇ ਨੇ। ਸੋ ਟੈਕਨੋਲੋਜੀ ਦਾ ਨਾਲ ਤੇ ਚੇਂਜ ਕਰਨਾ ਹੀ ਪੈਣਾ ਸਰ, ਇਹ ਮੇਰੀ ਇਲਤਜਾ ਹੈ। ਥੈਂਕ ਯੂ ਪ੍ਰਤੀਕ, ਧੰਨਵਾਦ। ਤੁਸੀਂ ਬਹੁਤ ਲੰਮਾ ਸਮਾਂ ਵੇਟ ਵੀ ਕੀਤਾ। ਸ਼ਾਹ ਗੁਰਮੁਖ ਸਿੰਘ ਦਿਓਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਗੱਲ ਸਾਹਿਬ ਦੇਖੋ, ਜਿਹੜਾ ਆਟੋਮੇਸ਼ਨ ਹੈ ਇਹ ਟੈਕਨੋਲੋਜੀ ਤਕਰੀਬਨ ਇਹ ਜਦ ਦਾ ਵੈਸਟਰਨ ਵਰਲਡ ਮੰਨ ਲਓ ਕਲੋਨੀਅਲ ਸਿਸਟਮ ਜਦੋਂ ਤੁਸੀਂ ਪਹਿਲਾਂ ਵੀ ਉਹਦੇ ਨਾਲ ਹੀ ਤਕਰੀਬਨ ਇਹ ਸ਼ੁਰੂ ਹੋਇਆ ਆ। ਤਕਰੀਬਨ ਤੇਜ਼ੀ ਜਿਹੜੀ ਹੋਈ ਆ ਕਿਉਂਕਿ ਇਹ ਸਾਰੀ ਹੌਲੀ ਹੌਲੀ ਹੁਣ ਜਿਹੜਾ ਮੇਨ ਹੈ, ਜਦੋਂ ਤੁਸੀਂ ਗੱਲ ਕੀਤੀ ਅੱਜ ਵੀ ਜੋਬਾਂ ਦੀ ਆ, ਅਸਲ ਦੇ ਵਿੱਚ ਆਪਾਂ ਨੂੰ ਲੱਗਦਾ ਵੀ ਰਿਪਲੇਸਮੈਂਟ ਆਈ ਜਾਂਦੀ, ਜਿੱਦਾਂ ਐਮਾਜ਼ੋਨ ਆ ਗਈ ਹੈ ਜਾਂ ਊਬਰ ਆ ਗਈ ਆ। ਇਹ ਰਿਪਲੇਸਮੈਂਟ ਨਹੀਂ ਹੈਗੀ,
ਅਸੀਂ ਵੀ ਇਹਦੇ ਵਿੱਚ ਹੀ ਆ ਰਲਿਓ, ਕਿਉਂਕਿ ਇਹ ਇੱਕ ਮੁਨਾਫੇ ਦੇ ਨਾਲ ਹੀ ਸਾਰਾ ਜੁੜਿਆ ਆ ਸਾਈਕਲ। ਉਹਦੇ ਵਿੱਚ ਆਪਾਂ ਨੂੰ ਲੱਗਦਾ ਵੀ ਉੱਥੇ ਵੀ ਬੰਦੇ ਕੰਮ ਕਰਦੇ, ਉੱਥੇ ਲੋਕ ਅੱਗੇ ਜਿਹੜਾ ਤੁਸੀਂ ਆਪਾਂ ਕੰਮ ਕਰਦੇ, ਜੇ ਕੋਈ ਮੰਨ ਲਓ ਉਹਦੇ ਵਿੱਚ ਉਹ ਕਦੇ ਉਹ ਜੌਬ ਸਿਕਿਉਰਿਟੀ ਉਹਦੀ ਨਾਲ ਹੁੰਦੀ ਸੀਗੀ ਭਈ ਉਹ ਬੰਦੇ ਦੇ ਇੱਕ ਮੰਨ ਲਓ ਦੁੱਖ ਸੁੱਖ ਦਾ ਵੀ ਨਾਲ ਹੀ ਹੁੰਦਾ ਹੈਗਾ ਵੀ ਜੇ ਕੋਈ ਕਿਤੇ ਡਿਸਪੈਚ ਕਰਦਾ ਜਾਂ ਕੰਪਨੀ ਟਰੱਕ ਚਲਾਉਂਦਾ ਜਾਂ ਉਹ ਮਾਲਕ ਜਾਂ ਨੌਕਰ ਵਾਲਾ ਨਹੀਂ, ਉਹ ਇੱਕ ਜਦੋਂ ਆਪਣੇ ਜੱਟ ਤੇ ਸੀਰੀ ਇੱਕ ਰਿਲੇਸ਼ਨਸ਼ਿਪ ਹੁੰਦਾ ਹੈਗਾ ਵੀ ਕੰਮ ਘੱਟ ਵੱਧ ਗਿਆ ਤਾਂ ਆਪਾਂ ਐਡਜਸਟ ਕਰ ਲੈਣਾ ਆ, ਐਡਾ ਕੋਈ ਮਸਲਾ ਨਹੀਂ। ਹੁਣ ਜਿਹੜਾ ਆ ਹਿਊਮਨ ਟੱਚ ਤੋਂ ਭਾਵੇਂ ਇਹ ਨਹੀਂ ਹੈਗਾ ਵੀ ਜੇ ਐਮਾਜ਼ੋਨ ਨੇ ਉਹ ਐਮਾਜ਼ੋਨ ਜਾਂ ਹੋਰ ਕੰਪਨੀਆਂ ਉਹ ਐਜ ਰੋਬੋਟ ਜਾਂ ਮਸ਼ੀਨ ਹੀ ਬੰਦੇ ਨੂੰ ਵਰਤਦੀਆਂ ਆ, ਉਹਨਾਂ ਨੇ ਤੁਹਾਨੂੰ ਇੱਕ ਮਿਨੀਮਮ ਜਿਹੜੀ ਆ ਤੁਹਾਡੀ ਇੱਕ ਲੋੜ ਤੱਕ ਸੀਮਿਤ ਕਰ ਦੇਣਾ, ਉਹ 'ਚ ਤੁਹਾਡੀ ਕੋਈ ਗਰੋਥ ਨਹੀਂ ਹੋਣੀ। ਜੇ ਤੁਸੀਂ ਉਹ 'ਚ ਨਹੀਂ ਠੀਕ ਹੈਗੇ ਜਾਂ ਤੰਦਰੁਸਤ ਨਹੀਂ ਹੈਗੇ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਤੁਹਾਡੇ ਨਾਲ। ਉਹ ਹੁਣ ਜਦੋਂ ਊਬਰ ਆਪਾਂ ਨੂੰ ਕਹਿੰਦੇ ਆ ਵੀ ਤੁਸੀਂ 10,000 ਬਣਾ ਲਿਆ, ਇਹ ਕੁਝ ਸਾਲਾਂ ਦਾ ਹੀ ਹੈ, ਸਾਨੂੰ ਇਹ ਵੀ ਖਤਮ ਜਿੱਦਣ ਊਬਰ ਡਰਾਈਵਰਲੈਸ ਆ ਗਈ ਤੇ ਉਦਣ ਸਾਰਾ ਕੁਝ ਸਮਝ ਆ ਜਾਣਾ। ਕਿਉਂਕਿ ਅੱਜ ਚਾਈਨਾ ਦਾ ਰੌਲਾ ਪੈ ਰਿਹਾ ਦੁਨੀਆ ਦੇ ਉੱਤੇ, ਉਹ ਚਾਈਨਾ ਨੇ ਇਸ ਤਰ੍ਹਾਂ ਹੀ ਟੇਕ ਓਵਰ ਕੀਤਾ ਵੀ ਬੰਦੇ ਨੂੰ ਮਟੀਰੀਅਲਿਸਟ ਇੰਨੀਆਂ ਲੋੜਾਂ ਵੱਧ ਗਈਆਂ, ਬੰਦਾ ਇੱਕ ਡਿਸਪੋਜ਼ਲ ਹਰ ਚੀਜ਼ ਨੂੰ ਵਰਤੀ ਜਾਂਦਾ, ਇੱਕ ਸਸਤੀ ਆ। ਇਹ 2-3 ਕੁ ਮਸਲੇ ਆ ਵੀ ਆਪਾਂ ਉਹ ਚੀਜ਼ਾਂ ਦੀ, ਹੁਣ ਤੁਸੀਂ ਰੇਡੀਓ ਚਲਾਉਂਦੇ ਆ, ਦੂਜਾ ਰੇਡੀਓ ਤੁਹਾਡਾ ਮੰਨ ਲਓ ਬਿਨਾਂ ਬੰਦਿਆਂ ਤੋਂ ਚੱਲੀ ਜਾਂਦਾ, ਉਹਦੇ ਕਿੰਨਾ ਖਰਚਾ ਘਟਿਆ, ਇੱਥੇ ਤੁਸੀਂ ਕਿੰਨੇ ਬੰਦੇ ਰੱਖੇ ਹੋ ਆ। ਕੱਲ ਨੂੰ ਤੁਹਾਡੇ ਰੇਡੀਓ ਨੇ ਕਿਹਾ ਵੀ ਅਸੀਂ ਨਿਊਜ਼ਾਂ ਵਾਲੇ ਵੀ ਪੰਜਾਬ ਤੋਂ ਕਰਦੇ ਆ ਰੈਡੀ, ਤੇ ਤੁਹਾਡੇ ਬੱਚੇ ਜਿਹੜੇ ਐਡਾਂ ਵਾਲੇ ਸਾਰੇ ਉੱਥੇ ਬੈਠੇ ਕਰੀ ਜਾਂਦੇ, ਇਹਨਾਂ ਤੋਂ ਵੀ ਕੀ ਕੰਮ ਕਰਾਉਣਾ ਦੀ ਕੱਲ੍ਹ ਬੈਨੀਫਿਟ ਦੇਣੇ ਆ। ਕਿਉਂਕਿ ਆਪਾਂ ਨੂੰ ਆਟੋਮੇਸ਼ਨ ਨੂੰ ਇਸ ਤਰੀਕੇ ਨਾਲ ਸਮਝਣਾ ਪੈਣਾ ਵੀ ਆਟੋਮੇਸ਼ਨ ਦੀ ਵਰਤੋਂ ਹੋ ਰਹੀ ਆ ਜਾਂ ਇਹ ਸਦਵਰਤੋਂ ਹੋ ਰਹੀ ਆ ਦੁਰਵਰਤੋਂ। ਕਿਉਂਕਿ ਹਰ ਜਿੱਥੇ ਮਸ਼ੀਨ ਬੰਦੇ ਦਾ ਥਾਂ ਲੈ ਕੇ ਬੰਦੇ ਨੂੰ ਮੰਨ ਲਓ ਉਹ 'ਚ ਆਊਟ ਕਰ ਦਿੰਦੀ, ਉਹ ਦੁਰਵਰਤੋਂ ਆ। ਇਹ ਕੁਛ ਮੁੱਠੀ ਭਰ ਲੋਕ ਹੀ ਸਾਨੂੰ ਹੁਣ ਉਹ ਡੈਮੋਕ੍ਰੇਸੀ ਜਾਂ ਹੋਰ ਲੀਡਰ ਇਹ ਚੀਜ਼ਾਂ ਖਤਮ ਆ। ਇਹ ਇੱਕ ਕਾਰਪੋਰੇਟ ਵਰਲਡ ਹੀ ਸਾਰਾ ਕੁਛ ਚਲਾ ਰਿਹਾ, ਸਾਡੀਆਂ ਤਾਂ ਹੀ ਸਮੱਸਿਆਵਾਂ। ਕਦੀ ਆਪਾਂ ਉਧਰ ਟਰੱਕਿੰਗ ਕਹਿੰਦੇ ਆ, ਸਾਡੀ ਪੀੜ੍ਹੀ ਨੇ ਟਰੱਕਿੰਗ ਕਰਨੀ ਆ, ਬਾਅਦ ਵਿੱਚ ਟਰੱਕਿੰਗ ਦਾ ਹੋਰ ਰੂਪ ਆ ਜਾਣਾ, ਸਾਰਾ ਕੁਛ ਆਟੋਮੇਸ਼ਨ ਮੰਨ ਲਓ ਉਹ ਆ ਜਾਣਾ। ਕਿਉਂਕਿ ਇਹ ਚੀਜ਼ ਅਸੀਂ ਟੈਂਪਰੇਰੀ ਤੌਰ ਤੇ ਤਾਂ ਹੈਪੀ ਹੋ ਜਾਂਦੇ ਕਿਸੇ ਚੀਜ਼ ਦਾ, ਸਾਨੂੰ ਟੈਕਨੋਲੋਜੀ ਦਾ ਫਾਇਦਾ, ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਇਹ ਮੁੱਠੀ ਭਰ ਲੋਕਾਂ ਨੇ ਸਾਰਾ ਕੁਝ ਹੋਲਡ ਕੀਤਾ ਆਟੋਮੇਸ਼ਨ ਦੇ ਉੱਤੇ। ਤੁਹਾਨੂੰ ਸਿਰਫ ਇਹ ਹੈਂਡ ਟੂ ਮਾਊਥ ਦਾ ਸਰਵਾਈਵ। ਅੱਜ ਚਾਈਨਾ ਦੇ ਵਿੱਚ ਜਿੰਨੀ ਉਹ ਬੰਦੇ ਉੱਥੇ ਪ੍ਰੋਡਕਸ਼ਨ ਵਧਾਉਂਦੇ, ਉਹਨਾਂ ਦਾ ਤੁਸੀਂ ਦੇਖੋ ਵੀ ਉਹ ਐਜ ਮਸ਼ੀਨਾਂ ਹੀ ਕੰਮ ਕਰਦੇ, ਉਹ ਕੋਈ ਉਹਨਾਂ ਦੇ ਵਿੱਚ ਪੂਰਾ ਥੋੜ੍ਹਾ ਵੀ ਉਹ ਕੋਈ ਇਸ ਤਰ੍ਹਾਂ। ਹੁਣ ਸਾਡੇ ਇੱਥੇ ਵੀ ਇਹੀ ਹਾਲ ਆ ਬਈ ਆਪਾਂ ਕਿਤੇ ਬੈਠੇ ਆ, ਹੁਣ ਡਿਸਪੈਚ ਨਹੀਂ ਕੀਤਾ ਜੇ ਸ਼ੁਰੂ, ਉਹਨਾਂ ਨੇ ਇਸ ਤਰੀਕੇ ਨਾਲ ਥੋੜ੍ਹਾ ਕੋਈ ਨਵਾਂ ਕੰਮ ਸ਼ੁਰੂ ਕੀਤਾ, ਜੋ ਨਹੀਂ ਆਲੇ ਦੁਆਲੇ ਮਾਹੌਲ ਬਣਿਆ ਉਹਦੇ ਵਿੱਚੋਂ ਨਹੀਂ ਪਿਕ ਕਰ ਲਿਆ। ਤੁਸੀਂ ਵੀ ਕਰ ਰਹੇ, ਅਸੀਂ ਵੀ ਕਰ ਰਹੇ ਆ। ਅਸੀਂ ਪਹਿਲਾਂ 20 ਸਾਲ ਬਿਨਾਂ ਫੋਨਾਂ ਤੋਂ ਕੰਮ ਕਰਦੇ ਰਹੇ ਆ, ਮੈਪਾਂ ਦੇ ਨਾਲ ਸਾਰਾ ਕੁਝ ਚੱਲਦੇ ਨੇ। ਅੱਜ ਅਸੀਂ ਉਹ ਬੰਦੇ ਬਾਹਰ ਕੱਢਦੇ, ਅੱਗੇ ਸਾਨੂੰ ਡਿਸਪੈਚ ਹੀ ਸਾਰਾ ਕੁਝ ਡਾਇਰੈਕਸ਼ਨਾਂ ਦਿੰਦੀ ਹੁੰਦੀ ਸੀ, ਅੱਜ ਸਾਨੂੰ ਫੋਨ ਦੱਸਣ ਲੱਗਾ ਆ। ਤੇ ਜਦੋਂ ਤੁਸੀਂ ਮੇਰੇ ਖਿਆਲ ਹੈ ਕਿੰਨੀ ਕੁ ਵਰਤੋਂ ਹੋਣੀ ਚਾਹੀਦੀ, ਇਹ ਸਟੇਟ ਨੇ ਸੋਚਣਾ, ਜਿਹੜਾ ਢਾਂਚਾ ਡਿਵੈਲਪ ਕੀਤਾ ਉਹ ਸੋਚਣਾ। ਤੇ ਇਹ 'ਚ ਕਈ ਚੀਜ਼ਾਂ ਹੈ, ਇਹ 'ਚ ਮੇਰੇ ਖਿਆਲ ਆਟੋਮੇਸ਼ਨ ਨੇ ਬੰਦੇ ਨੂੰ ਵਿਹਲਾ ਹੀ ਕਰਨਾ, ਇਹ ਜਿੰਨੀ ਇਹਦੀ ਮਤਲਬ ਦੁਰਵਰਤੋਂ ਚੱਲ ਰਹੀ ਆ। ਧੰਨਵਾਦ ਜੀ। ਸਨੀ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਰ ਜਿਹੜੇ ਇਹ ਆਪਣੇ ਜਿੱਦਾਂ ਹੁਣ ਉਬਰ ਤੇ ਵਾਲਮਾਰਟ ਇਦਾਂ ਕੰਮ ਕਰ ਰਹੇ ਵੀ ਉਬਰ ਡਰਾਈਵਰ ਤੋਂ ਬਿਨਾ ਚੱਲੂਗੀ, ਤੇ ਵਾਲਮਾਰਟ ਦੇ ਜਿਹੜੇ ਟਰੱਕ ਵੀ ਆ ਉਹ ਵੀ ਡਰਾਈਵਰ ਤੋਂ ਬਿਨਾ, ਤੇ ਜਿਹੜੇ ਅੰਦਰ ਕੈਸ਼ੀਅਰ ਹੁੰਦੇ ਆ ਉਹ ਵੀ ਬਿਨਾ ਨਾ। ਫਿਰ ਪਰ ਇਹ ਗੱਲ ਨਹੀਂ ਸੋਚਦੇ ਵੀ ਲੋਕਾਂ ਕੋਲ ਪੈਸਾ ਹੀ ਨਾ ਹੋਊਗਾ ਤੇ ਵਾਲਮਾਰਟ ਕਰਨ ਕੀ ਆਉਣਗੇ ਹਨਾ, ਜਾਂ ਜੋਬਾਂ ਹੀ ਨਹੀਂ ਹੋਣਗੀਆਂ ਨਾ। ਤੇ ਫਿਰ ਜੀ ਆਪਣੇ ਵਾਲਮਾਰਟ ਵਾਲੇ ਵੀ ਆਪਣੇ ਅਮਰੂਦ ਖਿਲਾਉਣ ਨੂੰ ਹੈ ਨਾ, ਤੇ ਫਿਰ ਰੋਬੋ ਹੀ ਤਿਆਰ ਕਰ ਲੈਣ, ਬੰਦਿਆਂ ਨੇ ਤਾਂ ਆਉਣਾ ਨਹੀਂ ਜਾਂ ਜੋਬਾਂ ਨਹੀਂ ਹੋਣੀਆਂ, ਪੈਸੇ ਨਹੀਂ ਹੋਣੇ। ਧੰਨਵਾਦ ਜੀ। ਧੰਨਵਾਦ ਸਨੀ। ਮੈਂ ਨਾ ਪਿਛਲੇ ਦਿਨੀ ਜਦ ਉਹਨਾਂ ਨੇ ਲੰਡਨ ਤੋਂ ਇੱਕ ਕਿਸ਼ਤੀ ਠੱਲੀ ਨਿਊਯਾਰਕ ਤੱਕ, ਟੋਟਲੀ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੇ ਨਾਲ। ਪਿੱਛੇ ਜੇ ਜਦ ਆਪਾਂ ਖਬਰ ਦਿੱਤੀ ਪਿਛਲੇ ਸਾਲ ਕਿ ਤੁਹਾਡੀਆਂ ਵਿਜ਼ਿਟ ਵੀਜ਼ੇ ਦੀਆਂ ਐਪਲੀਕੇਸ਼ਨਸ ਜਿਹੜੀਆਂ ਕੈਨੇਡਾ ਸਰਕਾਰ 80% AI ਸਿਸਟਮ ਨਾਲ ਕਰ ਰਹੀ ਹੈ, ਯਾਰ ਕਮਾਲ ਹੋ ਗਈ। ਬੰਦਾ ਨਹੀਂ ਬੈਠਾ, ਬੰਦੇ ਦੀ ਵੀਜ਼ੇ ਦੀ ਐਪਲੀਕੇਸ਼ਨ ਕੰਪਿਊਟਰ ਫਾਈਨਲ ਕਰ ਰਿਹਾ। ਇਹ ਤਾਂ ਲੈ ਜਾਏਗੀ ਚੱਕ ਕੇ ਸਾਰਾ ਕੁਝ ਤੁਹਾਡਾ। ਆਉਣ ਵਾਲੇ 2-4 ਸਾਲਾਂ ਦੇ ਵਿੱਚ ਤੁਸੀਂ ਦੇਖਿਓ ਕਹਾਣੀ ਕਿੱਧਰ ਨੂੰ ਜਾਣੀ ਹੈ। ਜ਼ਿੰਦਗੀ ਮਹਿੰਗੀ ਹੋ ਗਈ, ਨੌਕਰੀਆਂ ਖੁੱਸ ਜਾਣੀਆਂ ਨੇ। ਇਹ ਅੱਜ ਤਾਂ ਲੱਗਦਾ ਹੈ 500 ਬਚ ਗਿਆ, 700 ਬਚ ਗਿਆ, 1000 ਬਚ ਗਿਆ, ਪਰ ਇਹ ਹੱਥਾਂ ਨਾਲ ਆਪਾਂ ਦਿੱਤੀਆਂ। ਅੱਛਾ, ਉਹਨਾਂ ਦੀ ਗੱਲ ਜਿਸ ਤਰ੍ਹਾਂ ਦਿਓਲ ਸਾਹਿਬ ਕਹਿ ਗਏ ਨੇ, ਪਹਿਲਾਂ ਬਰਾੜ ਸਾਹਿਬ ਸ਼ੁਰੂ 'ਚ ਕਹਿ ਗਏ ਸੀ, ਉਹ ਕਹਿੰਦੇ ਅਸੀਂ ਕੀ ਕਰੀਏ, ਸਾਡੇ ਕੋਲ ਅਲਟਰਨੇਟਿਵ ਕੀ ਹੈ, ਅਸੀਂ ਰੋਟੀ ਕਿੱਥੋਂ ਖਾਣੀ ਹੈ। ਮੈਂ ਅੱਜ ਦੀ ਰੋਟੀ ਠੀਕ ਹੈ 500-700 ਕੱਟ ਕੇ ਆਪਾਂ ਨੂੰ ਹੋ ਜਾਏਗੀ, ਪਰ 3-4 ਸਾਲਾਂ ਨੂੰ ਫਿਰ ਕੀ ਹੋਏਗਾ ਜਿੱਦਣ ਉਬਰ ਨੇ ਬਿਨਾਂ ਡਰਾਈਵਰ ਵਾਲੀਆਂ ਗੱਡੀਆਂ ਪਾਤੀਆਂ, ਫਿਰ
ਉਸ ਦਿਨ ਕੀ ਕਰਾਂਗੇ? ਸੋ ਐਟਲੀਸਟ ਜਿਹੜਾ ਅੱਜ $500-400 ਬਚਾਉਣਾ, ਆਪਾਂ ਉਹ ਰਾਹ ਤੇ ਨਾ ਜਾਈਏ। ਕਹਿਣ ਜੋਗੇ ਤਾਂ ਹੋਈਏ ਵੀ ਦੇਖੋ ਅਸੀਂ ਲੋਕਲ ਬੰਦਿਆਂ ਨੂੰ ਨੌਕਰੀਆਂ ਦਿੰਦੇ ਰਹੇ ਹਾਂ, ਅਸੀਂ ਨਹੀਂ ਮੂਵ ਕੀਤਾ। ਟਰੱਕਿੰਗ ਇੰਡਸਟਰੀ ਦੇ ਵਿੱਚੋਂ ਹੁਣ ਅਮਰੀਕਾ ਦੇ ਵਿੱਚੋਂ ਮੈਸੇਜ ਆਏ ਨੇ, ਇੱਥੋਂ ਵੀ ਮੈਸੇਜ ਆਏ ਨੇ, ਡਰਾਈਵਰ ਦੱਸ ਰਹੇ ਨੇ, ਕਹਿੰਦੇ ਮਤਲਬ 100 ਦੇ ਵਿੱਚੋਂ 70 ਕੰਪਨੀਆਂ ਦੇ ਡਿਸਪੈਚ ਭਾਰਤ ਤੇ ਪਾਕਿਸਤਾਨ ਦੇ ਵਿੱਚ ਨੇ। ਕਮਾਲ ਹੋ ਗਈ। ਹਰਨੇਕ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਜਿਹੜੀ ਇਹ ਗੱਲ ਹੈ, ਪਾਇਲਟ ਪ੍ਰੋਜੈਕਟ ਮੈਂ ਵੀ ਦੇਖਿਆ ਸੀਗਾ ਵੀ ਆਪਣੇ ਕੈਨੇਡਾ ਦੇ ਇੱਕ ਸ਼ਹਿਰ ਵਿੱਚ ਲੈ ਕੇ ਵੀ ਆਏ ਵਾਲਮਾਰਟ ਵਾਲੇ, ਪਰ ਇਹ ਲੋਕੀ ਇਹਨੂੰ ਠੀਕ ਕਰ ਸਕਦੇ ਆ ਜੇ ਕਰਨਾ ਹੋਵੇ। ਲੋਕੀ ਕਹਿਣ ਪਏ ਅਸੀਂ ਤਾਂ ਉੱਥੇ ਪੇ ਹੀ ਨਹੀਂ ਕਰਨਾ ਜਿੱਥੇ ਇਹ ਸਿਸਟਮ ਲੱਗਾ, ਅਸੀਂ ਨਹੀਂ ਜਾਣਾ ਉੱਥੇ, ਅਸੀਂ ਸੈਲਫ ਪੇ ਹੀ ਨਹੀਂ ਕਰਨਾ। ਇਹਨਾਂ ਦੀ ਕੀ ਮਜਾਲ ਲਾ ਦੇਣਾ? ਇਹ ਹੱਕਾਂ ਮੰਨ ਕੇ ਤੁਹਾਨੂੰ ਪਿਆਓ, ਸਾਡੇ ਕੋਲ ਕੈਸ਼ੀਅਰ ਹੈਗੇ ਆ। ਇਹ ਤਾਂ ਲੋਕਾਂ ਪਬਲਿਕ ਨੇ ਕਰਨਾ, ਪਬਲਿਕ ਅਵੇਅਰਨੈਸ ਹੋਣੀ ਚਾਹੀਦੀ ਆ। ਸਭ ਕੁਝ ਬੰਦ ਕਰ ਸਕਦੇ ਆ, ਕੁਝ ਵੀ ਹੋਵੇ, ਰਾਈਡ ਹੇਲਿੰਗ ਆ ਜਾਂ ਕੁਝ ਵੀ ਆ। ਹੁਣ ਟੈਕਸੀ ਕੰਪਨੀਆਂ ਉਹਨੇ ਵੀ ਹੁਣ ਆਪਣੀ ਡਿਸਪੈਚ ਬਾਹਰਲੀਆਂ ਕੰਟਰੀਆਂ ਸ਼ੁਰੂ ਕਰਤੀ ਆ, ਰਾਈਟ। ਸੋ ਹੁਣ ਇਹ ਲੋਕਾਂ ਦੇ ਹੱਥ ਆ ਸਭ ਕੁਝ, ਲੋਕੀ ਜੋ ਮਰਜ਼ੀ ਕਰ ਸਕਦੇ ਆ। ਕਹਿ ਦੇਣ ਅਸੀਂ ਨਹੀਂ ਵਾਲਮਾਰਟ ਜਾ ਕੇ, ਉਹ ਖੜੇ ਹੁਣ ਸੁਪਰ ਸਟੋਰ 'ਚ ਲੱਗਾ ਹੈ ਸੈਲਫ ਚੈੱਕ ਵਾਲਾ, ਉਹ ਜਾਣੇ ਅਸੀਂ ਨਹੀਂ ਜਾਣਾ ਬਈ, ਤੁਸੀਂ ਲੋ ਜੂਬ ਕਰਦੇ, ਅਸੀਂ ਤਾਂ ਕੈਸ਼ੀਅਰ ਨੂੰ ਪੇ ਕਰਨਾ। ਕੀ ਉਹ ਲਾ ਕੇ ਫੇਰ ਕੀ ਗੱਲ, ਉਹ ਕੀ ਕਰਨਗੇ? ਉਹ ਬਿਲਕੁਲ ਠੀਕ ਕੀ ਕਰਨਗੇ ਸਿਸਟਮ ਨਾਲ, ਦੱਸੋ ਮੈਨੂੰ ਪਹਿਲਾਂ। ਫਿਰ ਦੂਜੀ ਗੱਲ ਆ ਜਾਂਦੀ ਆਪਣੇ ਤੁਹਾਨੂੰ ਕਿੰਨੇ ਫਰਾਡ ਹੋ ਰਿਹਾ, ਰਾਈਟ। ਤੁਸੀਂ ਫੋਨ ਆਪਣੀ ਬੈਂਕ ਨੂੰ ਕਰਦੇ ਹੋ, ਤੁਹਾਡੇ ਅਕਾਊਂਟ 'ਚ ਪਏ ਪੈਸੇ ਦਾ ਬੰਦੇ ਨੂੰ ਬਾਹਰਲੀ ਕੰਟਰੀ 'ਚ ਪਤਾ ਤੁਹਾਡੇ ਕੋਲ ਪੈਸਾ ਕਿੰਨਾ, ਕੀ ਤੁਹਾਨੂੰ ਕੀ ਪਤਾ ਬੰਦਾ ਕਿੰਨਾ ਅਕਾਊਂਟ ਸੇ ਆਪਣੀ ਜੌਬ ਛੱਡੂ, ਉਹ ਸਮਾਰਟ ਇਹਨੇ ਮੁੜ ਕੇ ਜਾ ਕੇ ਫਰਾਡ ਵਾਲਿਆਂ ਨੂੰ ਦੱਸੂ ਵੀ ਕੋ ਹੈਗਾ, ਉਹ ਤੁਹਾਨੂੰ ਕਾਲ ਆਈ ਜਾਂਦੀਆਂ ਬਾਹਰੋਂ। ਮੈਂ ਕਹਿੰਦਾ ਬੈਂਕਾਂ ਨਾਲ ਵੀ ਜੇ ਤੁਸੀਂ ਕਰਨਾ ਹੋਵੇ, ਬੈਂਕਾਂ ਨਾਲ ਵੀ ਬੰਦੇ ਕਰ ਸਕਦੇ, ਪਰ ਤੁਹਾਡੀ ਬੈਂਕ 'ਚ ਤਾਂ ਅਕਾਊਂਟ ਖੋਲਣਾ ਤੁਸੀਂ ਦੱਸੋ ਵੀ ਤੁਹਾਡੀ ਕਾਲ ਇੰਟਰਨੈਸ਼ਨਲ ਤਾਂ ਨਹੀਂ ਜਾਂਦੀ। ਵੈਰੀ ਗੁੱਡ, ਵੈਰੀ ਗੁੱਡ। ਫੋਨ ਤੁਹਾਡਾ ਕੀ ਗੱਲ, ਫੋਨ ਕੰਪਨੀ ਦਾ ਫੋਨ ਇੰਟਰਨੈਸ਼ਨਲ ਤਾਂ ਨਹੀਂ ਜਾਂਦਾ ਜਿੱਥੇ ਮੈਂ ਕਰਨਾ। ਮੇਰੀ ਆਈਡੀ ਬਾਹਰ ਤੇ ਤੁਹਾਡੀ ਸਾਰੀ ਸੋਸ਼ਲ ਨੰਬਰ, ਤੁਹਾਡਾ ਲਾਇਸੈਂਸ ਨੰਬਰ ਤਾਂ ਬਾਹਰਲੀਆਂ ਕੰਟਰੀਆਂ ਨੂੰ ਪਤਾ। ਫੇਰ ਤੁਸੀਂ ਕਹਿੰਦਾ ਇਹ ਲੋਕ ਕਰ ਸਕਦੇ ਆ, ਲੋਕ ਉੱਠਣ, ਇਹਨਾਂ ਦਾ ਕੀ ਮਤਲਬ ਹੈ? ਤੁਸੀਂ 2 ਮਿੰਟ 'ਚ ਕਰ ਲਓ ਹੱਲ। ਇਸ ਪਿੱਟਣ ਪਟਾਉਣ ਨਾਲੋਂ ਲੋਕਾਂ ਨੂੰ ਆਪ ਉੱਠਣਾ ਪੈਣਾ। ਜਿਹੜੇ ਤੁਹਾਡੇ ਸਟੂਡੈਂਟ ਬੱਚੇ ਆ, ਇਹ ਕਹਿੰਦੇ ਆ ਜੀ ਟੈਕਨੋਲੋਜੀ ਦੀਆਂ ਜੌਬਾਂ ਆਉਣੀਆਂ, ਟੈਕਨੋਲੋਜੀ ਸਿਰ 'ਚ ਮਾਰਨੀ ਆ। ਪੜ੍ਹਦਾ ਬੰਦਾ ਜਦੋਂ ਬੱਚਾ ਸਟੂਡੈਂਟ ਕਾਲਜ ਯੂਨੀਵਰਸਿਟੀ ਪੜ੍ਹਦਾ, ਉਦੋਂ ਥੋੜਾ ਉਹਨੂੰ ਟੈਕਨੋਲੋਜੀ ਜੌਬ ਮਿਲ ਜਾਣੀ ਆ, ਉਹਨੂੰ ਪਾਰਟ ਟਾਈਮ ਕੈਸ਼ੀਅਰ ਵਗੈਰਾ ਦੀ ਜੌਬ ਕਰਨੀ ਪੈਣੀ ਆ। ਉਹ ਜੌਬਾਂ ਇਹਨਾਂ ਦੀਆਂ ਸਾਰੀਆਂ ਨਿਕਲ ਜਾਣੀਆਂ। ਪਰ ਜਿਹੜੀਆਂ ਟੈਕਸੀਆਂ ਵਾਲੇ ਡਿਸਪੈਚ ਲੈ ਗਏ, ਉਹਦੇ 'ਚ ਲੋਕਾਂ ਦੀ ਕੀ ਗਲਤੀ ਹੈ? ਉਹ ਭਾਜੀ ਜਿੱਦਾਂ ਕਹਿੰਦੇ ਹੁੰਦੇ ਮਰਦੇ ਨੂੰ ਅੱਕ ਚੱਬਣਾ ਪੈਂਦਾ। ਹੁਣ ਖਰਚੇ ਇੰਨੇ ਵੱਧ ਗਏ ਸੀਗੇ, ਹੁਣ ਫਿਰ ਹੁਣ ਡਬਲ ਸਟੈਂਡਰਡ ਦੀ ਉੱਥੇ ਹੀ ਗੱਲ ਕਰ ਲਈ ਨਾ ਆਪਾਂ। ਹੁਣ ਆਪਾਂ ਕਹਿੰਦੇ ਲੋਕ ਖੜ ਇਕੱਠੇ ਹੋਈਏ, ਜੇ ਟੈਕਸੀ ਦੀ ਗੱਲ ਕਰਦੇ ਆ ਫਿਰ ਮਰਦੀ ਨੂੰ ਅੱਕ ਚੱਪਿਆ। ਇਸ ਤਰ੍ਹਾਂ ਵੱਡੇ ਮਾਲਕ ਕਹਿੰਦੇ ਨੇ ਅਸੀਂ ਮਰਦੀ ਨੂੰ ਅੱਕ ਚੱਪਿਆ, ਬਾਕੀਆਂ ਤੇ ਮਗਰ ਲੱਗ ਗਿਆ ਉਹ ਵੀ, ਪਰ ਹੈ ਤੇ ਗਲਤ ਹੈ ਸਿਸਟਮ। ਮੈਂ ਐਗਰੀ ਹੈਗਾ ਉਸ ਸਿਸਟਮ ਦੇ ਨਾਲ। ਇਹ ਹੁਣ ਦਾ ਨਹੀਂ, ਇਹ ਬਹੁਤ ਚਿਰ ਦਾ ਚੱਲ ਰਿਹਾ। ਇਹ ਫਿਲੀਪੀਨ 'ਚੋਂ ਸਿਸਟਮ ਚੱਲ ਰਿਹਾ ਹੈ, ਹੁਣ ਤਾਂ ਨਹੀਂ ਚੱਲ ਰਿਹਾ। ਇਹ ਨਵਾਂ ਨਹੀਂ ਚੱਲਿਆ, ਥੋੜੇ ਚਿਰ ਦੇ ਵਿੱਚ। ਜਿਹੜੀ ਇਨਫੋਰਮੇਸ਼ਨ 7-8 ਸਾਲਾਂ ਤੋਂ ਚੱਲਦਾ, ਜਿਹੜੀ ਕਸਟਮਰ ਦੀ, ਚਾਹੇ ਉਹ ਬੈਂਕ ਦਾ ਹੈ, ਚਾਹੇ ਟੈਕਸੀ ਦਾ, ਚਾਹੇ ਟਰੱਕਿੰਗ ਦਾ, ਜਾਂ ਸਾਰੀ ਇਨਫੋਰਮੇਸ਼ਨ ਉੱਥੇ ਚੋਰਾਂ ਠੱਗਾਂ ਕੋਲ ਚਲੇ ਗਈ, ਉਹ ਤਾਂ ਚੱਕ ਕੇ ਆਲਰੇਡੀ ਵੇਚਦੇ ਹੋਣਗੇ। ਵੇਚਦੇ ਕੀ, ਵੇਚ ਰਹੇ ਹੋਣਗੇ ਉਹ ਚੱਕ ਕੇ ਸਾਰਾ ਕੁਝ। ਯੈਸ, ਉਹ ਇੰਨੇ ਸਮਾਰਟ ਆ ਵੀ ਉਹਨਾਂ ਨੂੰ ਜੇ ਉਹਨਾਂ ਕੋਲ ਕੈਮਰਾ ਲੱਗਾ, ਉਹਨਾਂ ਨੂੰ ਲਿਖਣ ਦੀ ਵੀ ਲੋੜ ਨਹੀਂ। ਉਹਨਾਂ ਨੇ ਦਿਮਾਗ 'ਚ ਰੱਖ ਲੈਣਾ, ਰੱਖ ਕੇ ਜਾ ਕੇ ਆਪਣੇ ਵਾਸ਼ਰੂਮ ਜਾ ਕੇ ਲਿਖ ਲੈਣਾ। ਤੁਹਾਨੂੰ ਇੱਥੇ ਹੋਊਗਾ, ਇੱਥੇ ਤੁਸੀਂ ਅਗਲੇ ਤੋਂ ਸਾਈਨ ਕਰਾਓਗੇ, ਕੰਟਰੈਕਟ ਲਾਉਂਗੇ ਵੀ ਜੇ ਤੂੰ ਫਰਾਡ ਕਰਦਾ ਫੜਿਆ ਗਿਆ ਤੈਨੂੰ ਨੌਕਰੀ ਤੋਂ ਕੱਢ ਦੇਣਾ। ਉਹਦੇ ਰੈਜ਼ੂਮੇ ਤੇ ਇਫੈਕਟ ਪਊਗਾ। ਹੁਣ ਬਾਹਰਲੇ ਬੰਦੇ ਤੁਸੀਂ ਕੀ ਕਰ ਲਓਗੇ? ਬਿਲਕੁਲ ਠੀਕ। ਹਾਂ, ਇਹ ਨਹੀਂ ਸੋਚਦਾ, ਇਹ ਲੋਕਾਂ ਦਾ, ਲੋਕ ਕਰਨ, ਉੱਠਣ, ਸਭ ਕੁਝ ਕਰ ਸਕਦੇ। ਹੁਣੇ ਸਟਾਰਟ ਕਰ। ਜਿਹੜੇ ਸਟੋਰ ਦੇ ਵਿੱਚ ਜਿੱਥੇ ਸੈਲਫ ਪੇ ਆ, ਉਹ ਕਹਿੰਦੇ ਅਸੀਂ ਪੇ ਹੀ ਨਹੀਂ ਕਰਨਾ, ਜਿਹੜਾ ਕੈਸ਼ੀਅਰ ਨੂੰ ਪੇ ਕਰਨਾ। ਇਹ ਹੁਣੇ ਨਾ ਸੁਪਰ ਸਟੋਰ ਵਾਲਿਆਂ ਨੇ 2 ਦਿਨਾਂ 'ਚ ਨਾ ਚੱਕਦੇ, ਮੈਨੂੰ ਨਾਮ ਬਤਾ ਦਿਓ। ਬਿਲਕੁਲ ਠੀਕ ਆ ਜੀ। ਬਸ ਲੋਕਾਂ ਨੂੰ ਉਠਾਉਣ ਦੇ ਲਈ ਉਹ ਹਰ ਰੋਜ਼ ਲੱਗੇ ਰਹਿੰਦੇ ਆ, ਸਵੇਰ ਤੋਂ ਆਥਣ ਤੱਕ। ਹੁਣ ਕਦ ਉੱਠਣਗੇ ਬਸਰਾਂ ਸਾਹਿਬ ਦੱਸ ਸਕਦੇ ਆ। ਲਾਈਨ ਨੰਬਰ 2। ਹਾਂ, ਧੰਨਵਾਦ ਗਿੱਲ ਸਾਹਿਬ। ਧੰਨਵਾਦ ਗਿੱਲ ਸਾਹਿਬ। ਦੇਖੋ ਸਾਰਾ ਕੁਝ ਹੋ ਗਿਆ, ਮੈਂ ਬੇਨਤੀ ਕਰੂੰਗਾ, ਆਪਣੇ ਸਰਪੰਚ ਸਾਹਿਬ ਦੀ ਗੱਲ ਕਰਦੇ ਹੁੰਦੇ ਸੀਗੇ ਆਪਾਂ, ਉਹਨੇ ਨਾਸੀ ਧੂਆਂ ਲਿਆਤਾ ਸੀਗਾ ਚਾਈਨਾ ਵਾਲਿਆਂ ਦੇ। ਅੱਜ ਜਿਹੜੀਆਂ ਗੱਲਾਂ ਉਹ ਕਹਿੰਦੇ ਸੀ ਅੱਜ ਉਹੀ ਹੋ ਰਹੀਆਂ ਨਾ, ਕਿ ਅਸੀਂ ਡਿਸਪੋਜ਼ੇਬਲ ਚੀਜ਼ਾਂ ਯੂਜ਼ ਕਰਦੇ ਆ। ਇੱਥੇ ਇੱਕ ਟੀਵੀ ਹੁੰਦਾ ਸੀਗਾ 3500 ਤੋਂ ਲੈ ਕੇ 4000 ਦਾ ਵੱਡੇ ਘਰਾਂ ਦੇ ਵਿੱਚ, ਉਹ ਅੱਜ ਵੀ ਉਦਾਂ ਹੀ ਚੱਲਦਾ। ਜਿਹੜਾ ਅਸੀਂ ਲੈ ਕੇ ਆਉਂਦੇ ਆ $1500 ਦਾ, ਉਹਦੇ 15 ਮਹੀਨੇ ਦੀ ਮਿਆਦ ਹੁੰਦੀ ਆ, ਔਰ ਉਹ ਤੋਂ ਬਾਅਦ ਆਪਾਂ ਨੂੰ ਸੁੱਟਣਾ ਪੈਂਦਾ ਉਹ। ਬਾਕੀ ਗਿੱਲ ਸਾਹਿਬ ਜਿੰਨੇ ਵੀ ਭਾਈ ਸਾਹਿਬ ਗੱਲਾਂ ਕਰਕੇ ਗਏ ਆ ਕਿ ਸਾਡੀ ਜਿਹੜੀ ਹੈਗੀ ਆ ਪਰਸਨਲ ਇਨਫੋਰਮੇਸ਼ਨ ਸਾਰੀ ਬਾਹਰ ਜਾ ਰਹੀ, ਇਹ ਕੰਟਰੀਆਂ ਦੇ ਕੰਮ ਆ ਜਿਹੜੇ ਸਾਡੇ ਲਾਅ ਮੇਕਰ ਆ। ਹੁਣ ਅਮਰੀਕਾ 'ਚ ਰੌਲਾ ਪੈਂਦਾ ਨਾ ਕਿ ਚਾਈਨਾ ਵਾਲੇ ਸਾਡੀ ਟੈਕਨੋਲੋਜੀ ਲੈ ਕੇ ਇੱਥੇ ਸਟੂਡੈਂਟ ਬਣ ਕੇ ਆਉਂਦੇ ਸੀਗੇ, ਰਸ਼ੀਆ ਵਾਲੇ ਕੀ ਕਰਦੇ ਹੈਗੇ ਆ, ਫਲਾਨੇ ਕੀ ਕਰਦੇ ਹੈਗੇ ਆ, ਧਮਕਾਨੇ ਕੀ ਕਰਦੇ ਹੈਗੇ ਆ। ਇਹ ਕੰਟਰੀਆਂ ਜਿਸ ਵੇਲੇ ਲਾਅ ਸਖਤ ਬਣਾ ਦੇਣਗੀਆਂ, ਕੋਈ ਆਊਟਸੋਰਸਿੰਗ ਨਹੀਂ ਹੋਊਗੀ। ਸੋ ਫਿਰ
ਗੱਲ ਬਣਨੀ ਹੈਗੀ ਆ। ਲੋਕੀ ਤਾਂ ਮਤਲਬ ਕਿ ਆਪਾਂ ਆਮ ਜਨਤਾ ਨੂੰ, ਆਵਾਮ ਨੂੰ ਕਹਿੰਦੇ ਹੈਗੇ ਆ, ਲੋਕੀ ਦੇਖਦੇ ਆ ਭਾਈ ਮੈਂ ਲਾਈਨ 'ਚ ਕਿਉਂ ਲੱਗਾ ਕੈਸ਼ੀਅਰ ਵਾਲੇ ਪਾਸੇ, ਤੋਂ ਫਟਾਫਟ ਆਪਣਾ ਸਕੈਨ ਕਰਕੇ ਝੋਲੇ 'ਚ ਪਾ ਕੇ ਆਪਣਾ ਸਮਾਨ ਬਾਹਰ ਨਿਕਲ ਜਾਵਾਂ। ਅਸੀਂ ਵੀ ਤਾਂ ਮਤਲਬ ਕਿ ਟਾਈਮ ਮਸ਼ੀਨ ਹੀ ਸਾਰੇ ਬਣੀ ਜਾ ਰਹੇ ਹੈਗੇ। ਇਨਸਾਨ ਜਿਹੜਾ ਵੀ ਹੈਗਾ ਆ, ਮਨੁੱਖੀ ਚੀਜ਼ਾਂ ਆਪਾਂ ਆਮ ਤੌਰ ਤੇ ਗੱਲ ਕਰਦੇ ਆ। ਸੋ ਇਹਦੇ ਲਈ ਤਾਂ ਜਿਹੜੇ ਸਾਡੇ ਲਾਅ ਮੇਕਰ ਹੈਗੇ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਆਊਟਸੋਰਸਿੰਗ ਹੋ ਰਹੀ ਆ, ਡਿਸਪੈਚ ਹੋ ਰਹੀ ਆ, ਉਹ ਕੰਪਨੀ ਆ ਜਿਹੜੀ ਉਹ ਕੋਈ ਟੈਕਸ ਨਹੀਂ ਭਰਦੀ, ਕੋਈ ਕੁਛ ਨਹੀਂ ਕਰਦੀ ਹੈਗੀ। ਮਤਲਬ ਐਮਾਜ਼ੋਨ ਲੈ ਲਓ, ਹੋਰ ਲੈ ਲਓ, ਇਹ ਲੋਕੀ ਮੈਨੂੰ ਸਮਝ ਨਹੀਂ ਆਉਂਦੀ। ਜਿੰਨੀ ਕੁ ਪੈਸਾ ਮੇਰੇ ਖਿਆਲ ਪਹਿਲਾਂ ਸਾਰੇ ਧਨਾਡਾ ਕੋਲ ਸੀਗਾ, ਉਹਨਾਂ ਕੁ ਤਾਂ ਐਮਾਜ਼ੋਨ ਵਾਲਾ ਹੋ ਗਿਆ, ਆ ਟੈਸਲਾ ਵਾਲਾ ਹੋ ਗਿਆ, ਆਪਣੇ ਬਿਲ ਗੇਟ ਸਾਹਿਬ ਹੋ ਗਏ, ਇਹਨਾਂ ਕੋਲ ਸਾਰੀ ਦੁਨੀਆ ਦਾ ਮੇਰੇ ਖਿਆਲ ਪੈਸਾ ਇਹਨਾਂ ਕੋਲੇ ਹੋਣਾ। ਇੰਡੀਆ ਦੇ ਵਿੱਚ ਅਡਾਨੀਆਂ ਕੋਲ, ਅੰਬਾਨੀਆਂ ਕੋਲ ਆਪਾਂ ਕਹਿੰਦੇ ਹੈਗੇ ਆ, ਪਹਿਲਾਂ ਟਾਟੇ ਬਿਰਲੇ ਦਾ ਨਾਂ ਸੁਣਦੇ ਸੀਗੇ, ਹੁਣ ਤਾਂ ਉਹਨਾਂ ਨੂੰ ਕੋਈ ਚਿੱਤੇ ਵੀ ਨਹੀਂ ਕਰਦਾ। ਹੁਣ ਤਾਂ ਅਡਾਨੀ ਅੰਬਾਨੀ ਬੱਚੇ ਦੀ ਜ਼ਬਾਨ ਦੇ ਉੱਤੇ ਆ। ਔਰ ਉਹਨਾਂ ਵਰਗੇ ਹੀ ਹੋਰ ਜਿਹੜੇ ਹੈਗੇ ਆ, ਕੋਈ ਹਾਂਗਕਾਂਗ ਬੈਠਾ ਆ, ਕੋਈ ਬੈਠਾ ਹੈਗਾ ਆ ਆਪਣੇ ਸਿੰਗਾਪੁਰ ਦੇ ਵਿੱਚ ਬੈਠਾ ਆ, ਉਹ ਇੱਥੇ ਆਪਣੇ ਰੀਅਲ ਸਟੇਟ ਆਪਣੀ ਇੱਥੇ ਦੀ ਬਾਏ ਕਰੀ ਜਾ ਰਹੇ ਹੈਗੇ ਆ, ਔਰ ਉਹਨੂੰ ਅੱਗੇ ਮਤਲਬ ਕਿ ਮੁਨਾਫਾ ਕੱਢ ਕੇ ਵੇਚੀ ਜਾ ਰਹੇ ਆ। ਔਰ ਇਹ ਗੱਲਾਂ ਗਿੱਲ ਸਾਹਿਬ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਆ ਜਾਂ ਕੋਈ ਵੀ ਹੈਗੇ ਆ, ਤੁਸੀਂ ਦੱਸਦੇ ਹੁੰਦੇ ਆ ਕਿ ਨਾਰਥ ਦੇ ਵਿੱਚ ਔਰ ਰਸ਼ੀਆ ਵਾਲੇ ਕਈ ਵਾਰੀ ਆ ਕੇ ਰੌਲਾ ਪਾਉਂਦੇ ਰਹੇ ਆ ਉੱਥੇ, ਤੇ ਕੈਨੇਡਾ ਵਾਲਿਆਂ ਨੇ ਕੀ ਕਰ ਲੈਣਾ ਉੱਥੇ। ਮਤਲਬ ਇਸ ਤਰ੍ਹਾਂ ਦੀ ਜਿਹੜੀ ਲੜਾਈ ਚੱਲੀ, ਉਹ ਇਹ ਗਵਰਨਮੈਂਟਾਂ ਨੂੰ ਆਪਣੇ ਲਾਅ ਸਖਤ ਕਰਨੇ ਪੈਣੇ ਆ, ਤਾਂ ਕਿਤੇ ਜਾ ਕੇ ਗੱਲ ਬਣਨੀ ਆ, ਤਾਂ ਇੱਥੇ ਲੋਕਾਂ ਦੀਆਂ ਜੋਬਾਂ ਬਚਣੀਆਂ ਹੈਗੀਆਂ। ਇਹ ਨਹੀਂ ਹੈਗਾ ਕਿ ਤੁਸੀਂ ਹੁਣ ਇੱਕਦਮ ਫਰਨੀਚਰ ਉੱਤੇ 300% ਟੈਕਸ ਲਾਤਾ। ਦੱਸੋ ਹਾਸੋਹੀਣੀਆਂ ਗੱਲਾਂ ਇਹਨੇ ਤਾਂ ਉਹੀ ਹੋ ਗਿਆ ਮੋਦੀ ਸਾਹਿਬ ਵਾਲਾ ਹੀ ਕੰਮ। ਅੱਧੀ ਰਾਤ ਨੂੰ ਕਹਿਤਾ ਨੋਟਬੰਦੀ, ਚਲੋ ਜੀ ਮਰ ਜਾਣ ਲੋਕੀ, ਸਵੇਰੇ ਆ ਕੇ ਉੱਥੇ ਵਿਚਾਰੇ ਲਾਈਨਾਂ 'ਚ ਲੱਗਣ। ਗਰੀਬ ਜਿਹੜਾ ਪੈਸੇ ਵਾਲਾ ਧਰਾੜਿਆ, ਕੋਈ ਉੱਚੇ ਅਹੁਦੇ ਤੇ ਬੈਠਾ ਆ, ਉਹਦੇ ਘਰ ਦੇ ਵਿੱਚ ਆ ਕੇ ਬੈਂਕਾਂ ਦੇ ਮੈਨੇਜਰ, ਅਸੀਂ ਆਪਣੇ ਕੰਨੀ ਸੁਣੀਆਂ ਇਹ ਗੱਲਾਂ, ਇਹ ਦੇਖੀਆਂ ਤਾਂ ਨਹੀਂ ਹੈਗੀਆਂ, ਵੀ ਉਹ ਦੱਸਦੇ ਹੁੰਦੇ ਕਿ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਇੱਥੇ ਆਉਂਦੇ ਆ ਉਹ ਬਟਾ ਕੇ ਚਲੇ ਜਾਂਦੇ ਆ। ਜਿੰਨਾ ਪੋਲੀਟੀਸ਼ੀਅਨਾਂ ਦਾ ਪੈਸਾ ਸੀਗਾ ਗਿੱਲ ਸਾਹਿਬ, ਪੈਟਰੋਲ ਪੰਪਾਂ ਉੱਤੇ, ਹਸਪੀਟਲਾਂ ਦੇ ਵਿੱਚ ਉਹ ਸਾਰਾ ਟਰਾਂਸਫਰ ਹੋਇਆ ਬਾਅਦ ਦੇ ਵਿੱਚ। ਮਤਲਬ ਇਸ ਤਰ੍ਹਾਂ ਜਿਹੜਾ ਇੱਕ ਇਨਸਾਨ ਗਰੀਬ ਹੈਗਾ ਆ, ਮਿਹਨਤ ਮਸ਼ੱਕਤ ਕਰਨੇ ਵਾਲਾ ਆ, ਉਹਨੂੰ ਹੀ ਔਖਾ ਹੁੰਦਾ ਹੈਗਾ। ਇਹ ਜਿਹੜੀਆਂ ਸਾਡੀਆਂ ਗੌਰਮੈਂਟਾਂ ਆ, 7G ਕਰ ਲਈ, 8G ਕਰ ਲਏਗੀ, 21G ਕਰ ਲੈਣ, ਜੋ ਮਰਜ਼ੀ ਕਰ ਲੈਣ, ਜਿੰਨਾ ਚਿਰ ਆਪਣੇ ਕੰਟਰੀ ਨੂੰ ਪ੍ਰੋਟੈਕਟ ਕਰਦੇ ਹੈਗੇ ਉਹਨਾਂ ਚਿਰ ਕੁਛ ਨਹੀਂ ਹੋਣਾ ਹੈਗਾ। ਥੈਂਕ ਯੂ ਤੁਹਾਡਾ ਬਹੁਤ ਬਹੁਤ, ਤੁਸੀਂ ਤਾਂ ਹੋਕਾ ਦਿੰਦੇ ਰਹਿੰਦੇ ਆ ਗਿੱਲ ਸਾਹਿਬ, ਥੈਂਕ ਯੂ। ਹੈਰਾਨ ਹੋ ਗਿਆ ਆ, ਹੁਣ ਆ ਗਿਆ ਲਿਖ ਕੇ ਜੀ, ਉਹ ਕਹਿੰਦੇ ਸਾਡਾ ਅਕਾਊਂਟੈਂਟ ਆ, ਉਹਦੇ 14 ਬੰਦੇ ਉਹਨੇ ਇੰਡੀਆ 'ਚ ਬਿਠਾਏ ਹੋਏ, ਸਾਰਾ ਕੰਮ ਉੱਥੋਂ ਕਰਾਉਂਦਾ। ਕੈਮਲੂਪਸ 2 ਟੈਕਸੀ ਕੰਪਨੀਆਂ ਨੇ, ਇੱਕ ਪਾਕਿਸਤਾਨ ਤੋਂ ਡਿਸਪੈਚ ਕਰਾ ਰਹੀ ਹੈ। ਇਹ ਤਾਂ ਮਿੱਤਰੋ ਗਿਆ ਬੱਲੋ ਪੈ ਗਈ। ਫਿਰ ਮੈਂ ਬ੍ਰੇਕਿੰਗ ਨਿਊਜ਼ ਲੈ ਕੇ ਸਾਡੇ ਨਿਊਜ਼ ਡਾਇਰੈਕਟਰ ਕੌਸ਼ਲ ਸਾਹਿਬ ਮੇਰੇ ਨਾਲ ਨੇ। ਬਾਈ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਤੁਹਾਡਾ ਗਿੱਲ ਸਾਹਿਬ। ਗਿੱਲ ਸਾਹਿਬ, ਤੁਹਾਡੇ ਯਾਦ ਹੈ ਕਿ ਸਰੀ ਦੇ ਵਿੱਚ ਇੱਕ ਰੇੜਕਾ ਫਸਿਆ ਰਿਹਾ ਜਦੋਂ ਇਲੈਕਸ਼ਨ ਹੋਏ ਸੀ ਸਰੀ ਸਿਟੀ ਦੇ, ਕਿ ਜਿੱਥੇ ਇੱਕ LRT ਤੋਂ ਟ੍ਰਾਂਜੀਸ਼ਨ ਦਾ ਮਾਮਲਾ ਸੀ ਸਕਾਈ ਟ੍ਰੇਨ ਦਾ, ਦੂਸਰਾ ਸੀ ਸਰੀ ਪੁਲਿਸਿੰਗ ਦਾ, ਸਰੀ ਦੀ ਡਿਸਟ੍ਰਿਕਟ ਪੁਲਿਸਿੰਗ ਦਾ। ਉਹਨੂੰ ਲੈ ਕੇ ਮੇਅਰ ਜਿਹੜੇ ਨੇ ਉਹ ਡਨ ਡੀਲ ਕਹਿੰਦੇ ਰਹੇ, ਔਰ ਅਜੇ ਵੀ ਉਹ ਕਹਿ ਰਹੇ ਨੇ ਕਿ ਡਨ ਡੀਲ ਹੈ। ਪਰ ਹੁਣੇ ਇੱਕ ਜਾਣਕਾਰੀ ਆਈ ਹੈ ਕਿ ਅੰਡਰ ਦਾ ਐਕਟ, ਜਿਹੜਾ ਇੱਕ ਐਕਟ ਹੈ ਰੀਕਾਲ ਐਂਡ ਇਨੀਸ਼ੀਏਟਿਵ ਐਕਟ, ਸਰੀ ਦੇ ਵਿੱਚ 2018 ਦੇ ਵਿੱਚ ਕਲੋਵਰਡੇਲ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ, ਪੌਲ ਬੈਨਟ ਦੀ। ਮਿਸਟੇਕਨ ਆਇਡੈਂਟੀਟੀ। ਹਾਂਜੀ, ਮਿਸਟੇਕਨ ਆਇਡੈਂਟੀਟੀ। ਉਹਨਾਂ ਦੀ ਧਰਮ ਪਤਨੀ ਜਿਹੜੀ ਹੈ, ਉਹਨਾਂ ਦੀ ਵਿਡੋ ਜਿਹੜੀ ਹੈ ਡਾਰਲਿਨ ਬੈਨਟ, ਉਹਨਾਂ ਵੱਲੋਂ ਇਹ ਇਨੀਸ਼ੀਏਟ ਲਿਆ ਗਿਆ। ਔਰ ਹੁਣ ਇਲੈਕਸ਼ਨ BC ਨੇ ਅਪਰੂਵ ਕਰ ਦਿੱਤਾ ਕਿ ਸਰੀ ਪੁਲਿਸਿੰਗ ਦੀ ਟ੍ਰਾਂਜੀਸ਼ਨ ਦੇ ਵਾਸਤੇ ਰੈਫਰੈਂਡਮ ਦੀ ਐਪਲੀਕੇਸ਼ਨ ਜਿਹੜੀ ਹੈ ਉਹ ਅਪਰੂਵ ਕਰ ਦਿੱਤੀ। ਸੋ ਹੁਣ ਇਹ ਰੈਫਰੈਂਡਮ ਹੋਏਗਾ ਕਿ ਨਹੀਂ, ਇਹਦੇ ਵਾਸਤੇ ਜਿਹੜੀ ਐਪਲੀਕੇਸ਼ਨ ਸੀ ਉਹ ਅਪਰੂਵ ਹੋ ਗਈ ਹੈ। ਇਹਦਾ ਮਤਲਬ ਇਹ ਹੈ ਕਿ ਹੁਣ ਜਿਹੜੇ ਮਿਸ ਬੈਨਟ ਨੇ, ਇਹਨਾਂ ਵੱਲੋਂ ਸਿਗਨੇਚਰ ਕਲੈਕਟ ਕੀਤੇ ਜਾਣਗੇ ਕਿ ਕੀ ਇਸ ਪੁਲਿਸ ਟ੍ਰਾਂਜੀਸ਼ਨ ਦੇ ਉੱਤੇ ਰੈਫਰੈਂਡਮ ਕਰਾਇਆ ਜਾਏ ਜਾਂ ਨਾ ਕਰਾਇਆ ਜਾਏ। ਹਾਲਾਂਕਿ ਇਹ ਬਹੁਤ ਸਖਤ ਇੱਕ ਔਖਾ ਕੰਮ ਹੋਏਗਾ, ਕਿਉਂਕਿ 87 ਜਿਹੜੀਆਂ ਇਲੈਕਟੋਰਲ ਡਿਸਟ੍ਰਿਕਟਸ ਨੇ, ਇਹਨਾਂ ਦੇ ਵਿੱਚੋਂ ਜਿੰਨੇ ਰਜਿਸਟਰਡ ਵੋਟਰ ਨੇ ਉਹਦਾ 10% ਸਿਗਨੇਚਰ ਇਹਨਾਂ ਨੂੰ ਕਲੈਕਟ ਕਰਨੇ ਪੈਣਗੇ। ਚਾਹੇ ਅੱਜ ਕੱਲ੍ਹ IT ਦਾ ਦੌਰ ਹੈ, ਲੇਕਿਨ ਇਹ 15 ਨਵੰਬਰ ਤੱਕ ਕਰਨੇ ਪੈਣਗੇ। ਸੋ 4 ਲੱਖ ਜੇ ਵੋਟਾਂ ਨੇ ਤਾਂ 40,000 ਸਿਗਨੇਚਰ ਚਾਹੀਦੇ ਆ 87 ਇਲੈਕਟੋਰਲ ਡਿਸਟ੍ਰਿਕਟ ਤੋਂ। ਸੋ ਕਿਤੋਂ ਵੀ BC ਤੋਂ ਜਿਹੜੀਆਂ ਇਲੈਕਟੋਰਲ ਡਿਸਟ੍ਰਿਕਟ ਨੇ, ਇੱਥੋਂ 10% ਜੇ ਰਜਿਸਟਰਡ ਵੋਟਰ ਕੋਲੋਂ ਸਾਈਨ ਕਰਵਾ ਲੈਂਦੇ ਨੇ ਤਾਂ ਇਹ ਐਪਲੀਕੇਸ਼ਨ ਜਿਹੜੀ ਹੈ ਇਹ ਅਪਰੂਵਲ ਹੋ ਜਾਂਦੀ ਹੈ। ਫਿਰ ਰੈਫਰੈਂਡਮ ਸਟਾਰਟ ਹੋਏਗਾ, ਔਰ ਰੈਫਰੈਂਡਮ 'ਚ ਜੇ ਕਿਤੇ ਇਹ ਗੱਲ ਆ ਗਈ ਕਿ ਨਹੀਂ ਚਾਹੀਦੀ ਪੁਲਿਸ, ਤਾਂ ਮੇਰੀ ਹੁਣੇ ਗੱਲ ਹੋ ਕੇ ਹਟੀ ਹੈ ਜੈਕ ਹੁੰਡਲ ਦੇ ਨਾਲ, ਜਿਹੜੇ ਕਾਉਂਸਲਰ ਨੇ, ਉਹਨਾਂ ਨੇ ਕਿਹਾ ਕਿ ਫਿਰ ਇਹ ਜਿਹੜੀ ਟ੍ਰਾਂਜੀਸ਼ਨ ਹੈ ਰੁਕ ਜਾਏਗੀ। ਆਈ ਡੋਂਟ ਨੋ ਕਿ ਕੀ ਇਹ ਪਰ ਇਹ ਤਾਂ ਆਲਰੇਡੀ ਕਿੱਥੇ ਗੱਲ ਹੋਈ ਹੈ, ਚੀਫ ਹਾਇਰ ਕੀਤੇ ਹੋਏ ਨੇ, ਸਾਰੀਆਂ ਚੀਜ਼ਾਂ ਹੋ ਰਹੀਆਂ ਜੀ। ਬਿਲਕੁਲ, ਹਾਇਰਿੰਗ ਬੜੇ ਤੇਜ਼ ਪ੍ਰੋਸੈਸ ਤੇ ਚੱਲ ਰਹੀ ਹੈ। ਉਹਨਾਂ ਦੀ ਯੂਨੀਫਾਰਮ ਡਿਸਾਈਡ ਹੋ ਚੁੱਕੀ ਹੈ, ਉਹਨਾਂ ਦੇ ਵਹੀਕਲ ਜਿਹੜੇ ਡਿਸਾਈਡ ਹੋ ਚੁੱਕੇ ਹੈ। ਇੰਨਾ ਕੁਛ ਹੋਣ ਤੋਂ ਬਾਅਦ ਜੇ ਹੁਣ ਇਹ ਟ੍ਰਾਂਜੀਸ਼ਨ ਨੂੰ ਲੈ ਕੇ ਰੈਫਰੈਂਡਮ
ਜੇਕਰ ਉਹਨਾਂ ਨੂੰ ਇੰਨੇ ਸਿਗਨੇਚਰ ਮਿਲ ਜਾਂਦੇ ਆ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਕੀਪ ਦਾ RCMP ਸਰੀ ਦੇ ਹੱਕ 'ਚ ਵੀ ਨੇ, ਬਹੁਤ ਸਾਰੇ ਲੋਕ ਨੇ। ਸੋ ਜੇਕਰ ਇਹ ਕਿਤੇ ਇਸ ਚੀਜ਼ ਨੂੰ ਬਲ ਮਿਲ ਜਾਂਦਾ ਤਾਂ ਇਹ ਇੱਕ ਨਵੀਂ ਤਰ੍ਹਾਂ ਦਾ ਇੱਕ ਡਿਵੈਲਪਮੈਂਟ ਜਿਹੜੀ ਹੈ ਉਹ ਸਾਹਮਣੇ ਆਏਗੀ। ਬਿਲਕੁਲ ਜੀ, ਸਾਡੇ ਇਲੈਕਟਡ ਅਫੀਸ਼ੀਅਲ ਨੂੰ ਵੀ ਤੁਸੀਂ ਵਾਪਸ ਸੱਦ ਸਕਦੇ ਹੋ, ਸਾਈਨ ਚਾਹੀਦੇ ਆ, ਲੋਕ ਕਾਲ ਬੈਕ ਜਿਹੜਾ ਉਹਨਾਂ ਨੂੰ ਕਰ ਸਕਦੇ ਆ। ਪਰ ਅਮੇਜ਼ਿੰਗ ਜੀ, ਥੈਂਕ ਯੂ। ਪਹਿਲੀ ਕੜੀ ਦੇ ਵਿੱਚ ਮੂਲ ਵਾਸੀਆਂ ਦੀ ਅੱਜ ਮੈਂ ਥੋੜੀ ਜਿਹੀ ਝਾਤ ਤੁਹਾਨੂੰ ਪਾਉਣਾ ਹੈ ਬਈ ਕਹਾਣੀ ਕੀ ਹੈ। ਇੱਕ ਤਾਂ ਕੋਲੰਬਸ ਜਦ ਆਇਆ 1492, 93, 98 ਤੇ 1502 ਚ ਸਪੇਨ ਤੋਂ, ਤੇ ਪੰਜ 500 ਸਾਲ ਪਹਿਲਾਂ ਜਦ ਉਹਨੇ ਬੰਦੇ ਦੇਖੇ ਆ ਕੇ, ਉਹ ਕਹਿੰਦਾ ਇਹਦਾ ਇੰਡੀਆ ਆ ਗਿਆ, ਮੈਂ ਇੰਡੀਅਨ ਬੰਦੇ ਨੇ ਤਾਂ ਸ਼ਕਲਾਂ ਆਪਣੇ ਨਾਲ ਮਿਲਦੀਆਂ ਸੀ। ਪਰ ਕੈਨੇਡਾ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ ਜਿਹੜੀ ਇਹ ਫਸਟ ਨੇਸ਼ਨ ਹੈ, ਜਿੰਨੇ ਵੀ ਇਹ 'ਤੇ ਕੰਮ ਕਰਨ ਵਾਲੇ ਨੇ, ਉਹਨਾਂ ਨੇ ਲੱਭਿਆ ਕਿ 12,000 ਸਾਲ ਪਹਿਲਾਂ ਇਹ ਲੋਕ ਇੱਥੇ ਵਸਦੇ ਨੇ, 12,000 ਸਾਲਾਂ ਤੋਂ। ਤੇ ਇਹਨਾਂ ਦੀਆਂ ਆਪਣੀਆਂ ਸਰਕਾਰਾਂ, ਆਪਣੇ ਗਰੁੱਪ, ਆਪਣੇ ਕਲਾਇਨਸ ਜਿਹੜੇ ਨੇ, ਅਲੱਗ-ਅਲੱਗ ਏਰੀਆ ਇਹਨਾਂ ਦਾ, ਉਹ ਤੇ ਕਿਹਦੇ ਨਾਲ ਚੱਲਦੇ ਨੇ? ਜਿਹੜੀ ਜ਼ਿੰਦਗੀ ਹੈ, ਸਰਕਲ ਆ ਜਿਹੜਾ, ਰੁੱਤਾਂ ਦੇ ਨਾਲ, ਪਾਣੀਆਂ ਦੇ ਨਾਲ, ਚਸ਼ਮਿਆਂ ਦੇ ਨਾਲ, ਜਾਨਵਰਾਂ ਦੇ ਨਾਲ, ਰੁੱਖਾਂ ਦੇ ਨਾਲ, ਬੂਟਿਆਂ ਦੇ ਨਾਲ, ਪਸ਼ੂ ਪੰਛੀਆਂ ਦੀ ਜ਼ਿੰਦਗੀ ਦੇ ਨਾਲ ਹੀ ਇਹਨਾਂ ਦਾ ਲਾਈਫ ਸਾਈਕਲ ਹੈ। ਤੁਸੀਂ ਦੇਖਿਓ ਇਹਨਾਂ ਦੇ ਜਿੰਨੇ ਆਰਟਸ ਨੇ, ਜਿੰਨੇ ਕਾਰਵ ਕਰਦੇ ਨੇ, ਜਿਹੜੇ ਪੋਲਸ ਨੇ, ਟੋਟਮ ਪੋਲਸ ਨੇ, ਸਾਰੀਆਂ ਉਹਨਾਂ ਦੀਆਂ ਸ਼ਕਲਾਂ ਜਿਹੜੀਆਂ ਜਾਨਵਰਾਂ ਨਾਲ। ਮਾਈਗ੍ਰੇਸ਼ਨ ਜਿਹੜੀ ਹੈ ਨਾਰਥ ਅਮਰੀਕਾ ਦੇ ਵਿੱਚ ਇਹਨਾਂ ਦੀ ਹੋਈ, ਤੇ ਕਿਵੇਂ ਰਹੇ 12,000 ਸਾਲ ਤੋਂ ਪਹਿਲਾਂ ਇਹ ਲੋਕ ਇੱਥੇ ਵਸਦੇ ਸੀ। 12,000 ਸਾਲ, 500 ਸਾਲਾਂ ਦੀ ਤਾਂ ਗੱਲ ਚੱਲ ਹੀ ਰਹੀ ਹੈ ਨਾ ਕੋਲੰਬਸ ਵੇਲੇ ਤੋਂ। ਟ੍ਰੇਡ, ਬਿਜ਼ਨਸ ਕਰਦੇ ਰਹੇ। ਟ੍ਰੇਡ ਕਾਹਦਾ ਕਰਦੇ ਰਹੇ? ਜਿੰਨੇ ਵੀ ਪੁਰਾਣੇ ਆਰਕੀਓਲੋਜਿਸਟ ਨੇ, ਉਹ ਦੱਸ ਰਹੇ ਨੇ ਕਿ ਭਾਂਡਿਆਂ ਦੀ, ਪੋਟਰੀ ਦੀ ਤੇ ਚਾਂਦੀ ਦੀ, ਤੇ ਉਸ ਤੋਂ ਬਾਅਦ ਤਾਂਬੇ ਦੇ ਸੰਦਾਂ ਦੀ ਇਹ ਟ੍ਰੇਡ ਹੁੰਦੀ ਰਹੀ। ਬਹੁਤ ਕੰਪਲੈਕਸ ਜਿਹੜਾ ਸੱਭਿਆਚਾਰ ਬਹੁਤ ਅਲੱਗ ਹੈ, ਤੇ ਜ਼ਿਆਦਾਤਰ ਉਹਨਾਂ ਦਾ ਰਹਿਣਾ, ਖਾਣਾ ਪੀਣਾ, ਕਿਵੇਂ ਰੁਕਣਾ ਹੈ, ਉਹਨਾਂ ਦੀਆਂ ਭਾਸ਼ਾਵਾਂ, ਸਭ ਕੁਛ। ਸਰਕਾਰਾਂ ਕੀ ਨੇ ਉਹਨਾਂ ਦੀਆਂ, ਜਿਹੜੀ ਫਸਟ ਨੇਸ਼ਨ ਹੈ, ਇਹਨਾਂ ਦਾ ਜਿਹੜਾ ਅਲੱਗ-ਅਲੱਗ ਬੈਂਡ ਨੇ, ਰਿਜ਼ਰਵ ਨੇ, ਟਰਾਈਬਸ ਨੇ, ਇਹਨਾਂ ਦੇ ਚੀਫ ਨੇ, ਤੇ ਜਿਨ੍ਹਾਂ ਨੂੰ ਅਲੱਗ ਤਰੀਕੇ ਨਾਲ ਚੁਣਿਆ ਜਾਂਦਾ। ਮੋਸਟਲੀ ਬਜ਼ੁਰਗ ਚੁਣਦੇ ਨੇ, ਤੇ ਕੌਂਸਲ ਜਿਹੜੇ ਨੇ, ਜਿਹੜੀ ਆ ਐਲਡਰਸ ਦੀ, ਬਜ਼ੁਰਗਾਂ ਦੀ, ਉਹ ਚੀਫ ਨੂੰ ਸਿਲੈਕਟ ਕਰਦੀ ਹੈ। ਵੋਟਾਂ ਵੀ ਪੈਂਦੀਆਂ ਨੇ ਕਈ ਜਗ੍ਹਾ। ਧਰਮ ਜਿਹੜਾ, ਧਰਮ ਇਹਨਾਂ ਦਾ ਬਹੁਤ ਜ਼ਿਆਦਾ ਧਾਰਮਿਕ ਨੇ, ਤੇ ਆਤਮਾਵਾਂ ਦੇ ਆਲੇ ਦੁਆਲੇ ਗੱਲ ਚੱਲਦੀ ਹੈ ਸਾਰੀ। ਬਸ ਸਪਿਰਿਟਸ ਦੇ ਆਲੇ ਦੁਆਲੇ ਹੀ ਗੱਲ ਰਹਿੰਦੀ ਹੈ। ਆਮ ਆਤਮਾ, ਖਾਸ ਆਤਮਾ, ਤੇ ਧਰਤੀ ਨਾਲ, ਪਾਣੀ ਨਾਲ, ਜਾਨਵਰਾਂ ਦੇ ਨਾਲ, ਉਹਨੂੰ ਨਾਲ ਜਾ ਕੇ ਇਹ ਜੋੜਦੇ ਆ। ਬਹੁਤ ਛੋਟੀ ਉਮਰੋਂ ਸਿਖਾਉਂਦੇ ਆ, ਤੇ ਜਵਾਕਾਂ ਦੇ ਵਿੱਚ ਐਨਰਿਚਡ ਕਰ ਦਿੰਦੇ ਆ। ਜ਼ਿਆਦਾਤਰ ਜਿਹੜਾ ਬਬਾਣੀਆਂ, ਕਹਾਣੀਆਂ ਵਾਲੀ ਗੱਲ, ਓਰਲ ਟ੍ਰੈਡੀਸ਼ਨ ਹੈ। ਇਹਨਾਂ 'ਚ ਅਲਫਾਬੈਟ, ਇਹਨਾਂ ਦੇ ਕੋਲ ਉਹ ਸਿਸਟਮ ਨਹੀਂ ਹੈ ਰਾਈਟਿੰਗ ਦਾ, ਪਰ ਕੋਈ ਨਾ ਕੋਈ ਟਰਾਈਬ ਦੇ ਵਿੱਚ, ਰਿਜ਼ਰਵ ਦੇ ਵਿੱਚ, ਕਲੈਨ ਦੇ ਵਿੱਚ, ਬੈਂਡ ਦੇ ਵਿੱਚ ਬੰਦਾ ਇਹੋ ਜਿਹਾ ਹੈ ਜਿਹਦੇ ਕੋਲ ਸਾਰੀ ਸਮੋਈ ਹੋਈ ਹੈ, ਜਿਹੜੀ ਉਹਨਾਂ ਦੀ ਜਾਣਕਾਰੀ, ਉਹ ਸਾਰੀ ਅੱਗੇ ਦੇ ਕੇ ਜਾਂਦੇ ਨੇ, ਦੱਸ ਕੇ। ਫਿਰ ਇਹਨਾਂ ਦੇ ਲੀਜੈਂਡਸ ਨੇ, ਤੇ ਇਹਨਾਂ ਦੀਆਂ ਕਹਾਣੀਆਂ ਨੇ। ਅੱਛਾ, ਆਏ ਕਿੱਥੋਂ? ਮਲਟੀਕਲਚਰਲ ਕੰਟਰੀ ਹੈ ਇਹਦੇ 'ਚ, ਤੇ ਹੁਣ ਅੱਜ ਤੋਂ 500 ਸਾਲ ਪਹਿਲਾਂ ਕੋਲੰਬਸ ਦੇ ਵੇਲੇ
ਕੋਈ ਕੌਣ ਇੱਥੇ ਰਹਿੰਦਾ ਸੀ, ਉਹ ਇਹ ਬੰਦੇ ਰਹਿੰਦੇ ਸੀ ਕੈਨੇਡਾ ਦੇ ਵਿੱਚ। ਨੇਟਿਵ ਕਹਿ ਲਓ, ਇੰਡੀਜਨਸ ਕਹਿ ਲਓ, ਅਲੱਗ-ਅਲੱਗ ਨਾਂ ਨੇ, ਪਰ ਇੰਡੀਜਨਸ, ਐਬੋਰੀਜਨਲ ਤੇ ਇੰਡੀਜਨਸ ਖਾਸ ਨਾਂ ਨੇ। ਤੇ 53 ਦੇ ਕਰੀਬ ਅਲੱਗ-ਅਲੱਗ ਭਾਸ਼ਾ ਇਹਨਾਂ ਦੀਆਂ ਬੋਲਦੇ ਨੇ ਤੇ ਹਰ ਇੱਕ ਗਰੁੱਪ ਆਪਣੇ ਆਪ ਨੂੰ ਅਲੱਗ ਸਪੈਸੀਫਿਕ ਅਲੱਗ ਨਾਂ ਦੇ ਨਾਲ ਤੇ ਨਾਲ ਆਪਣੀ ਭਾਸ਼ਾ ਦੇ ਨਾਲ ਦੱਸਦਾ। ਜਿਹੜੇ ਇਨੀਊਟਸ ਨੇ ਉਹ ਉਹਨਾਂ ਨੇ ਸਕੀਮੋਜ਼ ਵੀ ਕਿਹਾ ਜਾਂਦਾ ਹੈ। ਕੱਲਾ ਮੈਂ ਦੱਸੂੰ ਬਈ ਫਸਟ ਜਿਹੜੇ ਇੰਡੀਅਨਸ ਨੇ ਉਹ ਕੌਣ ਨੇ, ਇਨੀਊਟਸ ਕੌਣ ਨੇ, ਮੀਟਿਸ ਕੌਣ ਨੇ। ਅੱਛਾ, ਮਾਈਗ੍ਰੇਸ਼ਨ ਕਿਵੇਂ ਹੋਈ? ਸਾਰਿਆਂ ਦੀ ਮਾਈਗ੍ਰੇਸ਼ਨ, ਕਿਉਂਕਿ ਸਾਡੇ ਨਾਲ ਅਕਲਾਂ ਸ਼ਕਲਾਂ ਜਿਹੜੀਆਂ ਰਲਦੀਆਂ ਨੇ, ਤਾਂ ਹੀ ਕੋਲੰਬਸ ਨੇ ਕਿਹਾ ਵੀ ਮੈਂ ਭਾਰਤ 'ਚ ਆ ਗਿਆ। ਜ਼ਿਆਦਾਤਰ ਲੋਕ ਏਸ਼ੀਆ ਦੇ ਵਿੱਚੋਂ ਇਹ ਆਏ ਨੇ। ਆਏ ਕਿਵੇਂ? ਆਏ ਜਦ ਜਿਹੜਾ ਬੇਰਿੰਗ ਸੀ ਹੈ, ਜਿਹੜਾ ਰੂਸ ਦੇ ਨਾਲ ਤੇ ਅਲਾਸਕਾ ਦੇ ਨਾਲ, ਜਿਹਨੂੰ ਬੇਰਿੰਗ ਸੀ ਕਹਿੰਦੇ ਨੇ, ਉਹ ਇਹ ਸਮੁੰਦਰ ਜਿਹੜਾ ਹੈ ਕਿਸੇ ਸਮੇਂ ਖੁਸ਼ਕ ਸੀ, ਹੁਣ ਤਾਂ ਪਾਣੀ ਦੇ ਥੱਲੇ ਹੈ। ਤੇ ਸਾਇੰਟਿਸਟ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਜਿਹੜੇ ਇਹ ਲੋਕ ਨੇ ਇਹ ਏਸ਼ੀਆ ਦੇ ਹਿੱਸੇ 'ਚੋਂ ਆਏ ਨੇ ਸਾਰੇ। ਤੇ ਕੈਨੇਡਾ ਦੇ ਵਿੱਚ ਜਿਵੇਂ ਕਹਿ ਕੇ ਹਟਿਆ ਮੈਂ 12,000 ਸਾਲਾਂ ਤੋਂ ਇਹ ਰਹਿ ਰਹੇ ਨੇ। ਉਹਨਾਂ ਨੇ ਲੱਭਿਆ ਕਿਵੇਂ 12,000? ਉਹਨਾਂ ਦੀਆਂ ਹੱਡੀਆਂ ਤੇ ਉਹਨਾਂ ਦੇ ਆਰਟੀਫੈਕਟਸ ਨੇ, ਜਿਹੜੇ ਸਾਇੰਟਿਸਟ ਜਿਹੜੇ ਨੇ ਉਹਨਾਂ ਨੇ ਇਹਨਾਂ ਨੂੰ ਕਈ 12,000 ਸਾਲਾਂ ਤੋਂ ਵੀ ਕੁਝ ਸਾਇੰਟਿਸਟ ਕਹਿੰਦੇ ਨੇ ਵੱਧ ਪੁਰਾਣੇ ਸਮੇਂ ਦੇ ਨੇ ਇੱਥੇ ਰਹਿੰਦੇ, ਜਿਹੜੇ ਇਹਨਾਂ ਦੇ ਜਿਹੜੇ ਵੰਸ਼ ਦੇ ਵਿੱਚੋਂ ਆਏ, ਜਿਹੜੇ ਐਨਸੈਸਟਰਸ ਜਿਹੜੇ ਸੀ। ਤੇ ਉਹ ਆਏ ਜਦ ਨਾਰਥ ਅਮਰੀਕਾ ਦੇ ਵਿੱਚੋਂ, ਜਿਹੜੀ ਲਾਸਟ ਜਿਹੜੀ ਆਈਸ ਏਜ, ਜਿਹੜਾ ਹੇਮ ਯੁੱਗ ਸੀ, ਜਿਹੜਾ 12,000 ਸਾਲ ਪਹਿਲਾਂ, ਉਸ ਸਮੇਂ ਆਏ। ਉਸ ਸਮੇਂ ਏਸ਼ੀਆ ਤੇ ਨਾਰਥ ਅਮਰੀਕਾ ਜੁੜਿਆ ਹੋਇਆ ਸੀ। ਬੈਰਿੰਗ ਸੀ ਦੇ ਥੱਲੇ ਆ ਹੁਣ ਖੁਸ਼ਕੀ ਦਾ ਰਸਤਾ, ਰਸ਼ੀਆ ਤੇ ਅਲਾਸਕਾ ਦੇ ਸੰਨ ਦੇ ਵਿੱਚ। ਉਰਲੇ ਬੰਨੇ ਬੈਰਿੰਗ ਸੀ ਹੈ ਤੇ ਦੂਸਰੇ ਬੰਨੇ ਪਰਲੇ ਬੰਨੇ ਆਰਟਿਕ ਹੈ, ਫਿਰ ਥੱਲੇ ਅਟਲਾਂਟਿਕ ਤੇ ਦੂਸਰੇ ਆ ਜਾਂਦੇ ਨੇ। ਬੈਰਿੰਗ ਸੀ ਦੇ ਉੱਪਰ ਦੀ ਵੈਨਕੂਵਰ ਤੋਂ ਉੱਡਿਆ ਜਹਾਜ਼ ਜਾਪਾਨ ਉਤਰਦਾ। ਅੱਛਾ, ਹੁਣ ਇਹ ਇਹਨਾਂ ਰਸਤਿਆਂ 'ਚ ਹੀ ਆਏ ਵੀ ਆਪਣੇ ਏਸ਼ੀਆ ਦੇ ਵਿੱਚੋਂ। ਏਸ਼ੀਆ ਬਹੁਤ ਵੱਡਾ ਹੈ, ਕਿਤੋਂ ਵੀ ਆ ਸਕਦੇ ਆ। ਉਹਦੇ ਬਾਅਦ ਹੋਰ ਵੀ ਸਾਇੰਟੀਫਿਕ ਥਿਊਰੀਜ਼ ਨੇ। ਸਾਇੰਟਿਸਟ ਇਹ ਵੀ ਕਹਿੰਦੇ ਨੇ ਕਿ ਫਸਟ ਨੇਸ਼ਨ ਦੇ ਜਿਹੜੇ ਐਨਸੈਸਟਰਸ ਨੇ ਉਹ ਨਾਰਥ ਅਮਰੀਕਾ ਦੇ ਵਿੱਚ ਖੁਸ਼ਕੀ ਦੇ ਰਾਹ ਨਹੀਂ ਆਏ, ਉਹ ਪਾਣੀ ਦੇ ਰਾਹ ਵੀ ਆਏ ਨੇ। ਜਿਹੜਾ ਪਾਣੀ ਦੇ ਨਾਲ ਏਰੀਆ ਜੁੜਿਆ ਹੋਇਆ, ਜਾਂ ਦੀਪਾਂ ਦਾ ਸਮੂਹ ਆ, ਜਿਹੜਾ ਆਸਟ੍ਰੇਲੀਆ ਤੋਂ ਫਿਜੀ ਤੋਂ ਥੱਲੜੇ ਏਰੀਏ ਦੇ ਜਿਹੜੇ ਜਿਹਨੂੰ ਪੋਲਾਈਨੇਸ਼ੀਆ ਵੀ ਕਹਿੰਦੇ ਨੇ, ਉੱਥੋਂ ਵੀ ਇਹ ਲੋਕ ਸਮੁੰਦਰ ਦੇ ਰਸਤੇ ਆਏ ਨੇ। ਤੇ ਜਿਹੜੀਆਂ ਬੁਣੀਆਂ ਹੋਈਆਂ ਕਿਸ਼ਤੀਆਂ ਹੋ ਸਕਦੀਆਂ ਨੇ, ਕਿਸੇ ਚੀਜ਼ ਨਾਲ ਬੁਣ ਕੇ ਬਣਾਈਆਂ ਹੋਈਆਂ। ਤੇ ਰਾਫਟਸ ਹੋ ਸਕਦੇ ਨੇ, ਕਿਸ਼ਤੀਆਂ ਹੋ ਸਕਦੀਆਂ ਨੇ ਪੈਸੀਫਿਕ 'ਚ ਦੇ ਰਾਹੀਂ, ਹੋਰ ਛੋਟੇ ਛੋਟੇ ਦੀਪ ਸਮੂਹਾਂ ਦੇ ਰਾਹੀਂ। ਤੇ ਬਰਫ਼ ਦੇ ਉੱਪਰ ਦੀ ਵੀ ਲੰਘ ਕੇ ਆਏ ਹੋ ਸਕਦੇ ਆ, ਯੂਰਪ ਤੇ ਨਾਰਥ ਅਮਰੀਕਾ ਦੇ ਰਸਤੇ 'ਚ, ਹਾਈ ਆਰਟਿਕ ਦੇ ਰਸਤੇ ਦੇ ਵਿੱਚ। ਜਦ ਮੈਂ ਇਹਦੇ 'ਤੇ ਤਿਆਰੀ ਕਰ ਰਿਹਾ ਸਾਂ, ਇਹਨਾਂ ਦੇ ਜਿਹੜੀਆਂ ਕਿਸ਼ਤੀਆਂ ਨੇ, ਕੈਨੂਜ਼ ਨੇ ਜਿਹੜੇ ਇਹਨਾਂ ਦੇ, ਤੇ ਕਾਇਕ ਨੇ ਜਿਹੜੇ ਅਲੱਗ-ਅਲੱਗ ਨੇ। ਇੱਕ ਦੇ ਵਿੱਚ ਬਹਿ ਕੇ ਬੰਦਾ ਉਨਾ ਹੀ ਆ ਵਿੱਚ ਵੜ ਜਾਂਦਾ, ਉਹਦੇ ਵਿੱਚ ਦੀ ਜਾਂਦਾ। ਇੱਕ ਚੱਪੂ ਵਾਲੀ ਕਿਸ਼ਤੀ ਹੈ। ਹੁਣ ਵੀ ਜਿਹੜੀ ਰਿਵਰ ਰਾਫਟਿੰਗ ਆਪਾਂ ਦੇਖਦੇ ਆ ਨਾ, ਰਿਵਰ ਰਾਫਟਿੰਗ ਉੱਪਰੋਂ ਕਿੱਥੋਂ ਪਹਾੜ ਤੋਂ ਸਿੱਟ ਦਿੰਦੇ ਨੇ ਉਹ ਬਣੀ ਬਣਾਈ ਜਿਹੜੀ ਕਾਇਕ ਹੈ ਉਹਨਾਂ ਦੀ, ਜਿਹੜੀ ਉਹਦੇ ਵਿੱਚ ਬੈਠਾ ਹੁੰਦਾ ਬੰਦਾ, ਟੇਢਾ ਹੋ ਜਾਂਦਾ, ਮੇਢਾ ਹੋ ਜਾਂਦਾ, ਕੁਛ ਨਹੀਂ ਹੁੰਦਾ। ਕਹਿੰਦੇ ਨਿਆਗਰਾ ਵਾਲੇ ਪਾਸਿਓਂ ਆਉਣ ਨੂੰ ਉੱਪਰੋਂ ਸਿੱਟ ਦਿੰਦੇ ਸੀ ਕਿਸ਼ਤੀਆਂ, ਜਿਹੜੇ ਕਾਇਕ ਸੀ, ਜਿਹਦੇ ਵਿੱਚ ਬੈਠਾ ਹੁੰਦਾ, ਵਿੱਚ ਬੜਿਆ ਹੁੰਦਾ ਬੰਦਾ, ਉੱਪਰ ਧੜ ਦੇਖਦਾ ਹੁੰਦਾ, ਲੱਤਾਂ ਵਿੱਚ ਹੁੰਦੀਆਂ ਨੇ ਖੱਡੀ ਵਾਂਗੂ।
12,000 ਸਾਲ ਪਹਿਲਾਂ, 500 ਸਾਲ ਪਹਿਲਾਂ ਜਦ ਕੋਲੰਬਸ ਆਇਆ 92 'ਚ ਪਹਿਲੀ ਵਾਰ ਆਇਆ, 1492 'ਚ, ਫਿਰ 93 'ਚ ਆਇਆ, ਫਿਰ 98 'ਚ ਆਇਆ, ਫਿਰ 1502 ਤੋਂ ਆਇਆ ਸਪੇਨ ਤੋਂ। ਵਾਸਕੋ ਡੀ ਗਾਮਾ ਆਉਣੀ, ਉਧਰ ਨੂੰ ਪਰਲੇ ਪਾਸੇ ਨੂੰ ਜਾ ਵੜੇ, ਗੋਆ ਵਾਲੇ ਪਾਸੇ ਜਾ ਵੜੇ। ਦੇਖ ਲਓ ਬੱਲੇ ਬੱਲੇ। ਤੇ 500 ਸਾਲ ਪਹਿਲਾਂ ਜਦ ਸਮੁੰਦਰ 'ਚ ਠਿੱਲੇ ਕਿਵੇਂ ਆਏ, ਹੋਇਆ ਕਿੱਥੋਂ ਸ਼ੁਰੂਆਤ ਕੋਲੰਬਸ ਹੋਣਾ ਦੀ? ਜਦ ਆਹ ਕਲੋਨੀਅਲ ਸਿਸਟਮ ਸ਼ੁਰੂ ਹੋਇਆ, ਜਦ ਨੰਗ ਭੁੱਖ ਦੇ ਨਾਲ ਯੂਰਪ ਦੇ ਵਿੱਚ ਆਪਸ ਵਿੱਚ ਲੜ ਲੁੜ ਕੇ ਗੱਲਾਂ ਹੋ ਗਈਆਂ, ਟਰੀਟੀਆਂ ਹੋ ਗਈਆਂ, ਤੇ ਫਿਰ ਉਹ ਕਹਿੰਦੇ ਵੀ ਹੁਣ ਕਹਿੰਦੇ ਵੀ ਚਲੋ ਵੋਏਜ ਤੇ ਜਾਓ, ਹੁਣ ਫਿਰ ਸਮੁੰਦਰੀ ਯਾਤਰਾ ਤੇ ਲਾਓ, ਲੱਭੋ ਨਵੇਂ ਏਰੀਏ ਜਿੱਥੇ ਫਿਰ ਹੁਣ ਸਮਾਨ ਲੈ ਕੇ ਜਾਣਾ ਹੈ। 500 ਸਾਲ ਪਹਿਲਾਂ ਸੋਚਣੀ ਸੀ, ਐਵੇਂ ਤਾਂ ਨਹੀਂ 200 ਸਾਲ ਲੋਕਾਂ ਤੇ ਰਾਜ ਕੀਤਾ, ਸੋਚਣੀ ਦਾ ਹੀ ਹੈ, ਬਸ ਸੋਚਣ ਦੀ ਉਹ ਕਹਾਣੀ ਹੈ। ਅੱਜ ਤੋਂ 5 ਸਦੀਆਂ ਪਹਿਲਾਂ ਮਾਰਕੀਟ ਲੱਭਣ ਲਈ ਠਿੱਲ ਗਏ ਬੇੜਿਆਂ ਤੇ। ਕੌਣ ਦਿੰਦਾ ਸੀ ਇਹਨਾਂ ਨੂੰ, ਕੌਣ ਭੇਜਦਾ ਸੀ? ਬਸ ਇਹਨਾਂ ਨੂੰ, ਆਪਣਿਆਂ ਨੂੰ, ਕੋਲੰਬਸ ਵਰਗਿਆਂ ਨੂੰ, ਸਰਕਾਰਾਂ, ਸਪੇਨ ਦੀ ਗਵਰਨਮੈਂਟ, ਸਪੇਨ ਦੇ ਰਾਜੇ ਨੇ ਉਸ ਸਮੇਂ ਦੇ ਨੇ, ਵੀ ਜਾ ਲਿਆ ਲੱਭ ਕੇ, ਚੱਲੀਏ ਫਿਰ ਉੱਥੇ ਨੂੰ, ਇੱਥੇ ਤਾਂ ਹੁਣ ਭੁੱਖ ਨੰਗੇ, ਤਾਂ ਹੋਰ ਐਕਸਪਲੋਰ ਕਰੀਏ। ਜਦ ਸਮਾਨ ਵੇਚਣ ਵਾਲੀ ਜਗ੍ਹਾ ਲੱਭ ਲਈ, ਫਿਰ ਸਮਾਨ ਬਣਾਉਣ ਲਈ ਫੈਕਟਰੀਆਂ ਲੱਗੀਆਂ, ਸਮਾਨ ਬਣਾਉਣ ਵਾਲੀਆਂ ਫੈਕਟਰੀਆਂ ਦੇ ਵਿੱਚ ਕੰਮ ਕਰਨ ਲਈ ਚੀਪ ਲੇਬਰ ਲੱਭੀ। ਚੀਪ ਲੇਬਰ ਦੇ ਅਸੀਂ ਟੂਲ ਹਾਂ ਜਿਹੜੇ ਅਸੀਂ ਬੈਠੇ ਹਾਂ। 100 ਸਾਲ ਪਹਿਲਾਂ ਬਾਬੇ ਆ ਗਏ, ਆਪਾਂ 20 ਸਾਲ ਪਹਿਲਾਂ ਆ ਗਏ। ਆਹ ਪ੍ਰਵਾਸ ਹੈ। ਇੱਕ ਦਿਨ ਪ੍ਰਵਾਸ ਤੇ ਵੀ ਮੈਂ ਗੱਲ ਕਰੂੰ ਪੂਰੀ, ਵੀ ਪ੍ਰਵਾਸ ਦਾ ਓਰੀਜਨ ਕੀ ਆ, ਕਿੱਥੋਂ ਪ੍ਰਵਾਸ ਸ਼ੁਰੂ ਹੋਇਆ, ਕਾਰਨ ਕੀ ਸੀ। ਅਸਲ ਪਹਿਲਾਂ ਤਾਂ ਕੌਂਕਰਿੰਗ ਹੋਈ, ਪਹਿਲਾਂ ਤਾਂ ਆਪਸ ਵਿੱਚ ਯੂਰਪ 'ਚ ਲੜੀ ਗਏ, ਆਪਸ ਵਿੱਚ ਇੱਕ ਦੂਜੇ ਤੇ। ਹੁਣ ਜਿਹੜੇ ਮੰਗੋਲ ਤੋਂ, ਜਿਨ੍ਹਾਂ ਨੂੰ ਮੁਗਲ ਕਹਿੰਦੇ ਆ, ਜਦ ਮੰਗੋਲ ਤੁਰੇ ਆਪਣੇ ਵਾਲੇ ਪਾਸੇ ਨੂੰ, ਬਾਬਰ ਦੇ ਵੱਡੇ ਚੰਗੇਜ਼ ਹੋਣੀ, ਉਹ ਮੰਗੋਲੀਆ ਤੋਂ ਤੁਰ ਪਏ ਉੱਧਰ ਨੂੰ, ਤਮੂਰ ਲੰਗ। ਉਹਦੇ ਬਾਅਦ ਜਿਹੜਾ ਪੁਰਾਣੀਆਂ ਸਾਡੇ ਇਤਿਹਾਸ ਦੇ ਵਿੱਚ ਲਿਖਿਆ ਹੋਇਆ, ਤੈਮੂਰ ਦੀ ਵੀ ਗੱਲ ਹੈ, ਚੰਗੇਜ਼ ਦਾ ਨਾਂ ਤੈਨਜ਼ਿੰਗ ਜਿਹੜਾ ਕਹਿੰਦੇ ਸੀ, ਤੇ ਜਾ ਕੇ ਦੇਖ ਲਓ ਕਿੰਨੇ ਸੌ ਸਾਲ ਰਾਜ ਕੀਤਾ ਉਹਨਾਂ ਨੇ। ਮੰਗੋਲ ਤੋਂ ਮੁਗਲ ਬਣਦਾ ਹੈ। ਸੋ ਇਹ ਜਿਹੜੀ ਉਹ ਕਹਿੰਦੇ ਵੀ ਹੁਣ ਇਹਨਾਂ ਨੂੰ ਫੈਕਟਰੀਆਂ ਦੇ ਵਿੱਚ ਬੰਦੇ ਚਾਹੀਦੇ ਨੇ, ਫਿਰ ਉਹ ਕਹਿੰਦੇ ਲਿਆਓ ਯੂਰਪ ਤੋਂ। ਸਿਆਣਿਆਂ ਨੇ, ਜਿਵੇਂ ਇੱਥੇ ਵਾਲੇ ਅਜਾੜੇ ਸੀ, ਇੱਥੇ ਵਾਲਿਆਂ ਨੂੰ ਪਤਾ ਸੀ, ਜਿਵੇਂ ਨੇਟਿਵਸ ਜਿਹੜੇ ਇੰਡੀਜਨਸ ਅਜਾੜੇ ਸੀ, ਖਤਮ ਕੀਤੇ ਰੈਜ਼ੀਡੈਂਸ਼ੀਅਲ ਸਕੂਲ ਤੇ ਸਕੂਪ ਤੇ ਇਹ ਤੇ ਉਹ ਕਹਿੰਦੇ ਵੀ ਐਂ ਕਰੋ, ਫਿਰ ਲਿਆਈਏ। ਤਕੜੇ ਬਹੁਤ ਨੇ ਅਫਰੀਕਾ ਵਾਲੇ, ਜੰਗਲਾਂ 'ਚ ਰਹਿੰਦੇ ਨੇ। ਪਹਿਲਾਂ ਵੀ ਬੈਲਜੀਅਮ ਵਾਲਾ ਜਾਂਦਾ ਰਿਹਾ, ਤੁਹਾਨੂੰ ਦੱਸਿਆ ਸੀ ਵੀ ਸਰੀਰ ਦੇ ਨਾਲ, ਕਾਲੇ ਬੰਦਿਆਂ ਦੇ ਸਰੀਰ ਦੇ ਨਾਲ ਰਬੜ ਲਪੇਟ ਕੇ, ਉਹ ਕਹਿੰਦਾ ਖੁਰਚ ਕੇ ਲਾ ਦਿਓ ਇਹਨਾਂ ਦੇ ਉੱਪਰੋਂ, ਕਿੱਥੋਂ ਚੱਕੀ ਫਿਰੋਂਗੇ, ਬੰਦਾ ਹੀ ਘੁਮਾ ਦਿਓ ਰਬੜ ਦੇ ਆਲੇ ਦੁਆਲੇ, ਇਹਦੇ ਸਰੀਰ ਤੇ ਮਲ ਦਿਓ ਦੁੱਧ ਉਹਦਾ ਰਬੜ ਦਾ, ਫਿਰ ਖੁਰਪੀਆਂ ਨਾਲ ਲਾ ਲਓ ਇਹਦੇ ਤੋਂ। ਫਿਰ ਅਮਰੀਕਾ ਵਾਲੇ ਚੱਲ ਪਏ, ਇਹਨਾਂ ਨੇ ਹੌਲੀ ਦੇ ਕੇ ਲਾਉਣਾ ਜਾ ਕੇ ਆਪਣਾ ਬੇੜਾ, ਤੇ ਫਿਰ ਜਾਲ ਸਿੱਟ ਕੇ ਫੜ ਕੇ ਲਿਆਉਂਦੇ ਰਹੇ। ਜਿਹੜਾ ਹੇਲੀ ਵਾਲਾ ਨਾਵਲ ਹੈ ਪੰਜਾਬੀ ਦਾ ਵਿੱਚ, ਤੇ ਉਹ ਇਹ ਮਾਈਗ੍ਰੇਸ਼ਨ ਦਾ। ਸੋ ਇਹ ਬੜੀ ਵੱਡੀ ਕਹਾਣੀ ਹੈ। ਤੇ ਪਰ ਇਹਨਾਂ ਤੇ ਜਿਹੜੀ ਰੂਟਸ ਆ ਐਲੈਕਸ ਹੈਲੀ ਦਾ, ਉਹ ਨਾਵਲ ਪੜ੍ਹਨ ਵਾਲਾ, ਪੰਜਾਬੀ 'ਚ ਅਨੁਵਾਦ ਆ ਵੀ ਕਿਵੇਂ ਲਿਆਂਦੇ ਨੇ। ਸੋ ਇਹਨਾਂ ਲੋਕਾਂ ਤੇ ਜਦ ਕੋਲੰਬਸ ਆਇਆ, ਉਹਦੇ ਤੋਂ ਫਿਰ ਉਹਨੇ ਦੇਖਿਆ ਵੀ ਇਹ ਕਿਵੇਂ ਆ ਗਏ। ਜਿਹੜਾ ਇਹਨਾਂ ਦਾ 12,500 ਸਾਲ ਪਹਿਲਾਂ ਵਾਲਾ ਸਾਰਾ ਕੁਝ ਹੈ, ਉਹ ਇਸੇ ਗੱਲ ਤੋਂ ਲੱਭਿਆ ਕਿ ਬੋਨਸ ਜਿਹੜੀਆਂ ਨੇ, ਉਹ ਹੱਡੀਆਂ ਜਿਹੜੀਆਂ ਨੇ, ਹੱਡੀਆਂ ਤੋਂ ਹਿਸਾਬ ਲਾਇਆ ਵੀ ਅੱਜ ਦੇ ਸਮੇਂ ਕਿਵੇਂ ਆ, ਤੇ ਜਦ ਅੱਜ ਤੋਂ ਪਹਿਲਾਂ ਇਹ ਕਿਵੇਂ ਸੀ। ਅੱਛਾ, ਪਾਣੀ ਦੇ ਰਸਤੇ ਆ ਗਏ, ਤੇ ਉਹਦੇ ਬਾਅਦ ਜਿਹੜਾ ਮੂੰਹ ਨਾਲ ਓਰਲ ਟ੍ਰੈਡੀਸ਼ਨ ਹੈ, ਤੇ ਜਿਹੜਾ ਓਰਲ ਟ੍ਰੈਡੀਸ਼ਨ ਗਾਂਹ ਤੋਂ ਗਾਂਹ ਦੱਸਦੇ ਆਏ ਨੇ, ਤੇ ਉਹਨਾਂ ਨੇ ਅੱਜ ਤੱਕ ਵੀ ਪੀੜ੍ਹੀ ਤੋਂ ਪੀੜ੍ਹੀ ਗੱਲ ਚੱਲਦੀ ਆਈ। ਉਹ ਕਹਿੰਦੇ ਨੇ 12,000 ਸਾਲ ਤੋਂ ਪਹਿਲਾਂ ਦੇ ਰਹੇ ਨੇ ਅਸੀਂ ਤਾਂ। ਅੱਛਾ, ਉਹਦੇ ਬਾਅਦ ਫਿਰ ਜਿਹੜੇ ਆਹ ਲੱਭਦੇ ਆ, ਹੁਣ ਤੁਹਾਡੇ ਡਾਇਨਾਸੌਰ ਦੀਆਂ ਬੋਨ ਜਿੱਥੇ ਮਿਲਦੀਆਂ ਲੱਗ ਜਾਂਦੇ ਆ। ਇਸ ਤਰ੍ਹਾਂ ਹੀ ਇਹਨਾਂ ਦੇ ਰਿਜ਼ਰਵਾਂ ਦੇ ਵਿੱਚੋਂ ਪਤਾ ਨਹੀਂ ਕੀ ਕੁਛ ਲੱਭਿਆ ਉਹਨਾਂ ਨੇ, ਤੇ ਹਿਊਮਨ ਬੋਨਸ ਲੱਭੀਆਂ, ਤੇ ਜਿਹੜੀਆਂ ਥੱਲੇ ਕਬਰਾਂ ਦੇ ਵਿੱਚੋਂ, ਤੇ ਉਹਦੇ ਬਾਅਦ ਫਰੋਜ਼ਨ ਜਿਹੜੇ ਸਮੁੰਦਰ ਦੇ ਕੰਢੇ ਸੀ, ਉਹਨਾਂ ਦੇ ਕੰਢਿਆਂ ਦੇ ਵਿੱਚੋਂ, ਕਬਰਾਂ ਦੇ ਵਿੱਚੋਂ ਸਰੀਰ ਲੱਭੇ।
ਸਰੀਰਾਂ ਦੇ ਸਾਈਜ਼ ਦੇਖੇ। ਸਾਈਜ਼ ਦੇ ਯੂਕੌਨ ਦੇ ਵਿੱਚ ਬਹੁਤ ਵੱਡੀ ਆਰਕੀਓਲੋਜਿਸਟ ਸਾਈਟ ਹੈ ਇੱਕ, ਤੇ ਉਹਦੇ ਵਿੱਚ ਸਰੀਰ ਪਏ ਨੇ 11-11 ਫੁੱਟ ਦੇ, 12-12 ਫੁੱਟ ਦੇ ਲੰਬੇ। ਹੁਣ ਕੋਈ ਨੀ ਵੱਡਾ, ਕੋਈ ਛੋਟਾ ਹੈ, ਕੋਈ ਉਹਦੀਆਂ ਬੋਨਸ ਨੇ। ਫਿਰ ਉਹਦੇ ਤੋਂ ਹਿਸਾਬ ਲਾਇਆ, ਤੇ ਜਿਹੜੇ ਫਿਰ ਐਂਥਰੋਪੋਲੋਜਿਸਟ ਜਿਹੜੇ ਆ ਗਏ, ਐਂਥਰੋਪੋਲੋਜੀ ਦੇ ਵਿੱਚ ਜਿਹੜੇ ਮਿਊਜ਼ੀਅਮ ਨੇ ਉਹ ਆ ਗਏ ਬੰਦੇ, ਜਿੰਨੇ ਆਰਕੀਓਲੋਜਿਸਟ ਆ ਗਏ। ਉਹਨਾਂ ਨੇ ਸਾਰਾ ਕੁਝ ਲੱਭਿਆ ਵੀ ਨਾ ਹੀ ਕੋਈ 12,000 ਸਾਲ ਹੈ, ਕੋਈ ਪਰ ਜ਼ਿਆਦਾ ਹਿਸਟਰੀ 500 ਸਾਲ ਜਿਹੜੀ ਕੋਲੰਬਸ ਤੋਂ ਬਾਅਦ ਦੀ ਤੁਰਦੀ ਹੈ। ਅੱਛਾ, 3 ਕੈਟੇਗਰੀਜ਼ ਨੇ। ਜਿਹੜੇ ਫਸਟ ਨੇਸ਼ਨ ਨੇ, ਜਿਹੜੇ ਇਨਿਊਟਸ ਨੇ, ਇਹ ਉਹ ਬੰਦੇ ਨੇ ਜਿਹੜੇ ਆਰਟਿਕ ਦੇ ਵਿੱਚ ਪਹਿਲਾਂ ਜਿਹੜੇ ਓਰੀਜਨਲੀ ਰਹਿੰਦੇ ਸੀ, ਤੇ ਉਹਨਾਂ ਦੀ ਜਿਹੜੀ ਭਾਸ਼ਾ, ਜਿਹੜੀ ਉਹਨਾਂ ਦੀ ਲੈਂਗੁਏਜ ਹੈ, ਉਹਨੂੰ ਉਹ ਕਹਿੰਦੇ ਨੇ ਇਨੁਕਟੀਟੁਟ। ਤੇ ਇਹ ਜਿਹੜੇ ਆਰਟਿਕ ਦੇ ਵਿੱਚ ਬਰਫ਼ ਦੇ ਉੱਪਰ, ਜਿਹੜਾ ਆਰਟਿਕ ਦਾ ਸਾਡਾ ਸਰਕਲ ਆ, ਜਿਹੜਾ ਸਾਡਾ ਨਾਰਥ ਵੈਸਟ ਟੈਰੀਟਰੀਜ਼, ਯੂਕੌਨ ਤੇ ਅਲਾਸਕਾ ਦੇ ਉੱਪਰਲਾ ਪਰਲੇ ਬੰਨੇ ਗ੍ਰੀਨਲੈਂਡ ਤੋਂ ਉਰਲਾ ਰਸ਼ੀਆ ਦੇ ਨਾਲ, ਜਿਹਦਾ ਆਰਟਿਕ ਦਾ ਰੌਲਾ ਬਹੁਤ ਪੈ ਰਿਹਾ, ਉੱਥੇ ਬਸਣ ਵਾਲੇ ਬੰਦੇ ਨੇ ਜਿਹੜੇ ਉਹਨਾਂ ਇਨਿਊਟਸ ਕਹਿੰਦੇ ਨੇ। ਅੱਛਾ, ਫਸਟ ਨੇਸ਼ਨ ਜਿਹਨੂੰ ਇੰਡੀਅਨਸ ਕਹਿੰਦੇ ਆ, ਇਹ ਉਹ ਨੇ ਜਦ ਕ੍ਰਿਸਟੋਫਰ ਕੋਲੰਬਸ ਆਇਆ 15ਵੀਂ ਸਦੀ ਦੇ ਵਿੱਚ ਆਖਰੀ 'ਚ, ਉਹਨੇ ਕਿਹਾ ਕਿ ਇਹ ਤਾਂ ਇੰਡੀਅਨਸ ਨੇ। ਉਹ ਆਪਣੇ ਆਪ ਨੂੰ ਫਸਟ ਨੇਸ਼ਨ ਕਹਿੰਦੇ ਨੇ। ਤੇ ਇਹ ਉਹ ਲੋਕ ਨੇ ਜਿਨ੍ਹਾਂ ਤੇ ਫਿਰ ਇੰਡੀਅਨ ਐਕਟ ਬਣਾਇਆ ਕੈਨੇਡਾ ਨੇ, ਜਿਹਦੇ ਵਿੱਚ ਇੰਡੀਅਨ ਤੇ ਨਾਨ ਸਟੇਟਸ ਇੰਡੀਅਨਸ, ਇਹ ਦੋ ਅਲੱਗ ਨੇ, ਇੰਡੀਅਨ ਐਕਟ ਦੇ ਥੱਲੇ ਨੇ। ਜਿਹੜੇ ਮੀਟਸ ਨੇ, ਇਹ ਉਹ ਲੋਕ ਨੇ ਜਿਹੜੇ ਮਿਕਸ ਆ ਯੂਰਪਨ ਲੋਕ ਤੇ ਨੇਟਿਵ ਲੋਕਾਂ ਦਾ, ਜਿਹੜਾ ਦੋਨਾਂ ਦੇ ਵਿੱਚੋਂ ਥੋੜ੍ਹੇ ਜਿਹੇ ਸੁਨੱਖੇ ਨੇ। ਜਦ ਆ ਗਏ ਫਰ ਟਰੇਡਰ, ਸੈਟਲਰ ਆ ਗਏ ਫਰਾਂਸ ਤੋਂ ਤੇ ਇੰਗਲੈਂਡ ਤੋਂ, ਉਹਨਾਂ ਨੇ ਇੱਥੇ ਦੀਆਂ ਇਸਤਰੀਆਂ ਤੇ ਮਰਦਾਂ ਨਾਲ ਸੰਬੰਧ ਬਣਾਏ। ਜਿਹੜੇ ਉਹਨਾਂ ਦੇ ਜਵਾਕ ਨੇ, ਉਹਨਾਂ ਨੂੰ ਮੀਟਸ ਕਹਿੰਦੇ ਨੇ। ਉਹ ਸੁਨੱਖੇ ਨੇ ਥੋੜ੍ਹੇ ਜਿਹੇ। ਤੇ ਫਸਟ ਜਿਹੜੇ ਇਹ ਪੀਪਲ ਨੇ, ਇੰਡੀਜਨਸ ਲੋਕ ਨੇ, ਇੰਡੀਅਨਸ, ਇਨਿਊਟਸ ਐਂਡ ਮੀਟਸ। ਜੇ ਸਪੈਸ਼ਲ ਜਿਹੜੇ ਨੇ ਐਬੋਰੀਜਨਲ ਵੀ ਕਹਿੰਦੇ ਨੇ, ਇੰਡੀਜਨਸ ਵੀ ਕਹਿੰਦੇ ਨੇ। ਇੱਥੋਂ ਹੀ ਅੱਗੇ ਚੱਲਾਂਗੇ। ਅੱਜ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸਿਆ ਹੀ ਹੈ ਵੀ ਇਹ ਕੀ ਨੇ, ਕੱਲੀ ਚੀਜ਼ ਫੋਲ ਕੇ ਸਮਝਾ ਦੇਣੀ। ਸ਼ੇਰੇ ਪੰਜਾਬ ਤੋਂ ਬਿਲਕੁਲ ਕਰੰਟ ਤੁਹਾਨੂੰ ਖਬਰ ਜਦ ਆਉਂਦੀ ਆ ਉਸੇ ਸਮੇਂ ਭੇਜਦੇ ਆ। ਹੁਣ ਮੇਰੇ ਨਾਲ ਨੇ ਫਿਰ ਸਾਡੇ ਡਾਇਰੈਕਟਰ ਕੌਸ਼ਲ ਸਾਹਿਬ, ਇੱਕ ਹੋਰ ਬ੍ਰੇਕਿੰਗ ਨਿਊਜ਼ ਲੈ ਕੇ ਆਏ ਨੇ। ਕੌਸ਼ਲ ਸਾਹਿਬ, ਇਹ ਕੀ ਬ੍ਰੇਕਿੰਗ ਨਿਊਜ਼ ਹੈ ਜੀ? ਬਰਨਬੀ ਦੇ ਵਿੱਚ ਇੱਕ ਅੱਜ ਸਵੇਰੇ ਜਾਣਕਾਰੀ ਮਿਲੀ ਸੀ। ਅਸੀਂ ਬਰਨਬੀ RCMP ਦੇ ਕਾਰਪੋਰਲ ਮਾਈਕਲ ਕਲਾਂਜ ਨਾਲ ਗੱਲ ਵੀ ਕੀਤੀ ਸੀ ਇਸ ਬਾਰੇ, ਕਿ ਸਭ ਤੋਂ ਪਹਿਲਾਂ ਅਸੀਂ ਖਬਰ ਦਿੱਤੀ ਸੀ ਕਿ ਬਰਨਬੀ ਦੇ 33 ਸਾਲਾ ਪਰਮਿੰਦਰ ਰਾਏ ਜਿਹੜੇ ਨੇ, ਇਹ ਪਰਮਿੰਦਰ ਪੌਲ ਰਾਏ, ਇਹ ਮਿਸਿੰਗ ਚੱਲ ਰਹੇ ਸੀ 9 ਜੂਨ ਤੋਂ। ਨਾ ਬਰਨਬੀ RCMP ਦੇ ਮਿਸਿੰਗ ਪੇਜ ਤੇ ਜਾਣਕਾਰੀ ਸੀ, ਨਾ ਬਰਨਬੀ RCMP ਨੇ ਇਹਦੇ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਕੋਈ ਜਾਣਕਾਰੀ ਨਾ ਬਰਨਬੀ RCMP ਨੇ ਦਿੱਤੀ, ਨਾ ਆਈਹਿਟ ਨੇ ਦਿੱਤੀ। ਪਰ ਅੱਜ ਸਵੇਰੇ ਪਤਾ ਲੱਗਾ ਕਿ ਇਹ 9 ਜੂਨ ਤੋਂ ਮਿਸਿੰਗ ਚੱਲ ਰਹੇ ਸੀ ਔਰ ਇਹਨਾਂ ਦੀ ਇਨਫੋਰਮੇਸ਼ਨ ਕੋਈ ਥਾਂ ਟਿਕਾਣਾ ਨਹੀਂ ਸੀ ਪਤਾ ਲੱਗ ਰਿਹਾ। ਅੱਜ ਆਈਹਿਟ ਨੇ 10 ਵਜੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਜਿਹਦੇ 'ਚ ਇਹਨਾਂ ਨੇ ਦੱਸਿਆ ਕਿ ਜਿਹੜੇ 33 ਸਾਲਾ ਪਰਮਿੰਦਰ ਪੌਲ ਨੇ, ਇਹ ਲਗਭਗ 9 ਜੂਨ ਤੋਂ ਲਾਪਤਾ ਨੇ ਔਰ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿੱਥੇ ਨੇ। ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਿਸ ਇਹਨਾਂ ਨੂੰ ਪਹਿਲਾਂ ਤੋਂ ਜਾਣਦੀ ਸੀ। ਇਹਨਾਂ ਦੇ ਕਨੈਕਸ਼ਨ ਗੈਂਗ ਤੇ ਡਰੱਗ ਐਕਟੀਵਿਟੀ ਦੇ ਨਾਲ ਜੁੜੇ ਹੋਏ ਸੀ ਔਰ ਮੰਨਿਆ ਜਾ ਰਿਹਾ ਕਿ ਜਿਹੜੀ ਇਹਨਾਂ ਦੀ ਡਿਸਅਪੀਅਰੈਂਸ ਹੈ, ਜਿਹੜੇ ਲਾਪਤਾ ਹੋਏ ਨੇ, ਕੋਈ ਰੈਂਡਮ ਐਕਟ ਨਹੀਂ ਹੈ, ਇਹ ਟਾਰਗੇਟਡ ਡਿਸਅਪੀਅਰੈਂਸ ਵੀ ਹੋ ਸਕਦੀ ਹੈ। ਅੱਜ ਪੁਲਿਸ ਨੇ ਦੱਸਿਆ ਸਵੇਰੇ ਜਦੋਂ ਮਾਈਕਲ ਕਲਾਂਜ ਜਿਹੜੇ ਬਰਨਬੀ RCMP ਦੇ ਕਾਰਪੋਰਲ ਆਏ ਵੀ ਸੀ, ਉਹਨਾਂ ਕੋਲ ਜਵਾਬ ਨਹੀਂ ਸੀ ਇਸ ਗੱਲ ਦਾ ਕਿ ਕਿਉਂ ਇਹਦੇ ਬਾਰੇ ਨਹੀਂ ਦੱਸਿਆ ਗਿਆ, ਘਰ ਦੇ ਕੀ ਕਹਿ ਰਹੇ ਆ। ਪਹਿਲਾਂ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਪਰ ਸੀਰੀਅਸ ਕ੍ਰਾਈਮ ਯੂਨਿਟ ਜਿਹੜਾ ਬਰਨਬੀ RCMP ਦਾ, ਜਦੋਂ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਕੁਝ ਸਬੂਤ ਐਸੇ ਮਿਲੇ ਜਿਹਦੇ ਕਰਕੇ ਆਈਹਿਟ ਨੂੰ ਇਹ ਜਾਣਕਾਰੀ ਦੇਣੀ ਪਈ। ਅਕਸਰ ਗਿੱਲ ਸਾਹਿਬ, ਤੁਹਾਨੂੰ ਪਤਾ ਕਿ ਆਈਹਿਟ ਉਦੋਂ ਇਨਫੋਰਮੇਸ਼ਨ ਕਲੈਕਟ ਕਰਦਾ ਜਦੋਂ ਕੋਈ ਇਸ ਤਰ੍ਹਾਂ ਦੀ ਕੋਈ ਕਤਲ ਦਾ ਕੇਸ ਹੁੰਦਾ ਜਾਂ ਕੋਈ ਹੋਰ ਕੇਸ ਹੁੰਦਾ। ਪਰ ਇਸ ਕੇਸ ਦੇ ਵਿੱਚ ਅਜੇ ਤੱਕ ਕੱਲਾ ਲਾਪਤਾ ਹੋਣ ਦਾ ਹੀ ਖਦਸ਼ਾ ਜਤਾਇਆ ਜਾ ਰਿਹਾ। ਪਰ ਕਿਸ ਤਰ੍ਹਾਂ ਦੇ ਐਵੀਡੈਂਸ ਮਿਲੇ ਨੇ, ਇਹਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ। ਜਿਹੜੇ ਪਰਮਜੀਤ ਰਾਏ ਨੇ, ਇਹਨਾਂ ਬਾਰੇ ਜਾਣਕਾਰੀ ਦੇ ਦਈਏ। ਪਰਮਿੰਦਰ ਰਾਏ, ਮਾਫ ਕਰਨਾ, 5 ਫੁੱਟ 10 ਇੰਚ ਦੇ ਨੇ, ਸਾਡੀ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਨੇ, 185 ਪਾਊਂਡ ਭਾਰ ਹੈ। ਆਖਰੀ ਵਾਰ ਇਹਨਾਂ ਨੂੰ 2011 ਮਾਡਲ ਦੀ ਹੋਂਡਾ ਅਕੋਰਡ, ਜਿਹੜੀ ਕਾਲੇ ਰੰਗ ਦੀ, BC ਦੀ ਲਾਇਸੈਂਸ ਪਲੇਟ MB231R ਚਲਾਉਂਦੇ ਵੇਖਿਆ ਗਿਆ
ਹੁਣ ਇਹ ਕਿਹਾ ਜਾ ਰਿਹਾ ਕਿ ਜੇ ਕਿਸੇ ਕੋਲ ਕੋਈ ਜਾਣਕਾਰੀ ਹੈ ਪਰਮਿੰਦਰ ਪੌਲ ਰਾਏ ਦੇ ਬਾਰੇ ਤਾਂ ਕਿਰਪਾ ਕਰਕੇ ਆਈਹਿੱਟ ਨੂੰ ਜ਼ਰੂਰ ਦਿੱਤੀ ਜਾਏ। ਪਰ ਇਹਨਾਂ ਦਾ ਗੈਂਗਸ ਔਰ ਡਰੱਗ ਐਕਟੀਵਿਟੀ ਦੇ ਨਾਲ ਕਨੈਕਸ਼ਨ ਇਹ ਕਿਹਾ ਜਾ ਰਿਹਾ। ਔਰ ਸਾਡੇ ਸੋਸ਼ਲ ਮੀਡੀਆ ਪੇਜ ਤੇ ਪਰਮਿੰਦਰ ਰਾਏ ਦੀ ਤਸਵੀਰ ਜਿਹੜੀ ਆਈਹਿੱਟ ਵੱਲੋਂ ਦਿੱਤੀ ਗਈ ਹੈ ਉਹ ਦੇਖੀ ਜਾ ਸਕਦੀ ਹੈ ਜੀ। ਧੰਨਵਾਦ ਜੀ ਕੌਸ਼ਲ ਸਾਹਿਬ, ਥੈਂਕ ਯੂ। ਧੰਨਵਾਦ ਜੀ, ਥੈਂਕ ਯੂ। ਸੋ ਇਹ ਖਾਸ ਗੱਲਬਾਤ ਹੁਣੇ ਦੱਸ ਕੇ ਹਟੇ ਨੇ ਕਿ ਪੁਲਿਸ ਨੇ ਜਿਹੜਾ ਗੁੰਮਸ਼ੁਦਾ ਮਿਸਟਰ ਰਾਏ ਹੈ ਉਹਨਾਂ ਦੱਸ ਦਿੱਤਾ ਹੈ ਕਿ ਉਹਨਾਂ ਦਾ ਡਰੱਗ ਤੇ ਗੈਂਗਸ ਦੇ ਨਾਲ ਸੰਬੰਧ ਹੈ ਤੇ ਉਹਨਾਂ ਦੀ ਡਿਸਅਪੀਅਰੈਂਸ ਨੂੰ ਕਿੱਧਰ ਲੈ ਕੇ ਜਾ ਸਕਦੇ ਆ ਇਹ ਹੁਣ ਤੁਸੀਂ ਸੋਚ ਸਕਦੇ ਹੋ। ਖਬਰਾਂ ਬਹੁਤ ਤੇਜ਼ੀ ਨਾਲ ਜਾ ਰਹੀਆਂ ਨੇ ਤੇ ਤੁਸੀਂ ਨਿਗਾਹ ਰੱਖਿਆ ਕਰੋ, ਸੁਣਦੇ ਰਿਹਾ ਕਰੋ, ਸ਼ੇਰੇ ਪੰਜਾਬ ਨੂੰ ਲੌਗ ਇਨ ਕਰਕੇ ਰੱਖਿਆ ਕਰੋ। ਕੱਲ੍ਹ ਨੂੰ ਮੁੜਦੇ ਹਾਂ ਜੀ ਫੇਰ 9:10 ਤੇ। ਰੱਬ ਰੱਖਾ।